ਜਦੋਂ ਆਪਾਂ ਡਾਇਬੀਟੀਜ਼ ਕਹਿੰਦੇ ਆ, ਕੀ ਚੀਜ਼ ਆ ਡਾਇਬੀਟੀਜ਼? ਵੈਨ ਇਜ਼ ਸਮਬਡੀ ਡਾਇਬੀਟਿਕ? ਡਾਇਬੀਟੀਜ਼ ਨਾ ਹੁਣ ਬਹੁਤ ਕਾਮਨ ਹੋ ਰਹੀ ਹੈ। ਜੋ ਪਹਿਲੇ ਅਸੀਂ ਦੇਖਦੇ ਸੀ ਡਾਇਬੀਟੀਜ਼ ਉਹ ਬਹੁਤ ਡਿਫਰੈਂਟ ਸੀ। ਹੁਣ ਡਾਇਬੀਟੀਜ਼ ਇਜ਼ ਮੇਨਲੀ ਬਿਕਾਜ਼ ਆਫ ਲਾਈਫਸਟਾਈਲ ਨਾਲ ਸਾਡੀ ਨਾਲ ਬਹੁਤ ਬਦਲ ਰਿਹਾ ਹੈ। ਜਿਹੜਾ ਆਪਣਾ ਖਾਣਾ ਪੀਣਾ ਰਹਿਣਾ ਸਹਿਣਾ ਹੈਗਾ ਉਹਦੇ ਨਾਲ ਡਾਇਬੀਟੀਜ਼ ਬਹੁਤ ਵੱਧ ਰਹੀ ਹੈ। ਸੋ ਸਿੰਪਲ ਲੈਂਗੁਏਜ ਤਾਂ ਇਹ ਹੈਗੀ ਹੈ ਕਿ ਆਪਣੇ ਸਰੀਰ ਨੂੰ ਗਲੂਕੋਜ਼ ਪ੍ਰੋਸੈਸ ਕਰਨ ਦਾ ਤਰੀਕਾ ਨਹੀਂ ਠੀਕ ਰਹਿੰਦਾ। ਸੋ ਆਪਣੇ ਸਰੀਰ ਦਾ ਗਲੂਕੋਜ਼ ਲੈਵਲ ਬਹੁਤ ਵੱਧ ਜਾਂਦਾ। ਪਰ ਮੈਂ ਕਹਿਣਾ ਚਾਹਾਂਗੀ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਟਸ ਨਾਟ ਜਸਟ ਅ ਗਲੂਕੋਜ਼ ਪ੍ਰੋਬਲਮ, ਇਟਸ ਨਾਟ ਅ ਸ਼ੂਗਰ ਪ੍ਰੋਬਲਮ, ਇਟਸ ਅ cardiac problem, heart problem. It's more than heart. The whole body affect ਕਰਦੀ ਹੈ। Most of the people ਆਪਣੇ weight ਦੇ ਨਾਲ ਜ਼ਿਆਦਾ ਹੁੰਦਾ ਵੀ ਖਾਣਾ ਪੀਣਾ ਠੀਕ ਨਹੀਂਗਾ, ਸੌਣਾ ਠੀਕ ਨਹੀਂਗਾ, ਸਟ੍ਰੈਸ ਜ਼ਿਆਦਾ ਹੈ। ਉਹਨਾਂ ਗੱਲਾਂ ਨਾਲ ਤੁਹਾਡਾ ਪਹਿਲਾਂ ਤਾਂ ਵਜ਼ਨ ਵੱਧਦਾ ਹੈ। ਵਜ਼ਨ ਦੇ ਵਧਣ ਨਾਲ ਤੁਹਾਡੀ ਇੰਟਰਨਲ ਬਾਡੀ ਦਾ ਫੈਟ ਵੱਧਦਾ ਹੈ more than outside। ਜਿਹੜਾ ਤੁਸੀਂ ਦੇਖ ਸਕਦੇ ਹੋ ਉਹਦੇ ਨਾਲੋਂ ਜ਼ਿਆਦਾ ਵਿਸਰਲ ਫੈਟ ਵੱਧਦਾ ਹੈ। ਸੋ once that happens ਤੁਹਾਡੀ ਇਨਸੂਲਿਨ ਰੈਜ਼ਿਸਟੈਂਸ ਹੁੰਦੀ ਹੈ। ਤੁਹਾਡੀ ਬਾਡੀ ਇਨਸੂਲਿਨ ਚੰਗੀ ਤਰ੍ਹਾਂ ਪ੍ਰੋਸੈਸ ਨਹੀਂ ਕਰ ਪਾਉਂਦੀ। ਫਿਰ ਤੁਹਾਨੂੰ ਹੌਲੀ ਹੌਲੀ ਮੈਟਾਬੋਲਿਕ ਸਿੰਡਰੋਮ ਹੁੰਦਾ ਹੈ। ਮੈਟਾਬੋਲਿਕ ਸਿੰਡਰੋਮ ਹੁੰਦਾ ਹੈ ਜਦੋਂ ਤੁਹਾਡਾ ਬਲੱਡ ਪ੍ਰੈਸ਼ਰ ਵੀ ਜ਼ਿਆਦਾ ਹੈ, ਤੁਹਾਡਾ ਕੋਲੇਸਟ੍ਰੋਲ ਵੀ ਜ਼ਿਆਦਾ ਹੈ, ਤੁਹਾਡਾ ਵਜ਼ਨ ਵੀ ਜ਼ਿਆਦਾ ਹੈ, ਸ਼ੂਗਰ ਵੀ ਜ਼ਿਆਦਾ ਹੋ ਰਹੀ ਹੈ। ਸੋ 5 ਚੀਜ਼ਾਂ ਹੁੰਦੀਆਂ ਸੀ ਜਿਹਦੇ 'ਚ ਦੇਖਦੇ ਹਾਂ ਮੈਟਾਬੋਲਿਕ ਸਿੰਡਰੋਮ। ਸੋ ਬਹੁਤ ਲੋਕਾਂ ਨੂੰ ਮੈਟਾਬੋਲਿਕ ਸਿੰਡਰੋਮ ਹੁੰਦਾ ਤੇ ਉਹ ਹਾਲੇ ਡਾਇਬੀਟੀਜ਼ ਨਹੀਂ ਹੋਈ ਹੁੰਦੀ ਤੇ ਉਸੇ ਟਾਈਮ ਤੇ ਸਾਨੂੰ ਉਹਨੂੰ ਵੀ ਨੀਡ ਟੂ ਟੇਕ ਕੇਅਰ ਆਫ ਇਟ, ਰਾਈਟ? ਸੋ ਜਿੰਨਾ ਆਪਾਂ ਸੀਰੀਅਸਲੀ ਉਹਨੂੰ ਉਸ ਟਾਈਮ ਤੇ ਸੰਭਾਲਾਂਗੇ ਉਹ ਡਾਇਬੀਟੀਜ਼ ਤੇ ਪਹੁੰਚਣ ਤੋਂ ਬਚੇਗਾ। ਡਾਕਟਰ ਰੰਗੀ, ਮੈਟਾਬੋਲਿਕਸ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਇਹ ਸਿੰਡਰਮ, ਇਹਦੇ ਸਿੰਪਟਮ ਕੀ ਆ? ਆਪਾਂ ਨੂੰ ਕਦੋਂ ਪਤਾ ਲੱਗਦਾ ਵੀ ਆਪਾਂ ਇੰਬੈਲੈਂਸ ਦੇ ਵਿੱਚ ਖਾਸ ਕਰਕੇ ਮੈਟਾਬੋਲਿਕ ਤਰੀਕੇ ਦੇ ਨਾਲ ਚੱਲ ਰਹੇ ਹਾਂ? ਹਾਂਜੀ, ਸੋ ਇਸ ਦੇ ਸਿੰਪਟਮਸ ਨਹੀਂ ਹੁੰਦੇ। ਦੈਟਸ ਵਾਈ ਆਪਾਂ ਨੂੰ ਵੀ ਗੋਟ ਟੂ ਵਰਕ ਵਿਦ ਡਾਕਟਰਸ ਜਿਹੜੇ ਕਿ ਤੁਹਾਨੂੰ ਪਹਿਲਾਂ ਤੋਂ ਤੁਹਾਨੂੰ ਵਾਰਨ ਕਰਦੇ ਨੇ, ਤੁਹਾਨੂੰ ਸਮਝਾਉਣ ਸਾਰੀਆਂ ਗੱਲਾਂ, ਬਿਕਾਜ਼ ਸਿੰਪਟਮਸ ਤਾਂ ਡਾਇਬੀਟੀਜ਼ ਦੇ ਵੀ ਨਹੀਂ ਕੋਈ ਹੁੰਦੇਗੇ। ਜੋ ਤੁਹਾਡੀ ਐਡਵਾਂਸ ਡਾਇਬੀਟੀਜ਼ ਹੋ ਜਾਂਦੀ ਆ, ਜਿਹੜਾ ਕਿ ਫੁੱਲ ਸਪੈਕਟਰਮ ਆਈ ਟਾਕਡ ਅਬਾਊਟ, ਉਸ ਟਾਈਮ ਤੇ ਜਾ ਕੇ ਤੁਹਾਨੂੰ ਜ਼ਿਆਦਾ ਭੁੱਖ ਲੱਗਣੀ, ਜ਼ਿਆਦਾ ਬਾਥਰੂਮ ਜਾਣਾ, ਜ਼ਿਆਦਾ ਯੂਰੀਨੇਸ਼ਨ ਹੋਣੀ, ਜ਼ਿਆਦਾ ਜਾਂ ਵਜ਼ਨ ਵੀ ਲੂਜ਼ ਹੋ ਜਾਂਦਾ ਹੈ। ਸੋ ਇਫ ਯੂ ਆਰ ਵੇਟਿੰਗ ਫॉर ਦੋਸ ਸਿੰਪਟਮਸ, ਫਿਰ ਮਤਲਬ ਆਪਾਂ ਬਹੁਤ ਲੌਂਗ ਵੇਟ ਕਰ ਲਈ, ਰਾਈਟ? ਵੀ ਡੋਨਟ ਵਾਂਟ ਟੂ ਬੀ, ਇੰਗਲਿਸ਼ 'ਚ ਅਸੀਂ ਕਹਿੰਦੇ ਐਕਸੈਸਿਵ ਥਰਸਟ, ਐਕਸੈਸਿਵ ਹੰਗਰ ਐਂਡ ਐਕਸੈਸਿਵ ਯੂਰੀਨੇਸ਼ਨ। ਸੋ ਉਹ ਜਿਹੜੇ ਸਿੰਪਟਮ ਜਿਹੜੇ 3 ਹੁੰਦੇ ਨੇ ਨਾ, ਉਹ ਤਾਂ ਐਕਸਟ੍ਰੀਮਸ ਹੁੰਦੇ ਨੇ ਜਦੋਂ ਆਪਾਂ ਬਹੁਤ ਵੇਟ ਕਰ ਲਈ। ਉਹ ਤੋਂ ਪਹਿਲਾਂ ਕੋਈ ਸਿੰਪਟਮ ਨਹੀਂ ਹੋਣੇ। ਜੇ ਹੋ ਸਕਦਾ ਤੁਹਾਨੂੰ ਸਿਰਫ ਥਕਾਵਟ ਹੋਵੇ, ਹੋ ਸਕਦਾ ਤੁਹਾਨੂੰ ਵਜ਼ਨ ਖਾ ਕੇ ਸੁਸਤੀ ਪੈਣੀ। ਸੁਸਤੀ ਪੈਣੀ ਤਾਂ ਬਹੁਤ ਕਾਮਨ ਹੈ। ਹਾਂਜੀ, ਸੁਸਤੀ ਪੈਣੀ ਐਂਡ ਆਲ ਦੈਟ ਇਜ਼ ਇੰਟਰ ਰਿਲੇਟਡ। ਹਾਂਜੀ, ਸੋ ਆਪਾਂ ਨੇ ਸਿੰਪਟਮਸ ਹੋਣ ਤੋਂ ਪਹਿਲਾਂ ਆਪਾਂ ਨੇ ਸੰਭਾਲਣਾ ਹੈ। ਦੈਟਸ ਮਾਈ ਗੋਲ। ਜਿਹੜੀਆਂ ਡਾਇਬੀਟੀਜ਼ ਹੈ ਦੋ ਕਿਸਮ ਦੀ ਆ, ਇੱਕ ਹੈਗੀ ਟਾਈਪ 1 ਤੇ ਟਾਈਪ 2। ਟਾਈਪ 1 ਤਾਂ ਜਿਹੜੀ ਹੈਗੀ ਆ ਉਹਦੇ ਤਾਂ ਇਨਸੂਲਿਨ ਬਣਨੀ ਸ਼ੁਰੂ ਹੋ ਜਾਂਦੀ। ਉਹ ਬਿਲਕੁਲ ਡਿਫਰੈਂਟ ਬਿਮਾਰੀ ਆ। ਉਹ ਬਹੁਤ ਘੱਟ ਲੋਕਾਂ ਨੂੰ 10% ਜਿਹੜੇ ਡਾਇਬੀਟਿਕਸ ਨੂੰ ਹੁੰਦੀ। ਜਿਹੜੀ ਟਾਈਪ 2 ਆ ਇਹ ਬਹੁਤ ਕਾਮਨ ਬਿਮਾਰੀ ਆ। ਜਿਵੇਂ ਮੈਂ ਪਹਿਲਾਂ ਦੱਸਿਆ ਵੀ ਅਮਰੀਕਾ ਦੇ ਵਿੱਚ 12-13% ਨੂੰ ਹੈ, ਤੇ ਜਿਹੜੇ ਸਾਡੇ ਮੂਲ ਦੇ ਜਿਹੜੇ ਸਾਊਥ ਏਸ਼ੀਅਨ ਜਾਂ ਪੰਜਾਬੀ ਮੂਲ ਦੇ ਲੋਕਾਂ ਨੂੰ ਆਲਮੋਸਟ 24-25%, ਆਲਮੋਸਟ ਚੌਥੇ ਐਵਰੀ 4th ਪਰਸਨ ਨੂੰ ਐਟਲੀਸਟ ਮੈਟਾਬੋਲਿਕ ਸਿੰਡਰੋਮ ਹੈਗਾ, ਜੇ ਪੂਰੀ ਡਾਇਬੀਟੀਜ਼ ਨਹੀਂ ਹੋਈ। ਅੱਜਕੱਲ ਜਦੋਂ ਵੀ ਹੁਣ ਟੈਸਟ ਹੁੰਦੇ ਆ, ਇੱਕ ਤਾਂ ਬਲੱਡ ਸ਼ੂਗਰ ਦਾ ਹੁੰਦਾ ਵੀ ਹਾਂ ਜੀ ਕਿੰਨੀ ਆਈ ਆ, ਇੱਕ A1C ਆ। ਸੋ ਕਿੱਦਾਂ ਇਹ ਹੈਲਪਫੁਲ ਨੇ ਜਾਂ ਇਹਨੂੰ ਕਿੱਦਾਂ ਆਪਾਂ ਰੀਡ ਕਰਨਾ ਆ ਐਜ਼ ਜਦੋਂ ਆਪਾਂ ਡਾਕਟਰ ਦੇ ਕੋਲ ਜਾਂਦੇ ਆ? ਸੋ ਹਾਊ ਡਜ਼ ਦੈਟ ਹੈਲਪ ਅਸ ਆਪਣੇ ਲਾਈਫ ਸਟਾਈਲ ਦੇ ਵਿੱਚ? ਹਾਂਜੀ, ਸੋ ਦ ਕੁਐਸਚਨ ਇਜ਼ ਵੀ A1C ਕਿਹਦੀ ਹੋਣੀ ਚਾਹੀਦੀ ਆ? ਕਿਹਦੀ ਬਿਕਾਜ਼ ਬਲੱਡ ਸ਼ੂਗਰ ਜਿਹੜੀ ਹੈਗੀ ਹੈ ਨਾ, ਮੇਨ ਟੈਸਟ ਉਹ ਤੇ ਤੁਹਾਡੇ ਸਕਰੀਨਿੰਗ 'ਚ ਹੁੰਦਾ ਹੈ ਐਜ਼ ਅ ਹੈਲਥ ਚੈੱਕਅਪ ਵਨਸ ਅ ਈਅਰ। ਪਰ A1C ਸਭ ਦਾ ਨਹੀਂ ਹੁੰਦਾ। A1C ਹੋਣਾ ਚਾਹੀਦਾ ਹੈ ਜੇ ਤੁਹਾਡੀ ਫੈਮਿਲੀ ਹਿਸਟਰੀ ਆਫ ਡਾਇਬੀਟੀਜ਼ ਹੈ, ਜੇ ਤੁਹਾਨੂੰ ਆਪਦੇ ਨੂੰ ਪ੍ਰੀ ਡਾਇਬੀਟੀਜ਼ ਹੈਗੀ ਹੈ ਜਾਂ ਡਾਇਬੀਟੀਜ਼ ਹੈਗੀ ਆ, ਐਂਡ ਇਫ ਯੂ ਆਰ ਐਟ ਹਾਈ ਰਿਸਕ ਫॉर ਡਾਇਬੀਟੀਜ਼। ਹਾਂਜੀ, ਤੇ A1C ਚੇਂਜ ਹੁੰਦਾ ਹੈ ਐਵਰੀ 3 months। ਸੋ ਜੇ ਤਾਂ ਤੁਹਾਨੂੰ ਡਾਇਬੀਟੀਜ਼ ਹੈ, ਤੁਹਾਡਾ A1C ਟੈਸਟ ਐਵਰੀ 3 months ਹੋਣਾ ਹੀ ਚਾਹੀਦਾ। ਬਿਲਕੁਲ। ਫਿਰ ਆਪਾਂ ਗੱਲ ਕਰਾਂਗੇ ਕਿੰਨਾ ਹੋਣਾ ਚਾਹੀਦਾ, ਪਰ ਤੁਹਾਡਾ ਟੈਸਟ ਹੋਣਾ ਚਾਹੀਦਾ। ਓਕੇ, ਜੇ ਤੁਹਾਨੂੰ ਡਾਇਬੀਟੀਜ਼ ਹੈਗੀ ਹੈ, ਜੇ ਤੁਹਾਨੂੰ ਪ੍ਰੀ ਡਾਇਬੀਟੀਜ਼ ਹੈ ਤਾਂ ਵੀ ਤੁਹਾਨੂੰ 3 ਤੋਂ 6 ਮਹੀਨੇ ਤੱਕ ਤੁਹਾਡੇ ਟੈਸਟ ਹੋਣੇ ਚਾਹੀਦੇ ਆ, ਸੋ ਦੈਟ ਯੂ ਕੈਨ ਮੋਨੀਟਰ ਵੀ ਵੱਧ ਤਾਂ ਨਹੀਂ ਰਿਹਾ ਤੇ ਇਹ ਆਪਾਂ ਡਾਇਬੀਟੀਜ਼ ਤਰਫ ਤਾਂ ਨਹੀਂ ਜਾ ਰਹੇ। ਮੇਰੀ ਫਿਲਾਸਫੀ ਹੈ ਕਿ ਲੋਕੀ ਘੱਟ ਤੋਂ ਘੱਟ ਦਵਾਈਆਂ ਤੇ ਹੋਣ, ਰਾਈਟ? ਸੋ ਮੇਰਾ ਨਿਊ ਜਿਹੜਾ ਬਿਜ਼ਨਸ ਹੈ ਉਹਦਾ ਨਾਮ ਹੈਗਾ ਲੋਅਰ ਦ ਡੋਜ਼ ਆਫ ਸਟ੍ਰੈਸ, ਸ਼ੂਗਰ ਐਂਡ ਹਾਰਮੋਨਸ ਐਂਡ ਰੇਜ਼ ਐਨਰਜੀ, ਵਾਈਟੈਲਿਟੀ ਐਂਡ ਲੌਂਜੇਵਿਟੀ। ਠੀਕ ਹੈ ਜੀ। ਸੋ ਉਹਦੇ 'ਚ ਇਹ ਹੈ ਕਿ ਘੱਟ ਤੋਂ ਘੱਟ ਦਵਾਈਆਂ ਲੈਣੀਆਂ ਪੈਣ ਤੇ ਜਿਹੜੀ ਦਵਾਈ ਲੈਣੀ ਵੀ ਹੈ ਉਹਦੀ ਘੱਟ ਤੋਂ ਘੱਟ ਡੋਜ਼ ਲੈਣੀ ਪਵੇ। ਵਾਟਸ ਦ ਰੀਜ਼ਨ ਹਾਰਮੋਨਸ ਆਰ ਆਲ ਓਵਰ ਦ ਪਲੇਸ? ਕਿਉਂ ਆਪਣਾ ਇਹ ਇਸ ਟਾਈਮ ਇਦਾਂ ਦੀ ਆਪਾਂ ਸਥਿਤੀ ਦੇ ਵਿੱਚ ਪਹੁੰਚੇ ਆ ਵੀ ਚਾਹੇ ਉਹ ਬੰਦਾ ਆ, ਚਾਹੇ ਉਹ ਬੁੜੀ ਆ, ਨਿਆਣੇ ਆ, ਸਿਆਣੇ ਆ, ਸਾਰਿਆਂ ਦੇ ਹਾਰਮੋਨ ਦੇ ਆਰ ਨਾਟ ਬੈਲੈਂਸਡ ਐਨੀਮੋਰ। ਖਾਣਾ ਪੀਣਾ
there's a lot of environmental factors that are influence our ਜਿਵੇਂ ਡਾਕਟਰ ਸਾਹਿਬ ਨੇ simplify ਕੀਤਾ ਸੀ I think he can do it for me again but ਤੁਹਾਡੇ ਜਿਹੜੇ hormones ਨੇ ਨਾ ਉਹਨਾਂ ਨੂੰ receptor ਤੇ ਕੰਮ ਕਰਨਾ ਹੁੰਦਾ ਹੈ and those receptors have to open the door to get the hormones inside the cell and then the cell works so ਉਹ ਚੀਜ਼ਾਂ ਸਾਰੀਆਂ ਨਾ plastics ਨਾਲ ਤੁਹਾਡੇ environment ਨਾਲ ਤੁਹਾਡੇ ਖਾਣ ਪੀਣ ਨਾਲ ਤੁਹਾਡੀ ਹਰ ਇੱਕ ਚੀਜ਼ ਨਾਲ ਤੁਹਾਡੀਆਂ ਉਹ ਚੀਜ਼ਾਂ ਨੂੰ ਉਹ modify ਕਰ ਦਿੰਦਾ ਹੈ ਤੇ ਤੁਹਾਡੇ ਹਾਰਮੋਨ ਆਮ ਤਰ੍ਹਾਂ ਨਹੀਂ ਕੰਮ ਕਰਦੇ ਸੋ ਦਿਸ ਇਜ਼ ਅ ਬਿਗ ਡਿਫਰੈਂਸ ਬਿਟਵੀਨ ਪਹਿਲਾਂ ਤੇ ਹੁਣ ਜਿਹੜੀ ਇਹ ਫੂਡ ਦੀ ਗੱਲ ਕਰ ਰਹੇ ਆ ਨਾ ਉਹਦੇ 'ਚ ਇੱਕ ਚੀਜ਼ ਬੜੀ ਜ਼ਰੂਰੀ ਅੱਜ ਕੱਲ ਖਾਸ ਕਰਕੇ ਜਿਹੜਾ ਆਪਾਂ ਦੁੱਧ ਪੀਂਦੇ ਆ ਜਿਹੜੀਆਂ ਗਾਵਾਂ ਦਾ ਦੁੱਧ ਆ ਉਹਨਾਂ ਨੂੰ ਟੀਕੇ ਲੱਗਦੇ ਨੇ ਵੀ ਉਹਨਾਂ ਦਾ ਦੁੱਧ ਵੱਧ ਜੇ ਇਨਸੂਲਿਨ ਦੇ ਟੀਕੇ ਜਾਂ ਹਾਰਮੋਨਸ ਦੇ ਟੀਕੇ ਉਹ ਫਿਰ ਦੁੱਧ ਵਿੱਚ ਵੀ ਆ ਜਾਂਦੇ ਨੇ ਪਰ ਜਦੋਂ ਸਾਡੀ ਬਾਡੀ 'ਚ ਜਾਂਦੇ ਨੇ ਉਹਦਾ ਤਾਂ ਨੈਚੁਰਲੀ ਅਸਰ ਮਾੜਾ ਹੋਣਾ ਸੋ ਕੋਸ਼ਿਸ਼ ਤਾਂ ਜਿੰਨਾ ਅਸੀਂ ਆਰਗੈਨਿਕ ਹੋ ਸਕਦੇ ਹਾਂ ਹੋਣਾ ਚਾਹੀਦਾ ਹੁਣ ਜਦੋਂ ਆਪਾਂ ਸਟ੍ਰੈਸ ਦੀ ਗੱਲ ਕਰਦੇ ਹਾਂ ਤੁਸੀਂ ਕਾਰਟੀਜ਼ੋਲ ਦੀ ਜਿਹੜੀ ਉਹ ਗੱਲ ਕੀਤੀ ਸੀ ਸੋ ਉਸੇ ਨੂੰ ਹੀ ਆਪਾਂ ਮੈਨੇਜ ਜਿਹੜਾ ਉਹ ਜ਼ਿਆਦਾ ਕਰਨਾ ਆ ਕੀ ਆਪਣੀ ਕਮਿਊਨਿਟੀ ਦੇ ਵਿੱਚ ਕਾਰਟੀਜ਼ੋਲ ਇਜ਼ ਦਾ ਮੇਨ ਰੀਜ਼ਨ ਡਾਇਬੀਟੀਜ਼ ਦੇ ਲਈ ਜਾਂ ਕੋਈ ਹੋਰ ਵੀ ਨਾਲ ਪੰਜਾਬੀ ਰੇਡੀਓ USA ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ ਮੈਂ ਰਾਜਕਰਨਵੀਰ ਸਿੰਘ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਗੱਲਬਾਤ ਕਰਾਂਗੇ ਡਾਇਬੀਟੀਜ਼ ਨੂੰ ਲੈ ਕੇ ਸਭ ਨੂੰ ਹੀ ਪਤਾ ਆ ਵੀ ਇਹ ਇੱਕ ਐਸੀ ਬਿਮਾਰੀ ਜਿਹਨੇ ਦੁਨੀਆ ਦੇ ਵਿੱਚ ਬਹੁਤ ਸਾਰੀ ਜਿਹੜੀ ਪਾਪੂਲੇਸ਼ਨ ਆ ਉਸ ਦੇ ਉੱਤੇ ਅਟੈਕ ਕੀਤਾ ਹੋਇਆ ਆ ਕੁਛ ਆਪਣੀਆਂ ਪ੍ਰੋਬਲਮਸ ਨੇ ਕੁਛ ਜੈਨੇਟਿਕਸ ਨੇ ਬਹੁਤ ਕੁਛ ਜਿਹੜਾ ਇਸ ਦੇ ਵਿੱਚ ਨਾਲ ਆ ਆਪਣੇ ਨਾਲ ਬਹੁਤ ਹੀ ਦੋ ਜਿਹੜੇ ਆ ਐਕਸਪੀਰੀਅੰਸਡ ਡਾਕਟਰਸ ਉਹ ਇਸ ਟਾਈਮ ਜੁੜ ਚੁੱਕੇ ਆ ਅਤੇ ਆਪਾਂ ਇਸ ਜਿਹੜੀ ਬਿਮਾਰੀ ਆ ਉਸ ਦੇ ਬਾਰੇ ਗੱਲਬਾਤ ਕਰਾਂਗੇ ਕੀ ਇਹ ਚੀਜ਼ ਆ ਇਸ ਦੇ ਕੀ ਅੱਗੇ ਇਲਾਜ ਆ ਕੀ ਆ ਫਿਊਚਰ ਅਤੇ ਕਿੱਦਾਂ ਆਪਾਂ ਇਸ ਦੀ ਰੋਕਥਾਮ ਕਰ ਸਕਦੇ ਹਾਂ ਜੁੜ ਚੁੱਕੇ ਨੇ ਆਪਣੇ ਨਾਲ ਡਾਕਟਰ ਜਸਬੀਰ ਸਿੰਘ ਕੰਗ ਜੀ ਡਾਕਟਰ ਕੰਗ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਅਤੇ ਆਪਣੇ ਨਾਲ ਐਕਸਪਰਟ ਨੇ ਜਿਹੜੇ ਡਾਇਬਟੀਜ਼ ਨੂੰ ਪ੍ਰੀਵੈਂਟ ਕਰਨ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ ਇਹਨਾਂ ਨੇ ਬੁੱਕਸ ਵੀ ਲਿਖੀਆਂ ਆ ਇਹ ਇੱਕ ਸਪੈਸ਼ਲਾਈਜ਼ਡ ਜਿਹੜੀ ਇਸ ਦੀ ਪ੍ਰੀਵੈਂਸ਼ਨ ਦੇ ਲਈ ਡਾਇਬਟੀਜ਼ ਦੇ ਲਈ ਕੰਮ ਕਰਦੇ ਨੇ ਡਾਕਟਰ ਜੈਵੰਤ ਕੌਰ ਰੰਗੀ ਜੀ ਉਹ ਆਪਣੇ ਨਾਲ ਜੁੜੇ ਨੇ ਡਾਕਟਰ ਰੰਗੀ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਡਾਕਟਰ ਕੰਗ ਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ ਯੂਨੀਵਰਸਿਟੀ ਦੇ ਵਿੱਚ ਪਿਛਲੇ ਲੰਮੇ ਅਰਸੇ ਤੋਂ ਇਹ ਜਿਹੜੇ ਮੈਡੀਕਲ ਜਿਹੜੇ ਕੰਮ ਕਰਦੇ ਨੇ ਮਰੀਜ਼ ਵੀ ਜਾਣਦੇ ਨੇ ਵੈਸੇ ਵੀ ਕਮਿਊਨਿਟੀ ਦੇ ਇਹ ਮੰਨੇ ਪ੍ਰਮੰਨੇ ਕਹਿ ਸਕਦੇ ਆ ਵੀ ਮੋਤਬਰ ਬੰਦੇ ਨੇ ਇਹਨਾਂ ਨੇ ਉੱਥੇ ਮਿਊਜ਼ੀਅਮ ਦਾ ਵੀ ਕੰਮ ਕੀਤਾ ਆ ਮੈਂ ਡਾਕਟਰ ਕੰਗ ਨੂੰ ਕਹੂੰਗਾ ਡਾਕਟਰ ਕੰਗ ਥੋੜ੍ਹਾ ਜਿਹਾ ਡਾਕਟਰ ਰੰਗੀ ਦੇ ਬਾਰੇ ਸਾਨੂੰ ਜਿਹੜਾ ਉਹ ਦੱਸੋ ਅਤੇ ਫਿਰ ਆਪਾਂ ਇਹ ਇੱਕ ਜਿਹੜਾ ਸਿੰਪੋਜ਼ੀਅਮ ਕੀਤਾ ਜਾ ਰਿਹਾ ਹੈ ਡਾਇਬਟੀਜ਼ ਦੇ ਉੱਤੇ ਫਿਰ ਉਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਥੈਂਕ ਯੂ ਰਾਜ ਪ੍ਰੋਗਰਾਮ ਦੇਖਣ ਵਾਲੇ ਸਾਰੇ ਸਰੋਤਿਆਂ ਬਹੁਤ ਧੰਨਵਾਦ ਕਿ ਉਹ ਸਮਾਂ ਕੱਢ ਕੇ ਗੱਲਬਾਤ ਸੁਣ ਰਹੇ ਨੇ ਜਿਹੜੀ ਅੱਜ ਦੀ ਗੱਲਬਾਤ ਹੈ ਉਹਨਾਂ ਦੇ ਲਈ ਬਹੁਤ ਲਾਹੇਵੰਦ ਅਤੇ ਫਾਇਦੇ ਵਾਲੀ ਹੋਏਗੀ ਵਜ੍ਹਾ ਇਸ ਦੀ ਇਹ ਹੈਗੀ ਆ ਵੀ ਤਕਰੀਬਨ ਆਪਣੀ ਕਮਿਊਨਿਟੀ 'ਚ ਹਰ ਤੀਜਾ ਜਾਂ ਚੌਥਾ ਬੰਦਾ ਜਿਹੜਾ ਹੈਗਾ ਮਤਲਬ ਐਵਰੀ ਥਰਡ ਔਰ ਫੋਰਥ ਪਰਸਨ ਨੂੰ ਡਾਇਬਟੀਜ਼ ਦੀ ਬਿਮਾਰੀ ਕਿਸੇ ਨਾ ਕਿਸੇ ਲੈਵਲ 'ਤੇ ਹੈਗੀ ਹੈ ਜਿਹੜੀ ਡਾਇਬਟੀਜ਼ ਉਹ ਇੱਕ ਬਿਮਾਰੀ ਨਹੀਂ ਇਹਦੇ ਬਾਰੇ ਗੱਲ ਬਾਅਦ 'ਚ ਕਰਾਂਗੇ ਸਾਡੇ ਲਈ ਸਾਡੀ ਆਪਣੀ ਕਮਿਊਨਿਟੀ ਵਿੱਚੋਂ ਇੱਕ ਬਹੁਤ ਹੀ ਪਿਛਲੇ ਬਹੁਤ ਸਾਲਾਂ ਤੋਂ ਇਸ ਬਿਮਾਰੀ ਦਾ ਇਲਾਜ ਕਰਦੇ ਨੇ ਉਹ ਐਂਡੋਕ੍ਰਾਨੋਲੋਜਿਸਟ ਨੇ ਯਾਨੀ ਕਿ ਉਹ ਹਾਰਮੋਨਸ ਅਤੇ ਡਾਇਬਟੀਜ਼ ਦੀਆਂ ਬਿਮਾਰੀਆਂ ਦੇ ਸਪੈਸ਼ਲਿਸਟ ਨੇ ਉਹਨਾਂ ਨੇ ਇਸ ਦੇ ਵਿੱਚ ਮਤਲਬ ਇੱਕ ਆਮ ਡਾਕਟਰ ਨਾਲੋਂ ਐਕਸਟਰਾ ਪੜ੍ਹਾਈ ਕੀਤੀ ਆ ਇਹ ਚੀਜ਼ਾਂ ਦਾ ਇਲਾਜ ਕਰਨ ਲਈ ਜਿਹੜੀ ਆਪਣੀ ਇੱਥੇ ਦੀ ਯੂਨੀਵਰਸਿਟੀ ਆ UC ਡੇਵਿਸ ਬੜੀ ਮਸ਼ਹੂਰ ਯੂਨੀਵਰਸਿਟੀ ਹੈਗੀ ਕੈਲੀਫੋਰਨੀਆ 'ਚ ਇਹ ਉੱਥੇ ਪੜ੍ਹਾਉਂਦੇ ਵੀ ਰਹੇ ਨੇ ਬੜੇ ਸਾਲ ਅਤੇ ਉਸ ਤੋਂ ਬਾਅਦ ਇਹ ਪ੍ਰਾਈਵੇਟ ਪ੍ਰੈਕਟਿਸ ਕਰਦੇ ਰਹੇ ਨੇ ਅਤੇ ਹੁਣ ਇਹ ਜੋ ਇਹਨਾਂ ਨੇ ਆਪਣੀ ਪ੍ਰੈਕਟਿਸ ਦੇ ਵਿੱਚ ਇੱਕ ਨਵੀਂ ਤਬਦੀਲੀ ਲਿਆਂਦੀ ਆ ਉਹਦੀ ਵਜ੍ਹਾ ਇਹ ਹੈਗੀ ਆ ਵੀ ਅੱਜ ਕੱਲ੍ਹ ਜਿਹੜੇ ਡਾਕਟਰਾਂ ਕੋਲੇ ਜਦੋਂ ਤੁਸੀਂ ਜਾਂਦੇ ਹੋ ਉਹਨਾਂ ਕੋਲੇ 10 ਜਾਂ 15 ਮਿੰਟ ਹੁੰਦੇ ਤੁਹਾਨੂੰ ਦੇਖਣ ਲਈ ਕਈ ਵਾਰੀ ਤਾਂ 10-15 ਵੀ ਨਹੀਂ ਹੁੰਦੇ ਉਹ ਜਲਦੀ ਤੁਹਾਨੂੰ ਦਵਾਈਆਂ ਦੇ ਪਰਚੀ ਲਿਖ ਕੇ ਦੇ ਦਿੰਦੇ ਕਿਉਂਕਿ ਉਹ ਡਾਕਟਰਾਂ ਦਾ ਕਸੂਰ ਨਹੀਂ ਆ ਹੈਲਥ ਸਿਸਟਮ ਇੱਦਾਂ ਦਾ ਬਣ ਗਿਆ ਸੋ ਜੈਵੰਤ ਇੱਕ ਨਵੇਂ ਕਿਸਮ ਦੀ ਜਿਹੜੀ ਸੋਚ ਲਿਆ ਰਹੇ ਨੇ ਮੈਡੀਕਲ ਫੀਲਡ ਦੇ ਵਿੱਚ ਵੀ ਜਿਹਦੇ ਨਾਲ ਮਰੀਜ਼ਾਂ ਦੇ ਨਾਲ ਜ਼ਿਆਦਾ ਸਮਾਂ ਕੱਢ ਕੇ ਉਹਨਾਂ ਦੀ ਲਾਈਫ ਨੂੰ ਵਧੀਆ ਕਿੱਦਾਂ ਬਣਾਇਆ ਜਾ ਸਕਦਾ ਇਕੱਲੀ ਬਿਮਾਰੀ ਦਾ ਇਲਾਜ ਨਹੀਂ ਉਹਨਾਂ ਦੀ ਸੋਚ ਵੀ ਬਦਲੀ ਜਾਵੇ ਸੋ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਸਾਡੀ ਕਮਿਊਨਿਟੀ ਦੇ ਵਿੱਚ ਇੱਥੇ ਸੈਕਰਾਮੈਂਟੋ ਏਰੀਆ ਵਿੱਚ ਪ੍ਰੈਕਟਿਸ ਕਰਦੇ ਨੇ ਅਤੇ ਬਾਕੀ ਵੀ ਜਿਹੜੇ ਕਮਿਊਨਿਟੀ ਦੇ ਹੋਰ ਕੰਮ ਆ ਉਹਨਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਾਂ ਅਤੇ ਉਸ ਤੋਂ ਵੀ ਜ਼ਿਆਦਾ ਇਹਨਾਂ ਦੀ ਜਿਹੜੀ ਪੈਸ਼ਨ ਹੈਗੀ ਆ ਉਹ ਇਹ ਹੈਗੀ ਆ ਵੀ ਲੋਕਾਂ ਨੂੰ ਐਜੂਕੇਟ ਕਰਨਾ
ਜਿਹੜੀ ਐਜੂਕੇਸ਼ਨ ਦੇ ਨਾਲ ਬਹੁਤ ਚੀਜ਼ਾਂ ਨੂੰ ਰੋਕਿਆ ਜਾ ਸਕਦਾ। ਸੋ ਜੈਵੰਤ ਬਾਰੇ ਹੋਰ ਵੀ ਮੈਂ ਬੜਾ ਕੁਝ ਤੁਹਾਨੂੰ ਦੱਸ ਸਕਦਾ, ਪਰ ਸਮੇਂ ਦੀ ਮੇਰੇ ਖਿਆਲ ਪ੍ਰੋਫੈਸ਼ਨਲੀ ਇਹਨਾਂ ਦੀ ਜੋ ਫੀਲਡ ਆ ਉਹਦੇ ਵਿੱਚ ਇਹ ਆਪਣੇ ਅਮਰੀਕਾ ਦੇ ਜਿਹੜੇ ਮੰਨੇ ਪ੍ਰਮੰਨੇ ਇਸ ਫੀਲਡ ਦੇ ਡਾਕਟਰ ਉਹਨਾਂ 'ਚੋਂ ਇੱਕ ਨੇ ਜੀ। ਸੋ ਅਸੀਂ ਵੈਲਕਮ ਕਰਦੇ ਹਾਂ ਡਾਕਟਰ ਰੰਗੀ ਹੁਣਾਂ ਦਾ ਇਸ ਸ਼ੋਅ ਦੇ ਉੱਤੇ। ਸੋ ਡਾਕਟਰ ਰੰਗੀ, ਲੈਟ ਸਟਾਰਟ। ਜਿਹੜਾ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਸਿੰਪੋਜ਼ੀਅਮ ਤੁਸੀਂ ਜਿਹੜਾ ਕਰਨਾ ਆ, ਤੁਸੀਂ ਇਹ ਕਰ ਰਹੇ ਆ ਡਾਇਬਟੀਜ਼ ਨੂੰ ਜਿਹੜਾ ਉਹ ਲੈ ਕੇ। ਆਪਾਂ ਫਸਟ ਲੈਟਸ ਗੈਟ ਥਰੂ ਦੈਟ ਡੀਟੇਲ ਐਜ਼ ਵੈਲ, ਵੀ ਕਦੋਂ ਆ, ਕਿੱਥੇ ਆ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਡਾਇਬਟੀਜ਼ ਨੂੰ ਲੈ ਕੇ ਫਿਰ ਥੋੜ੍ਹੀ ਹੋਰ ਡੀਪਲੀ ਜਿਹੜੀ ਇਸ ਦੇ ਵਿੱਚ ਗੱਲਬਾਤ ਕਰਦੇ ਹਾਂ। ਹਾਂਜੀ, ਥੈਂਕ ਯੂ। ਡਾਇਬੀਟੀਜ਼ ਸਿੰਪੋਜ਼ੀਅਮ ਜਿਹੜਾ ਅਸੀਂ ਕਰ ਰਹੇ ਹਾਂ ਇਹ ਰੌਕਲੈਂਡ 'ਚ ਹੈ। ਇਟਸ ਔਨ ਵਰਲਡ ਡਾਇਬੀਟੀਜ਼ ਡੇ ਵਿਚ ਇਜ਼ November 14th, ਫਰਾਈਡੇ ਦਾ ਦਿਨ ਹੈ। ਅਸੀਂ ਸੁਬਾਹ ਦੇ ਟਾਈਮ 9 ਤੋਂ 2 ਵਜੇ ਤੱਕ ਪੇਸ਼ੈਂਟਸ ਨੂੰ ਐਜੂਕੇਟ ਕਰ ਰਹੇ ਹਾਂ ਫॉर free. They also get free breakfast and free lunch, and they get a chance to network with each other. ਤੇ ਆਪਸ 'ਚ ਮਿਲ ਸਕਦੇ ਨੇ, ਬਿਕਾਜ਼ ਮੈਂ ਕੀ ਦੇਖਿਆ ਕਿ ਬਹੁਤ ਲੋਕੀ ਨੇ ਜਿਹੜੇ ਕਿ ਨਾ ਡਾਇਬੀਟੀਜ਼ ਦੇ there is a term called diabetes distress. ਲੋਕੀ ਬਹੁਤ ਲੋਨਲੀ ਫੀਲ ਕਰਦੇ ਨੇ, they feel very ਉਹਨਾਂ ਨੂੰ ਸਾਥ ਨਹੀਂ ਮਿਲਦਾ, ਉਹਨਾਂ ਨੂੰ ਕੋਈ ਗੱਲ ਕਰਨ ਵਾਲਾ ਸਮਝਾਉਣ ਵਾਲਾ ਨਹੀਂ ਮਿਲਦਾ। ਸੋ ਮੇਰਾ ਗੋਲ ਹੈਗਾ ਕਿ ਟੂ ਕ੍ਰੀਏਟ ਅ ਡਾਇਬੀਟੀਜ਼ ਕਮਿਊਨਿਟੀ। ਸੋ ਉਹਦੇ 'ਚ ਨਾ ਲੋਕੀ ਇੱਕ ਦੂਜੇ ਤੋਂ ਐਨਰਜੀ ਲੈਣ, ਇੱਕ ਦੂਜੇ ਤੋਂ ਲਰਨ ਕਰਨ, ਇੱਕ ਦੂਜੇ ਨਾਲ ਸਪੋਰਟ ਲੱਭਣ ਆਪਦਾ, ਰਾਈਟ। ਸੋ ਜੋ November 14th ਦਾ ਦਿਨ ਹੈ ਉਹ ਰੌਕਲੈਂਡ ਕੈਲੀਫੋਰਨੀਆ ਐਟ ਦ ਸ਼ੈਲੇ ਇਵੈਂਟ ਸੈਂਟਰ ਹੈਗਾ, ਬਿਲਕੁਲ ਹਾਈਵੇ 80 ਉੱਪਰ, ਐਂਡ ਇਟਸ ਵੈਰੀ ਈਜ਼ੀ ਟੂ ਐਕਸੈਸ। ਸੁਬਾਹ 9 ਵਜੇ ਤੋਂ 2 ਵਜੇ ਤੱਕ ਫ੍ਰੀ ਐਜੂਕੇਸ਼ਨ ਅਬਾਊਟ ਡਾਇਬੀਟੀਜ਼। ਜੀ। ਸੋ ਡਾਕਟਰ ਰੰਗੀ, ਲੈਟਸ ਸਟਾਰਟ ਬੇਸਿਕਸ ਦੇ ਵਿੱਚ। ਜਦੋਂ ਆਪਾਂ ਡਾਇਬਟੀਜ਼ ਕਹਿੰਦੇ ਆ, ਕੀ ਚੀਜ਼ ਆ ਡਾਇਬਟੀਜ਼? ਵੈਨ ਇਜ਼ ਸਮਬਡੀ ਡਾਇਬੈਟਿਕ? ਹਾਂਜੀ, ਡਾਇਬਟੀਜ਼ ਨਾ ਹੁਣ ਬਹੁਤ ਕਾਮਨ ਹੋ ਰਹੀ ਹੈ। ਜੋ ਪਹਿਲੇ ਅਸੀਂ ਦੇਖਦੇ ਸੀ ਡਾਇਬਟੀਜ਼ ਉਹ ਬਹੁਤ ਡਿਫਰੈਂਟ ਸੀ। ਹੁਣ ਡਾਇਬਟੀਜ਼ ਇਜ਼ ਮੇਨਲੀ ਬਿਕਾਜ਼ ਆਫ ਲਾਈਫ ਸਟਾਈਲ ਨਾਲ ਸਾਡੀ ਨਾਲ ਬਹੁਤ ਬਦਲ ਰਿਹਾ ਹੈ। ਜਿਹੜਾ ਆਪਣਾ ਖਾਣਾ ਪੀਣਾ, ਰਹਿਣਾ ਸਹਿਣਾ ਹੈਗਾ, ਉਹਦੇ ਨਾਲ ਡਾਇਬਟੀਜ਼ ਬਹੁਤ ਵੱਧ ਰਹੀ ਹੈ। ਸੋ ਸਿੰਪਲ ਲੈਂਗੁਏਜ ਤਾਂ ਇਹ ਹੈਗੀ ਹੈ ਕਿ ਆਪਣੇ ਸਰੀਰ ਨੂੰ ਗਲੂਕੋਜ਼ ਪ੍ਰੋਸੈਸ ਕਰਨ ਦਾ ਤਰੀਕਾ ਨਹੀਂ ਠੀਕ ਰਹਿੰਦਾ, ਸੋ ਆਪਣੇ ਸਰੀਰ ਦਾ ਗਲੂਕੋਜ਼ ਲੈਵਲ ਬਹੁਤ ਵੱਧ ਜਾਂਦਾ ਹੈ। ਪਰ ਮੈਂ ਕਹਿਣਾ ਚਾਹਾਂਗੀ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਟਸ ਨਾਟ ਜਸਟ ਅ ਗਲੂਕੋਜ਼ ਪ੍ਰੋਬਲਮ, ਇਟਸ ਨਾਟ ਅ ਸ਼ੂਗਰ ਪ੍ਰੋਬਲਮ, ਇਟਸ ਅ cardiac problem, heart problem. It's more than heart. The whole body affect ਕਰਦੀ ਆ। ਸੋ ਲੋਕਾਂ ਨੂੰ ਸਿਰਫ ਇਹ ਨਹੀਂ ਸੋਚਣਾ ਚਾਹੀਦਾ ਚਲੋ ਥੋੜੀ ਜਿਹੀ ਸ਼ੂਗਰ ਵਧੀ ਹੋਈ ਆ ਜਾਂ ਥੋੜਾ ਜਿਹਾ ਬਲੱਡ ਸ਼ੂਗਰ ਵੱਧ ਗਿਆ ਹੈਗਾ, ਬਿਕਾਜ਼ ਉਹ ਜਦ ਤੱਕ ਤੁਸੀਂ ਉਹਨੂੰ ਓਵਰਲੁੱਕ ਕਰੀ ਜਾਓਗੇ ਉਦੋਂ ਤੱਕ you are too late because it's already hurt your heart. ਹਾਂਜੀ, ਸੋ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਕਿ ਜੋ ਪ੍ਰੀ ਡਾਇਬੀਟੀਜ਼ ਹੁੰਦੀ ਆ, ਜਿਹੜੇ ਕਿ ਅਬਾਊਟ 15% ਆਫ ਦੋਜ਼ ਕੈਨ ਟਰਨ ਇਨਟੂ ਡਾਇਬੀਟੀਜ਼, ਤੇ ਕਾਫੀ ਉਹ ਬੈਟਰ ਵੀ ਹੋ ਜਾਂਦੇ ਨੇ ਆਪਣੇ ਆਪ ਇਫ ਦੇ ਚੇਂਜ ਦੇਅਰ ਲਾਈਫ ਸਟਾਈਲ। ਉਦੋਂ ਕੰਮ ਕਰਨ ਦੀ ਜ਼ਰੂਰਤ ਹੈ, ਬਿਕਾਜ਼ ਬਾਏ ਦ ਟਾਈਮ ਤੁਹਾਡੀ ਡਾਇਬੀਟੀਜ਼ ਹੁੰਦੀ ਆ ਉਹ ਤਾਂ ਇਟਸ ਆਲਰੇਡੀ ਐਡਵਾਂਸਡ, ਐਂਡ ਦੈਨ ਇਫ ਯੂ ਆਰ ਸਟਿਲ ਕਲੋਜ਼ਿੰਗ ਯੂਰ ਆਈਜ਼ ਐਂਡ ਨਾਟ ਟੇਕਿੰਗ ਕੇਅਰ ਆਫ ਯੋਰਸੈਲਫ, ਤਾਂ ਤੁਸੀਂ ਹੋਰ ਵੀ ਰਿਸਕ ਲੈ ਰਹੇ ਹੋ, ਬਿਕਾਜ਼ ਫਿਰ ਤੁਹਾਡੇ ਹਾਰਟ ਅਟੈਕ ਦੇ ਰਿਸਕ ਵੱਧ ਜਾਂਦੇ ਆ, ਤੁਹਾਡੇ ਸਟ੍ਰੋਕ ਦੇ ਰਿਸਕ ਵੱਧ ਜਾਂਦੇ ਆ। ਸੋ as soon as you find out, like Dr. Kang said, it's a spectrum of problem. It's not just one time problem, right? So apni most of the people apne weight de naal zyada hunda vi khana pina theek nahi ga, sona theek nahi ga, stress zyada hai, unna gallan naal thoda pehla te wazan vadda hai, ਵਜ਼ਨ ਦੇ ਵਧਣ ਨਾਲ ਤੁਹਾਡੀ ਇੰਟਰਨਲ ਬਾਡੀ ਦਾ ਫੈਟ ਵੱਧਦਾ ਹੈ ਮੋਰ ਦੈਨ ਆਊਟਸਾਈਡ। ਜਿਹੜਾ ਤੁਸੀਂ ਦੇਖ ਸਕਦੇ ਹੋ ਉਹਦੇ ਨਾਲੋਂ ਜ਼ਿਆਦਾ ਵਿਸਰਲ ਫੈਟ ਵੱਧਦਾ ਹੈ। ਸੋ ਵਨਸ ਦੈਟ ਹੈਪਨਸ ਤੁਹਾਡੀ ਇਨਸੂਲਿਨ ਰੈਜ਼ਿਸਟੈਂਸ ਹੁੰਦੀ ਹੈ, ਤੁਹਾਡੀ ਬਾਡੀ ਇਨਸੂਲਿਨ ਚੰਗੀ ਤਰ੍ਹਾਂ ਪ੍ਰੋਸੈਸ ਨਹੀਂ ਕਰ ਪਾਉਂਦੀ, ਫਿਰ ਤੁਹਾਨੂੰ ਹੌਲੀ ਹੌਲੀ ਮੈਟਾਬੋਲਿਕ ਸਿੰਡਰੋਮ ਹੁੰਦਾ ਹੈ। ਮੈਟਾਬੋਲਿਕ ਸਿੰਡਰੋਮ ਹੁੰਦਾ ਹੈ ਜਦੋਂ ਤੁਹਾਡਾ ਬਲੱਡ ਪ੍ਰੈਸ਼ਰ ਵੀ ਜ਼ਿਆਦਾ ਹੈ, ਤੁਹਾਡਾ ਕੋਲੈਸਟਰੋਲ ਵੀ ਜ਼ਿਆਦਾ ਹੈ, ਤੁਹਾਡਾ ਵਜ਼ਨ ਵੀ ਜ਼ਿਆਦਾ ਆ, ਸ਼ੂਗਰ ਵੀ ਜ਼ਿਆਦਾ ਹੋ ਰਹੀ ਹੈ। ਸੋ 5 ਚੀਜ਼ਾਂ ਹੁੰਦੀਆਂ ਸੀ ਜਿਹਦੇ 'ਚ ਦੇਖਦੇ ਹਾਂ ਮੈਟਾਬੋਲਿਕ ਸਿੰਡਰੋਮ। ਸੋ ਬਹੁਤ ਲੋਕਾਂ ਨੂੰ ਮੈਟਾਬੋਲਿਕ ਸਿੰਡਰੋਮ ਹੁੰਦਾ ਤੇ ਉਹ ਹਾਲੇ ਡਾਇਬੀਟੀਜ਼ ਨਹੀਂ ਹੋਈ ਹੁੰਦੀ, ਤੇ ਉਸੇ ਟਾਈਮ ਤੇ ਸਾਨੂੰ ਉਹਨੂੰ ਵੀ ਨੀਡ ਟੂ ਟੇਕ ਕੇਅਰ ਆਫ ਇਟ, ਰਾਈਟ। ਸੋ ਜਿੰਨਾ ਆਪਾਂ ਸੀਰੀਅਸਲੀ ਉਹਨੂੰ ਉਸ ਟਾਈਮ ਤੇ ਸੰਭਾਲਾਂਗੇ ਉਹ ਡਾਇਬੀਟੀਜ਼ ਤੇ ਪਹੁੰਚਣ ਤੋਂ ਬਚੇਗਾ, ਰਾਈਟ। ਫਿਰ ਉਹ ਜੇ ਅਸੀਂ ਮੈਟਾਬੋਲਿਕ ਸਿੰਡਰੋਮ ਨੂੰ ਨਹੀਂ ਸੰਭਾਲਿਆ ਤਾਂ ਫਿਰ ਉਹ ਟਰਨ ਹੋ ਜਾਂਦਾ ਇਨਟੂ ਪ੍ਰੀ ਡਾਇਬੀਟੀਜ਼, then pre-diabetes ਤੋਂ ਬਾਅਦ it goes into diabetes, and then diabetes goes into advanced diabetes, and advanced diabetes goes into heart attack, stroke, kidney failure, and complications even up to amputations, ਜਦੋਂ ਕਿ ਲੋਕਾਂ ਦੀਆਂ ਪੈਰ ਜਾਂ ਫਿਰ ਪੈਰਾਂ ਦੀਆਂ ਉਂਗਲਾਂ ਕੱਟੀਆਂ ਜਾਂਦੀਆਂ ਤੇ ਲੈਗਸ ਵੀ। ਹਾਂਜੀ,
ਡਾਕਟਰ ਰੰਗੀ ਮੈਟਾਬੋਲਿਕਸ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਇਹ ਸਿੰਡਰਮ ਇਹਦੇ ਸਿੰਪਟਮ ਕੀ ਆ, ਆਪਾਂ ਨੂੰ ਕਦੋਂ ਪਤਾ ਲੱਗਦਾ ਵੀ ਆਪਾਂ ਇੰਬੈਲੈਂਸ ਦੇ ਵਿੱਚ ਖਾਸ ਕਰਕੇ ਮੈਟਾਬੋਲਿਕ ਤਰੀਕੇ ਦੇ ਨਾਲ ਚੱਲ ਰਹੇ ਹਾਂ? ਹਾਂਜੀ, ਸੋ ਇਸ ਦੇ ਸਿੰਪਟਮਸ ਨਹੀਂ ਹੁੰਦੇ, ਦੈਟਸ ਵਾਈ ਆਪਾਂ ਨੂੰ ਵੀ ਗੋਟ ਟੂ ਵਰਕ ਵਿਦ ਡਾਕਟਰਸ ਜਿਹੜੇ ਕਿ ਤੁਹਾਨੂੰ ਪਹਿਲਾਂ ਤੋਂ ਤੁਹਾਨੂੰ ਵਾਰਨ ਕਰਦੇ ਨੇ, ਤੁਹਾਨੂੰ ਸਮਝਾਉਣ ਸਾਰੀਆਂ ਗੱਲਾਂ, ਬਿਕਾਜ਼ ਸਿੰਪਟਮਸ ਤਾਂ ਡਾਇਬੀਟੀਜ਼ ਦੇ ਵੀ ਨਹੀਂ ਕੋਈ ਹੁੰਦੇਗੇ। ਜੋ ਤੁਹਾਡੀ ਐਡਵਾਂਸ ਡਾਇਬੀਟੀਜ਼ ਹੋ ਜਾਂਦੀ ਆ, ਜਿਹੜਾ ਕਿ ਫੁੱਲ ਸਪੈਕਟਰਮ ਆਈ ਟਾਕਡ ਅਬਾਊਟ, ਉਸ ਟਾਈਮ ਤੇ ਜਾ ਕੇ ਤੁਹਾਨੂੰ ਜ਼ਿਆਦਾ ਭੁੱਖ ਲੱਗਣੀ, ਜ਼ਿਆਦਾ ਬਾਥਰੂਮ ਜਾਣਾ, ਜ਼ਿਆਦਾ ਯੂਰੀਨੇਸ਼ਨ ਹੋਣੀ, ਜ਼ਿਆਦਾ ਜਾਂ ਵਜ਼ਨ ਵੀ ਲੂਜ਼ ਹੋ ਜਾਂਦਾ। ਸੋ ਇਫ ਯੂ ਆਰ ਵੇਟਿੰਗ ਫॉर ਦੋਸ ਸਿੰਪਟਮਸ, ਫਿਰ ਮਤਲਬ ਆਪਾਂ ਬਹੁਤ ਲੌਂਗ ਵੇਟ ਕਰ ਲਈ, ਰਾਈਟ? ਵੀ ਡੋਨਟ ਵਾਂਟ ਟੂ ਬੀ, ਇੰਗਲਿਸ਼ 'ਚ ਅਸੀਂ ਕਹਿੰਦੇ ਐਕਸੈਸਿਵ ਥਰਸਟ, ਐਕਸੈਸਿਵ ਹੰਗਰ ਐਂਡ ਐਕਸੈਸਿਵ ਯੂਰੀਨੇਸ਼ਨ। ਸੋ ਉਹ ਜਿਹੜੇ ਸਿੰਪਟਮ ਜਿਹੜੇ 3 ਹੁੰਦੇ ਨੇ ਨਾ, ਉਹ ਤਾਂ ਐਕਸਟ੍ਰੀਮਸ ਹੁੰਦੇ ਨੇ ਜਦੋਂ ਆਪਾਂ ਬਹੁਤ ਵੇਟ ਕਰ ਲਈ। ਉਹ ਤੋਂ ਪਹਿਲਾਂ ਕੋਈ ਸਿੰਪਟਮ ਨਹੀਂ ਹੋਣੇ, ਜੇ ਹੋ ਸਕਦਾ ਤੁਹਾਨੂੰ ਸਿਰਫ ਥਕਾਵਟ ਹੋਵੇ, ਹੋ ਸਕਦਾ ਤੁਹਾਨੂੰ ਵਜ਼ਨ ਖਾ ਕੇ ਸੁਸਤੀ ਪੈਣੀ। ਸੁਸਤੀ ਪੈਣੀ ਤਾਂ ਬਹੁਤ ਕਾਮਨ ਹੈ, ਹਾਂਜੀ, ਸੁਸਤੀ ਪੈਣੀ ਐਂਡ ਆਲ ਦੈਟ ਇਜ਼ ਇੰਟਰ ਰਿਲੇਟਡ। ਹਾਂਜੀ, ਸੋ ਆਪਾਂ ਨੇ ਸਿੰਪਟਮਸ ਹੋਣ ਤੋਂ ਪਹਿਲਾਂ ਆਪਾਂ ਨੇ ਸੰਭਾਲਣਾ ਹੈ, ਦੈਟਸ ਮਾਈ ਗੋਲ। ਡਾਕਟਰ ਕੰਗ, ਤੁਸੀਂ ਇਸ ਚੀਜ਼ ਦੇ ਵਿੱਚ ਨਾਲ ਲਾਈਕ ਡਾਕਟਰ ਪਰਸਪੈਕਟਿਵ, ਤੁਹਾਨੂੰ ਪੇਸ਼ੈਂਟਸ ਦੇ ਜਿਹੜੇ ਸਵਾਲ ਹੁੰਦੇ, ਥੋੜਾ ਜਿਹਾ ਉਸ ਪਰਸਪੈਕਟਿਵ ਤੋਂ ਵੀ ਡਾਕਟਰ ਰੰਗੀ ਨੇ ਗੱਲਾਂ ਕੀਆਂ, ਮੈਂ ਇਹਨਾਂ ਨੂੰ ਹੋਰ ਕੋਸ਼ਿਸ਼ ਕਰਦਾ ਵੀ ਮੈਂ ਪੇਸ਼ੈਂਟ ਲੈਵਲ ਤੇ ਸਿੰਪਲ ਕਰਾਂ। ਦੇਖੋ, ਜਿਹੜੀ ਆਪਣੀ ਬਾਡੀ ਹੈ ਨਾ, ਉਹ ਸੈੱਲਾਂ ਦੀ ਬਣੀ ਹੋਈ ਹੈ। ਜਿਵੇਂ ਕੰਧ ਬਣੀ ਇੱਟਾਂ ਦੀ ਬਣਾ ਕੇ ਤੁਸੀਂ ਕੰਧ ਬਣਾਉਂਦੇ ਆ, ਸੋ ਬਾਡੀ ਦੀ ਜਿਹੜੀ ਬੇਸਿਕ ਯੂਨਿਟ ਹੈ ਉਹ ਇੱਕ ਸੈੱਲ ਹੈ, ਤੇ ਸੈੱਲ ਨੂੰ ਕੰਮ ਕਰਨ ਲਈ ਊਰਜਾ ਚਾਹੀਦੀ ਆ। ਜਿਵੇਂ ਆਪਾਂ ਨੂੰ ਕਾਰ ਚਲਾਉਣ ਲਈ, ਕੋਈ ਵੀ ਕੰਮ ਕਰਨ ਲਈ ਯੂ ਨੀਡ ਅ ਫਿਊਲ। ਸੋ ਜਿਹੜਾ ਸਾਡਾ ਸੈੱਲ ਹੈ ਜਾਂ ਬਾਡੀ ਆ, ਉਹ ਜਿਹੜਾ ਉਹਦਾ ਬੇਸਿਕ ਫਿਊਲ ਆ ਗਲੂਕੋਜ਼ ਹੈ, ਜਿਹਨੂੰ ਆਪਾਂ ਸ਼ੂਗਰ ਕਹਿੰਦੇ ਆ। ਸੋ ਗਲੂਕੋਜ਼ ਨੂੰ ਸੈੱਲ ਦੇ ਅੰਦਰ ਜਾਣ ਲਈ ਇਨਸੂਲਿਨ ਦੀ ਲੋੜ ਪੈਂਦੀ ਆ। ਮਤਲਬ ਜਿਹੜਾ ਦਰਵਾਜ਼ਾ ਦੀ ਨੌਬ ਖੋਲ੍ਹਣੀ ਆ, ਉਹ ਇਨਸੂਲਿਨ ਨੇ ਖੋਲ੍ਹਣੀ ਆ। ਜੇ ਨੌਬ ਨੂੰ ਜ਼ਰ ਲੱਗ ਜੇ, ਇਨਸੂਲਿਨ ਰੈਜ਼ਿਸਟੈਂਸ ਹੋ ਜੇ, ਤਾਂ ਤੁਹਾਨੂੰ ਜ਼ਿਆਦਾ ਜ਼ੋਰ ਲਾਉਣਾ ਪਏਗਾ, ਰਾਈਟ? ਸੋ ਜ਼ਿਆਦਾ ਇਨਸੂਲਿਨ ਬਾਡੀ ਨੂੰ ਬਣਾਉਣੀ ਪਏਗੀ। ਉਹ ਹੈਗਾ ਮੈਟਾਬੋਲਿਕ ਸਿੰਡਰੋਮ। ਸ਼ੁਰੂ ਦੇ ਵਿੱਚ ਜਦੋਂ ਤੁਹਾਨੂੰ ਇਨਸੂਲਿਨ ਰੈਜ਼ਿਸਟੈਂਸ ਸ਼ੁਰੂ ਹੁੰਦੀ ਆ, ਉਦੋਂ ਤੁਹਾਨੂੰ ਕੋਈ ਆਮ ਤੌਰ 'ਤੇ ਸਿੰਪਟਮ ਨਹੀਂ ਹੁੰਦੇ, ਸੋ ਬਹੁਤੇ ਮਰੀਜ਼ ਨੂੰ ਪਤਾ ਨਹੀਂ ਲੱਗਦਾ। ਪਰ ਜਦੋਂ ਤੁਹਾਡੀ ਬਾਡੀ ਉਨੀ ਇਨਸੂਲਿਨ ਨਹੀਂ ਬਣਾ ਸਕਦੀ, ਫਿਰ ਇਨਸੂਲਿਨ ਦੀ ਘਾਟ ਹੋ ਜਾਂਦੀ ਆ। ਇਨਸੂਲਿਨ ਰੈਜ਼ਿਸਟੈਂਸ ਵੀ ਆ ਤੇ ਘਾਟ ਵੀ ਹੋ ਜਾਂਦੀ ਆ। ਉਦੋਂ ਫਿਰ ਜਿਹੜੀਆਂ ਕੰਪਲੀਕੇਸ਼ਨ ਹੋਣੀਆਂ ਸ਼ੁਰੂ ਹੋਣੀਆਂ, ਉਹ ਇੱਦਾਂ ਹੈਗਾ ਵੀ ਬੈਂਕ ਦੇ ਜੇ ਤੁਸੀਂ ਓਵਰ ਸਪੈਂਡ ਕਰ ਰਹੇ ਹੋ ਆਪਣੇ ਪੈਸੇ, ਹੁਣ ਤੁਹਾਡੇ ਪੈਸੇ ਮੁੱਕਣੇ ਸ਼ੁਰੂ ਹੋ ਗਏ, ਇਨਸੂਲਿਨ ਮੁੱਕਣੀ ਸ਼ੁਰੂ ਹੋ ਗਈ, ਸੋ ਦੈਟਸ ਅ ਲਿਟਲ ਬਿਟ ਲੇਟ। ਜਿਵੇਂ ਡਾਕਟਰ ਰੰਗੀ ਨੇ ਕਿਹਾ ਵੀ ਜੇ ਆਪਾਂ ਨੂੰ ਅਰਲੀ ਸਟੇਜ ਵਿੱਚ ਸਾਂਭ ਲਈਏ, ਇਨਸੂਲਿਨ ਰੈਜ਼ਿਸਟੈਂਸ ਨੂੰ ਘਟਾ ਲਈਏ, ਤਾਂ ਆਪਾਂ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਰੋਕ ਸਕਦੇ ਹਾਂ, ਰਾਦਰ ਦੈਨ ਕਿ ਆਪਾਂ ਉਸ ਚੀਜ਼ ਨੂੰ ਐਂਡ ਤੇ ਜਾ ਕੇ ਟਰੀਟ ਕਰੀਏ ਜਦੋਂ ਸਾਰਾ ਤੁਹਾਡਾ ਖਜ਼ਾਨਾ ਖਾਲੀ ਹੋ ਗਿਆ। ਕੋਸ਼ਿਸ਼ ਕਰੀਏ ਵੀ ਸ਼ੁਰੂ ਦੇ ਵਿੱਚ ਉਹਨੂੰ ਫਰੰਟ ਐਂਡ ਤੇ ਉਸ ਚੀਜ਼ ਨੂੰ ਕੈਚ ਕਰੀਏ। ਜਿਹੜੀਆਂ ਡਾਇਬਟੀਜ਼ ਹੈ, 2 ਕਿਸਮ ਦੀ ਆ, ਇੱਕ ਹੈਗੀ ਟਾਈਪ 1 ਤੇ ਟਾਈਪ 2। ਟਾਈਪ 1 ਤਾਂ ਜਿਹੜੀ ਹੈਗੀ ਆ, ਉਹਦੇ ਤਾਂ ਇਨਸੂਲਿਨ ਬਣਨੀ ਸ਼ੁਰੂ ਹੋ ਜਾਂਦੀ, ਉਹ ਬਿਲਕੁਲ ਡਿਫਰੈਂਟ ਬਿਮਾਰੀ ਆ। ਉਹ ਬਹੁਤ ਘੱਟ ਲੋਕਾਂ ਨੂੰ, 10% ਜਿਹੜੇ ਡਾਇਬੈਟਿਕਸ ਹੁੰਦੀ। ਜਿਹੜੀ ਟਾਈਪ 2 ਆ, ਇਹ ਬਹੁਤ ਕਾਮਨ ਬਿਮਾਰੀ ਆ। ਜਿਵੇਂ ਮੈਂ ਪਹਿਲਾਂ ਦੱਸਿਆ ਵੀ ਅਮਰੀਕਾ ਦੇ ਵਿੱਚ 12-13% ਨੂੰ ਆ, ਤੇ ਜਿਹੜੇ ਸਾਡੇ ਮੂਲ ਦੇ ਜਿਹੜੇ ਸਾਊਥ ਏਸ਼ੀਅਨ ਜਾਂ ਪੰਜਾਬੀ ਮੂਲ ਦੇ ਲੋਕਾਂ ਨੂੰ ਆਲਮੋਸਟ 24-25%, ਆਲਮੋਸਟ ਚੌਥੇ ਐਵਰੀ 4th ਪਰਸਨ ਨੂੰ ਐਟਲੀਸਟ ਮੈਟਾਬੋਲਿਕ ਸਿੰਡਰੋਮ ਹੈਗਾ, ਜੇ ਪੂਰੀ ਡਾਇਬਟੀਜ਼ ਨਹੀਂ ਹੋਈ। ਜਿਹੜਾ ਮੋਟਾਪਾਪਣ ਵੀ ਆ, ਅਮਰੀਕਾ 'ਚ 40% ਲੋਕ ਨੇ ਜਿਨ੍ਹਾਂ ਨੂੰ ਓਬੇਸਿਟੀ ਜਾਂ ਮੋਟਾਪਾਪਣ ਹੈਗਾ, ਅੱਗੇ ਨਾਲੋਂ ਵੱਧ ਰਿਹਾ। ਉਹਦੀ ਵਜ੍ਹਾ ਇਹਨਾਂ ਨੇ, ਡਾਕਟਰ ਰੰਗੀ ਨੇ ਦੱਸੀ ਆ ਵੀ ਜਿਹੜਾ ਸਾਡਾ ਲਾਈਫ ਸਟਾਈਲ ਆ, ਜੇ ਤੁਸੀਂ ਥੋੜ੍ਹਾ ਜਿਹਾ ਪਿੱਛੇ ਜਾਓ, ਆਪਣੇ ਖਾਸ ਕਰਕੇ ਜਿਹੜੇ ਆਪਾਂ ਪੰਜਾਬੀ ਮੂਲ ਦੇ ਲੋਕ ਆ, ਉਹ ਆਪਣੇ ਬਜ਼ੁਰਗ ਖੇਤੀ ਕਰਦੇ ਸੀ, ਫਿਜ਼ੀਕਲ ਕੰਮ ਕਰਦੇ ਸੀ, ਉਹਨਾਂ ਕੋਲ ਕਾਰਾਂ ਨਹੀਂ ਸੀਗੀਆਂ, ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਬਹੁਤ ਸੀ। ਹੁਣ ਕੀ ਆ ਵੀ ਜਿਹੜੇ ਸਾਡੇ ਨਿਆਣੇ ਆ, ਉਹ ਹਰ ਵਕਤ ਫੋਨ ਫੜ ਕੇ ਬੈਠੇ ਰਹਿੰਦੇ ਨੇ ਜਾਂ ਟੀਵੀ ਤੇ ਬੈਠੇ ਰਹਿੰਦੇ। ਆਪਾਂ ਵੀ ਕਾਰ ਤੇ ਆ, ਹਰ ਵਕਤ ਦਿਮਾਗੀ ਕੰਮ ਵੱਧ ਗਿਆ ਹੈਗਾ, ਸਰੀਰ ਦਾ ਕੰਮ ਘੱਟ ਗਿਆ। ਪਰ ਖਾਣਾ ਪੀਣਾ ਅੱਗੇ ਘੱਟ ਹੁੰਦਾ ਸੀ, ਹੁਣ ਖਾਣਾ ਪੀਣਾ ਬਹੁਤ ਜ਼ਿਆਦਾ ਹੋ ਗਿਆ। ਫੂਡ ਬਹੁਤ ਸਸਤੀ ਹੋ ਗਈ ਤੇ ਫੂਡ ਅਵੇਲੇਬਲ ਆ, ਫਰਿੱਜ ਆ। ਪਹਿਲਾਂ ਘਰ 'ਚ ਫਰਿੱਜ ਨਹੀਂ ਸੀ ਹੁੰਦਾ। ਅੱਧੀਆਂ ਬਿਮਾਰੀਆਂ ਦਾ ਜਿਹੜਾ ਘਰ ਆ, ਉਹ ਸਾਡੇ ਘਰ 'ਚ ਫਰਿੱਜ ਆ, ਕਿਉਂਕਿ ਅੱਗੇ ਤੁਹਾਨੂੰ ਫੂਡ ਬਣਾਉਣੀ ਪੈਂਦੀ ਸੀ, ਪਕਾਉਣੀ ਪਈਆਂ ਭੈਣਾਂ ਮਾਵਾਂ ਜਾਂ ਸਾਨੂੰ ਬੰਦੇ, ਜਿਹੜੇ ਵੀ ਫੂਡ ਹੁਣ ਤੁਹਾਨੂੰ ਪੱਕੀ ਪਕਾਈ ਫਰਿੱਜ 'ਚ 1 ਮਿੰਟ 'ਚ ਮਿਲ ਜਾਂਦੀ ਆ। ਸੋ ਆਈ ਥਿੰਕ ਡਾਕਟਰ ਰੰਗੀ ਵਾਂਟਸ ਟੂ ਸੇ ਸਮਥਿੰਗ। ਡਾਕਟਰ ਸਾਹਿਬ, ਸਿਰਫ ਫਰਿੱਜ ਨਹੀਂ ਹੈ ਇਹਦੀ ਪ੍ਰੋਬਲਮ, ਪੈਕੇਜ ਫੂਡ ਵੀ ਹੈ, ਤੇ ਜਿਹਨਾਂ ਨੂੰ ਫਰਿੱਜ ਰੱਖਣ ਦੀ ਜ਼ਰੂਰਤ ਹੀ ਨਹੀਂ ਗੀ। ਸੋ ਮੈਂ ਤਾਂ ਸਿੰਪਲ ਜੀ, ਸਭ ਤੋਂ ਸਿੰਪਲ ਗੱਲ ਜਿਹੜੀ ਲੋਕਾਂ ਨੂੰ ਦੱਸਦੀ ਹੈ ਨਾ, ਕਿ ਜਿਹੜੀ ਵੀ ਚੀਜ਼ ਤੁਸੀਂ ਪੈਕੇਜ ਚੋਂ ਕੱਢ ਕੇ ਖਾ ਰਹੇ ਹੋ, ਸਭ ਤੋਂ ਪਹਿਲਾਂ ਉਹ ਬੰਦ ਕਰ ਦਿਓ। ਕੁਝ ਪੈਕੇਜ ਦੀ ਚੀਜ਼ਾਂ ਆਣ ਹੀ ਨਾ, ਐਵਰੀਥਿੰਗ ਸ਼ੁੱਡ ਬੀ ਫਰੈਸ਼। ਫੂਡ ਬੰਦ, ਬਿਲਕੁਲ।
ਹਾਂਜੀ ਹੂੰ। ਐਨੀ ਅੱਛਾ, ਕਾਈਂਡ। ਹਾਂਜੀ ਡਾਕਟਰ ਸਾਹਿਬ, ਜਿੱਦਾਂ ਹੁਣ ਤੁਸੀਂ ਦੱਸਿਆ ਵੀ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਹੀ ਇਹ ਫੜ ਲੈਣਾ ਚਾਹੀਦਾ। ਹਰ ਇੱਕ ਜਣਾ, ਹਰ ਇੱਕ ਦੇ ਡਾਕਟਰ ਨੇ, ਉਹ ਹੈਲਥ ਕੇਅਰ ਦੇ ਨਾਲ ਆਪਣੇ ਗੱਲ ਕਰਦੇ ਆ। ਵਟ ਸ਼ੁੱਡ ਦੇ ਆਸਕ, ਉਹਨਾਂ ਨੂੰ ਕੀ ਕਹਿਣਾ ਚਾਹੀਦਾ ਪਤਾ ਕਰਨ ਦੇ ਲਈ ਵੀ ਸਾਡੀ ਇਨਸੂਲਿਨ ਰੈਜ਼ਿਸਟੈਂਸ ਤਾਂ ਨਹੀਂ ਹੋ ਰਹੀ, ਇਹ ਚੀਜ਼ ਘੱਟ ਤਾਂ ਨਹੀਂ ਰਹੀ, ਕਿਤੇ ਆਪਾਂ ਮੈਟਾਬੋਲਿਕ ਸਿੰਡਰੋਮ ਦੇ ਵਿੱਚੋਂ ਤਾਂ ਨਹੀਂ ਗੁਜ਼ਰ ਰਹੇ? ਕੀ ਕੋਈ ਟੈਸਟ ਹੈਗੇ ਨੇ, ਜਾਂ ਕਿੱਦਾਂ ਦੀ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਪਤਾ ਕਰ ਸਕਦੇ ਹਾਂ? I think that's a great question. ਡਾਕਟਰ ਸਾਹਿਬ ਨੇ, ਡਾਕਟਰ ਕੰਗ ਨੇ ਜਿੱਦਾਂ ਮੈਨੂੰ ਇੰਟਰੋਡਿਊਸ ਕੀਤਾ ਸੀ ਕਿ I've changed my practice now, and ਮੇਰੀ ਪ੍ਰੈਕਟਿਸ ਹੁਣ more proactive and personalized ਹੈ, ਜਿਹਦੇ ਚ ਕਿ ਮਤਲਬ ਤੁਸੀਂ ਪਹਿਲਾਂ 10 ਸਾਲ 20 ਸਾਲ ਪਹਿਲਾਂ ਮੇਰੇ ਨਾਲ ਕੰਮ ਕਰੋਗੇ to prevent heart attack and stroke, right? So ਤੇ ਮੇਰੇ 4 pillars ਨੇ. My pillars are learn or teach, right? So everybody has to be their active participant. ਤੁਸੀਂ ਆਪਦੇ health ਦੇ advocate ਬਣੋ, ਤੁਸੀਂ ਆਪਦੇ ਆਪ ਨੂੰ ਸਿੱਖੋ ਮੈਂ ਆਪਦੇ ਆਪ ਨੂੰ healthy ਕਿਵੇਂ ਰੱਖਣਾ ਹੈ. That should not be a doctor's job. ਇਹ ਤੁਹਾਡਾ job ਹੈ। ਇਹ ਨਹੀਂ ਹੋਣਾ ਚਾਹੀਦਾ ਸੋਚ ਕੇ ਜਾਓ ਵੀ ਡਾਕਟਰ ਨੇ ਮੈਨੂੰ ਇਹ ਲਿਖਤਾ ਤੇ ਮੈਂ ਤਾਂ ਆਪਦਾ ਟੈਸਟ ਕਰਾਇਆ ਹੈ। ਨੋ, ਬਟ ਤੁਸੀਂ ਪੁੱਛੋ ਕਿ ਮੈਂ ਹੈਲਥੀ ਰਹਿਣਾ ਹੈ ਹੁਣ ਤੋਂ 50 ਸਾਲ ਬਾਅਦ ਤੱਕ, ਡਿਪੈਂਡਿੰਗ ਔਨ ਵਾਟ ਯੋਰ ਏਜ ਇਜ਼, ਤੇ ਮੈਂ ਕਿਵੇਂ ਹੈਲਥੀ ਰਹਿ ਸਕਦਾ, ਔਰ ਰਹਿ ਸਕਦੀ ਹਾਂ। ਦੈਟ ਸ਼ੁੱਡ ਬੀ ਯੋਰ ਇਨੀਸ਼ੀਏਟਿਵ। ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਡਾਕਟਰ ਨੂੰ ਜਾਏ ਤੇ ਤੁਸੀਂ ਟਿਕ ਮਾਰਕ ਲਾਤਾ, ਰਾਈਟ? ਸੋ ਇਹ ਸਭ ਤੋਂ ਜ਼ਰੂਰੀ ਹੈ, ਲਰਨ, ਰਾਈਟ? ਦੂਜੀ ਗੱਲ ਹੈ ਪਰਸਨਲਾਈਜ਼। ਸੋ ਆਈ ਲਾਈਕ ਟੂ ਪਰਸਨਲਾਈਜ਼। ਸੋ ਜੇ ਤੁਹਾਡੇ ਫੈਮਿਲੀ ਚ ਹਿਸਟਰੀ ਚ ਹੈਗੀ ਹੈ ਡਾਇਬੀਟੀਜ਼, ਜੇ ਤੁਹਾਡੇ ਮਲਟੀਪਲ ਫੈਮਿਲੀ ਮੈਂਬਰਸ ਨੂੰ ਹੈਗੀ ਹੈ, ਤਾਂ ਆਲਵੇਜ਼ ਤੁਸੀਂ ਡਾਕਟਰਸ ਨੂੰ ਵਾਰ-ਵਾਰ ਗੱਲ ਕਰੋ। ਡਾਕਟਰ ਸਾਹਿਬ, ਮੇਰੇ ਫੈਮਿਲੀ ਵਿੱਚ ਮੇਰੇ ਮਮ ਨੂੰ ਸੀ ਡਾਇਬੀਟੀਜ਼, ਮੇਰੇ ਫਾਦਰ ਨੂੰ ਸੀ, ਜਾਂ ਮੇਰੇ ਬ੍ਰਦਰ, ਵਟਐਵਰ, ਮੇਰੀ ਐਕਸਟੈਂਸਿਵ ਫੈਮਿਲੀ ਸੀ ਕਿ ਮੈਂ ਨਹੀਂ ਚਾਹੁੰਦਾ ਜਾਂ ਚਾਹੁੰਦੀ ਤੇ ਮੈਨੂੰ ਹੋਵੇ ਡਾਇਬੀਟੀਜ਼। ਪਲੀਜ਼ ਮੈਨੂੰ ਦੱਸੋ ਕਿ ਮੈਂ ਕਿੱਥੇ ਹਾਂ ਤੇ ਮੈਂ ਕਿਵੇਂ ਬਚਾ ਸਕਦਾ ਹਾਂ ਇਸ ਗੱਲ ਨੂੰ, ਰਾਈਟ? ਸੋ ਇਹ ਚੀਜ਼ਾਂ ਨੂੰ ਤੁਸੀਂ ਜੇ ਆਪ ਸਿੱਖੋਗੇ, ਗੱਲ ਕਰੋਗੇ, ਪਾਰਟਿਸਿਪੇਟ ਕਰੋਗੇ, ਤਾਂ ਤੁਹਾਨੂੰ ਜ਼ਿਆਦਾ ਹੈਲਪ ਮਿਲੇਗੀ। ਬਿਕੋਜ਼ ਲਾਈਕ ਡਾਕਟਰ ਕੰਗ ਸੈਡ, ਤੁਹਾਡੀ ਲਾਈਫ ਇੰਨੀ ਬਿਜ਼ੀ ਐਜ਼ ਅ ਡਾਕਟਰ, ਤੁਸੀਂ 10 ਮਿੰਟਾਂ ਦੀ ਵਿਜ਼ਿਟ ਨੂੰ ਬਸ ਤੁਸੀਂ ਕੋਸ਼ਿਸ਼ ਕਰਦੇ ਵੀ ਯੂ ਡੂ ਯੋਰ ਬੈਸਟ, ਇਹ ਨਹੀਂ ਵੀ ਡਾਕਟਰਸ ਕਰਨਾ ਨਹੀਂ ਚਾਹੁੰਦੇ, ਪਰ ਉਹ ਇੰਨੀ ਲਿਮਿਟੇਸ਼ਨਸ ਹੋ ਜਾਂਦੀਆਂ ਬਿਕੋਜ਼ ਉਸੇ ਟਾਈਮ ਤੁਸੀਂ ਪ੍ਰਿਸਕ੍ਰਿਪਸ਼ਨ ਲਿਖਣੀ ਆ, ਉਸੇ ਟਾਈਮ ਤੁਸੀਂ ਉਹਨਾਂ ਦੇ ਆਨਸਰਸ ਕਰਨੇ ਆ। ਸੋ ਪ੍ਰਿਪੇਅਰ ਹੋ ਕੇ ਜਾਓ, so be ready to learn, and because you want personalized care ਤੇ ਤੁਸੀਂ ਆਪਦੀਆਂ ਕੁਐਸਚਨਸ ਲਿਖ ਕੇ ਜਾਓ ਕਿ ਮੇਰੀ ਫੈਮਿਲੀ ਹਿਸਟਰੀ ਦੇ ਅਕੋਰਡਿੰਗਲੀ ਮੇਰੇ ਕਿਹੜੇ ਟੈਸਟ ਹੋਣੇ ਚਾਹੀਦੇ ਨੇ, ਮੈਨੂੰ ਨਹੀਂ ਇਹ ਬਿਮਾਰੀ ਚਾਹੀਦੀ, ਮੈਂ ਕਿਵੇਂ ਬਚ ਸਕਦੀ ਹਾਂ, ਠੀਕ ਹੈ? my third thing is healing begins with overall holistic care. ਮਤਲਬ ਕਹਿਣ ਦਾ ਮਤਲਬ ਹੈ ਕਿ ਤੁਸੀਂ ਏਦਾਂ ਨਹੀਂ ਕਹਿ ਸਕਦੇ ਕਿ ਡਾਇਬੀਟੀਜ਼ ਮੇਰੀ ਠੀਕ ਹੈ, ਮੇਰਾ ਬਲੱਡ ਪ੍ਰੈਸ਼ਰ ਠੀਕ ਹੈ। ਆਪਾਂ ਸਭ ਕੁਝ ਠੀਕ ਰੱਖਣਾ ਹੈ, ਰਾਈਟ? ਸੋ ਆਪਾਂ ਨੇ ਐਜ਼ ਅ ਪਰਸਨ ਹੈਲਥੀ ਹੋਣਾ ਹੈ ਤੇ ਹੈਲਥੀ ਰਹਿਣਾ ਹੈ, ਤੇ ਅੱਗੇ ਤੋਂ ਆਪਾਂ ਨੇ ਈਅਰਸ ਜਿਹੜੇ ਅਗਲੇ ਸਾਲੋਂ ਸਾਲ ਤੱਕ ਹੈਲਥੀ ਰਹਿਣਾ ਹੈ। ਸੋ ਡਾਕਟਰ ਕੋਲ ਜਾ ਕੇ ਤੁਸੀਂ ਇਹੀ ਕਹਿਣਾ ਕਿ ਮੈਂ ਨਾ ਘੱਟ ਤੋਂ ਘੱਟ ਮੈਂ ਦਵਾਈਆਂ ਤੇ ਰਹਿਣਾ ਚਾਹੁੰਦਾ ਹੈ, ਮੈਂ ਸਭ ਕੁਝ ਕਰਨਾ ਚਾਹੂੰਗਾ ਜਿਹੜਾ ਤੁਸੀਂ ਮੈਨੂੰ ਦੱਸੋਗੇ। ਮੈਨੂੰ ਦੱਸੋ ਕੀ ਮੈਂ ਕਰ ਸਕਦਾ ਹਾਂ, ਕਿਹੜੇ ਟੈਸਟ ਆਪਾਂ ਕਰਾ ਸਕਦੇ ਹਾਂ ਕਿ ਮੈਨੂੰ ਆਹ ਬਿਮਾਰੀਆਂ ਨਾ ਹੋਣ। ਨਾਓ ਜੇ ਤੁਹਾਨੂੰ ਬਲੱਡ ਪ੍ਰੈਸ਼ਰ ਹੈਗਾ ਹਾਈ, ਜੇ ਤੁਹਾਡਾ ਕੋਲੈਸਟਰੋਲ ਜ਼ਿਆਦਾ ਹੈਗਾ, ਜੇ ਤੁਹਾਡਾ ਵਜ਼ਨ ਆਲਰੇਡੀ ਜ਼ਿਆਦਾ ਹੈ, ਤਾਂ ਆਲਰੇਡੀ ਯੂ ਹੈਵ ਮੈਟਾਬੋਲਿਕ ਸਿੰਡਰੋਮ। ਸੋ ਇਹ ਤੁਹਾਨੂੰ ਇਹਦੇ ਲਈ ਕੋਈ ਟੈਸਟ ਦੀ ਜ਼ਰੂਰਤ ਨਹੀਂ ਹੈ। ਇਹ ਤੁਹਾਨੂੰ ਆਬਵੀਅਸ ਹੈ ਵੀ ਤੁਹਾਡਾ ਇਹ ਚੀਜ਼ਾਂ ਜੀ ਜ਼ਿਆਦਾ ਨੇ, ਵਿਚ ਇਜ਼ ਜਿਵੇਂ ਡਾਕਟਰ ਕੰਗ ਨੇ ਕਿਹਾ, ਆਪਣੇ 1 in 3 or 4 people have that, they are on blood pressure medications or cholesterol medications. ਸੋ ਇਹ ਜ਼ਰੂਰੀ ਹੈ ਵੀ ਜੇ ਤੁਹਾਡਾ ਆਲਰੇਡੀ ਬਲੱਡ ਪ੍ਰੈਸ਼ਰ ਜ਼ਿਆਦਾ ਹੈ, ਕੋਲੈਸਟਰੋਲ ਜ਼ਿਆਦਾ ਹੈ, ਵਜ਼ਨ ਜ਼ਿਆਦਾ ਹੈ, ਤਾਂ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਗੀ। ਦੈਟ ਇਜ਼ ਟੈਲਿੰਗ ਮੀ you are at a very high risk for heart attack and stroke. ਜੀ ਸੋ ਉਹਦੇ ਵਿੱਚ ਤੁਹਾਡਾ ਇਹ ਹੋਣਾ ਚਾਹੀਦਾ ਮਕਸਦ ਵੀ ਜੇ ਤੁਸੀਂ ਡਾਕਟਰ ਕੋਲ ਜਾਓਗੇ ਤਾਂ ਤੁਸੀਂ ਉਹਨੂੰ ਇਹ ਕਹਿਣਾ ਵੀ ਮੈਨੂੰ ਮੈਂ ਕੀ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ ਜਿਹਦੇ ਨਾਲ ਮੈਂ ਦਵਾਈਆਂ ਘਟਾ ਦਾਂ। ਜੇ ਮੈਂ ਵਜ਼ਨ ਲੂਜ਼ ਕਰ ਲੂੰ ਤਾਂ ਮੇਰੀ ਬਲੱਡ ਪ੍ਰੈਸ਼ਰ ਦੀ ਦਵਾਈ ਘਟ ਜਾਏਗੀ, ਜੇ ਮੈਂ ਵਜ਼ਨ ਲੂਜ਼ ਕਰ ਲੂੰ ਤਾਂ ਮੇਰੀ ਕੋਲੈਸਟਰੋਲ ਦੀ ਦਵਾਈ ਘਟ ਜਾਏਗੀ, ਤੇ ਮੈਂ ਕਿਵੇਂ ਲੂਜ਼ ਕਰ ਸਕਦੇ ਹਾਂ। So those are the things you need to ask and learn and do it, right? So ਜੇ ਤੁਸੀਂ ਕਰੋਗੇ ਨਹੀਂ ਤਾਂ ਫਿਰ ਤੁਹਾਡਾ ਉਹਦੇ ਚ ਕੋਈ ਹੈਲਪ ਨਹੀਂ ਕਰ ਸਕਦਾ। ਸੋ ਮੇਰਾ 4th pillar ਹੈ ਜਿਹੜਾ, that is thrive. So thrive is basically, first ਆਪਾਂ ਕਿਹਾ ਸੀ learn, second was heal, third was personalize, and 4th is thrive. Thrive is ਵੀ ਤੁਸੀਂ you want to live your best life possible. ਤੁਸੀਂ ਸਿਰਫ ਇਹ ਨਹੀਂ ਹੈ ਕਿ ਤੁਸੀਂ ਸਿਰਫ ਦਵਾਈਆਂ ਮੈਨੇਜ ਕਰਕੇ ਮੇਰਾ ਸਭ ਕੁਝ ਕੰਟਰੋਲਡ ਹੈਗਾ। That's not what it is. ਮੇਰਾ mentally am I right? Am I fully functional? ਮੈਨੂੰ ਸਟ੍ਰੈਸ ਹੁੰਦਾ ਹੈ ਤਾਂ ਮੈਂ ਉਹਨੂੰ ਕਿਵੇਂ ਮੈਨੇਜ ਕਰਨਾ ਹੈ, ਮੇਰੀ ਸਰੀਰ ਨੂੰ ਮੈਂ ਕਿਵੇਂ ਚੁਸਤ ਰੱਖਣਾ ਹੈ, ਮੇਰਾ ਪਰਪਸ ਕੀ ਹੈ, ਮੇਰਾ ਡਿਜ਼ਾਇਰ ਕੀ ਹੈ ਲਾਈਫ ਚ, so all those things make you as a holistic well-being and you can thrive. So that's my goal ਕਿ ਲੋਕੀ ਸਿਰਫ ਐਸੇ ਤੇ ਨਾ ਰਹਿ ਜਾਣ ਕਿ ਡਾਕਟਰ ਕੋਲ ਜਾਏ, ਦਵਾਈ ਲਿਖਾ ਲਈ ਤੇ ਹੁਣ ਮੈਂ ਦਵਾਈਆਂ ਲੈ ਰਿਹਾ ਤੇ that's it. No, let's scale back and think how can you be healthy. ਡਾਕਟਰ ਕੰਗ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਮੈਂ ਇਹ ਕਹਿਣਾ ਚਾਹੁੰਦਾ ਸੀ, ਜੋ ਜੈਵੰਤ ਦੀ ਜੋ ਗੱਲਾਂ ਦੀ ਸਮਰੀ ਆ
ਉਹ ਆਪਣੇ ਨਾ, ਜੇ ਅਸੀਂ ਇੰਡੀਆ ਦੇ ਵਿੱਚ ਬੱਸ ਦੇ ਵਿੱਚ ਟਰੈਵਲ ਕਰਦੇ ਹਾਂ ਤੇ ਲਿਖਿਆ ਹੁੰਦਾ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਆ। ਸਹੀ ਸੋ ਹੈ। ਅਲਟੀਮੇਟਲੀ ਤੁਹਾਡੀ ਬਾਡੀ ਆ, ਤੁਹਾਡਾ ਸਰੀਰ ਆ, ਤੇ ਜੋ ਇਹ ਗੱਲ ਕਹਿ ਰਹੇ ਆ ਨਾ, ਉਹਦੇ 'ਚ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ ਵੀ ਦੇਖੋ, ਸਭ ਤੋਂ ਕੀਮਤੀ ਚੀਜ਼ ਜਿਹੜੀ ਤੁਹਾਡੇ ਕੋਲ ਆ ਉਹ ਤੁਹਾਡਾ ਸਰੀਰ ਆ। ਜੀ। ਜਿਹੜੇ ਕੰਟਰੀ 'ਚ ਆਪਾਂ ਰਹਿੰਦੇ ਆ ਨਾ, ਉਰੇ ਓਪਰਚੁਨਿਟੀਜ਼ ਬਹੁਤ ਨੇ ਪੈਸੇ ਬਣਾਉਣ ਦੀਆਂ। ਤੁਸੀਂ ਚਾਹੋ ਤਾਂ 12 ਘੰਟੇ 16 ਘੰਟੇ 18 ਘੰਟੇ ਜਿੰਨਾ ਮਰਜ਼ੀ ਕੰਮ ਕਰ ਲਓ, ਪਰ ਅਲਟੀਮੇਟਲੀ ਉਹ ਕਿਸੇ ਕੰਮ ਨਹੀਂ ਆਉਣਾ ਜੇ ਤੁਹਾਡਾ ਸਰੀਰ ਠੀਕ ਠੀਕ ਨਹੀਂ ਹੈਗਾ, ਜੇ ਤੁਸੀਂ ਤੰਦਰੁਸਤ ਨਹੀਂ ਹੈਗਾ। ਸੋ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ, ਆਪਾਂ ਜਿਵੇਂ ਇੰਗਲਿਸ਼ ਵਰਡ ਆ ਜਿਹੜਾ ਪ੍ਰਾਇਓਰਟੀ, ਤਰਜੀਹ ਆਪਾਂ ਕਹਿੰਦੇ ਆ, ਵੀ ਤਰਜੀਹ ਤੁਹਾਨੂੰ ਦੇਣੀ ਪੈਣੀ ਵੀ ਜ਼ਰੂਰੀ ਕੀ ਆ। ਹਾਂਜੀ। ਜੇ ਤੁਸੀਂ ਅਸੀਂ ਸਭ ਨੇ ਇਹ ਗਲਤੀਆਂ ਕੀਤੀਆਂ। ਆਪਾਂ ਇਸ ਮੁਲਕ 'ਚ ਨਵੇਂ ਆਉਂਦੇ ਆ, ਸਾਨੂੰ ਲੋੜਾਂ ਨੇ, ਅਸੀਂ ਘਰ ਬਣਾਉਣੇ ਆ, ਬੱਚੇ ਪਾਲਣੇ ਆ, ਆਪਣੀ ਫੈਮਿਲੀ ਦੀ ਹੈਲਪ ਕਰਨੀ ਆ। ਕਈ ਵਾਰੀ ਅਸੀਂ ਇਹ ਇੰਨੇ ਵੀ ਆਪਣੀ ਸਿਹਤ ਜਾਂ ਕਹਿੰਦੇ ਵੀ ਕੋਈ ਗੱਲ ਨਹੀਂ, ਮੈਨੂੰ ਕੁਛ ਨਹੀਂ ਹੁੰਦਾ, ਗੁਆਂਢੀ ਬਿਮਾਰ ਹੁੰਦੇ, ਸਾਡੇ ਘਰ ਕੋਈ ਬਿਮਾਰ ਨਹੀਂ ਹੁੰਦਾ। ਤੇ ਮੈਂ ਹੁਣ ਇਹ ਗੱਲ ਦੱਸ ਸਕਦਾ, ਹੁਣ ਇੰਨੇ ਸਾਲਾਂ ਤੋਂ ਇੱਥੇ ਹਸਪੀਟਲ 'ਚ ਕੰਮ ਕਰਦਾ, ਮੈਂ ਯੰਗ ਬੰਦੇ 35-40 ਸਾਲ ਦੇ ਬੱਚੇ ਦੇਖਦਾ ਜਿਹੜੇ ਹਾਰਟ ਅਟੈਕ ਨਾਲ ਆਉਂਦੇ ਨੇ, ਲੇਡੀਜ਼ ਦੇਖਦਾ ਜਿਨ੍ਹਾਂ ਨੂੰ ਸਵੀਅਰ ਓਬੇਸਿਟੀ ਹੋਈ ਆ, ਮੋਟਾਪਾ ਹੋ ਜਾਂਦਾ, ਸ਼ੂਗਰ ਹੋ ਜਾਂਦੀ ਆ, ਫਿਰ ਉਹਦੇ ਨਾਲ ਇਕੱਲਾ ਮੋਟਾਪਾ ਨਹੀਂ ਹੁੰਦਾ, ਤੁਹਾਡੇ ਗੋਡੇ, ਹੋਰ ਚੀਜ਼ਾਂ ਵੀ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹ ਤੁਸੀਂ ਜਿਹੜੀ ਆਪਣੀ ਸਿਹਤ ਆ ਉਹਨੂੰ ਤੁਸੀਂ ਨੰਬਰ 1 ਪ੍ਰਾਇਓਰਟੀ ਬਣਾਓ। ਜਦੋਂ ਤੁਸੀਂ ਮੰਜੇ ਤੇ ਪਏ ਆ ਨਾ, ਤੁਸੀਂ ਦੂਜਿਆਂ ਤੇ ਡਿਪੈਂਡੈਂਟ ਆ। ਈਵਨ ਕਿ ਬੱਚੇ ਵੀ ਕਈ ਵਾਰੀ ਆ ਕੇ ਹਾਲ ਨਹੀਂ ਪੁੱਛਦੇ, ਉਹ ਕਿਤੇ ਹੋਰ ਪੜ੍ਹ ਰਹੇ ਹੁੰਦੇ ਜਾਂ ਕਿਤੇ ਉਹਨਾਂ ਦੇ ਆਪਣੇ ਪਰਿਵਾਰ ਹੋ ਜਾਂਦੇ, ਬਾਅਦ 'ਚ ਵਿਆਹ ਹੋ ਜਾਂਦੇ, ਬੱਚੇ ਦੂਰ ਚਲੇ ਜਾਂਦੇ, ਤੇ ਭੈਣ ਭਰਾ ਆਪਣੇ ਕੰਮਾਂ 'ਚ ਬਿਜ਼ੀ ਆ। ਅਲਟੀਮੇਟਲੀ ਇਹ ਮੁਲਕਾਂ 'ਚ ਜ਼ਿੰਦਗੀ ਬਹੁਤ ਬਿਜ਼ੀ ਆ। ਤੁਹਾਡਾ ਸਰੀਰ ਆ, ਤੁਹਾਨੂੰ ਹੀ ਸਾਂਭਣਾ ਪੈਣਾ ਹੈ। ਹਾਂ, ਆਪਣੇ ਸਮਾਨ ਦੀ ਜ਼ਿੰਮੇਵਾਰੀ ਆਪ ਹੀ ਲੈਣੀ ਪੈਣੀ ਹੈ। ਜੀ। ਡਾਕਟਰ ਰੰਗੀ, ਹੁਣ ਜਿੱਦਾਂ ਅੱਜ ਕੱਲ੍ਹ ਜਦੋਂ ਵੀ ਹੁਣ ਟੈਸਟ ਹੁੰਦੇ ਆ, ਇੱਕ ਤਾਂ ਬਲੱਡ ਸ਼ੂਗਰ ਦਾ ਹੁੰਦਾ ਵੀ ਹਾਂ ਜੀ ਕਿੰਨੀ ਆਈ ਆ, ਇੱਕ A1C ਆ। ਸੋ ਕਿੱਦਾਂ ਇਹ ਹੈਲਪਫੁਲ ਨੇ, ਜਾਂ ਇਹਨੂੰ ਕਿੱਦਾਂ ਆਪਾਂ ਰੀਡ ਕਰਨਾ ਆ ਐਜ਼ ਏ ਜਦੋਂ ਆਪਾਂ ਡਾਕਟਰ ਦੇ ਕੋਲ ਜਾਂਦੇ ਆ। ਸੋ ਹਾਊ ਡਜ਼ ਦੈਟ ਹੈਲਪ ਅਸ ਆਪਣੇ ਲਾਈਫ ਸਟਾਈਲ ਦੇ ਵਿੱਚ? ਹਾਂਜੀ, ਸੋ ਦ ਕੁਐਸਚਨ ਇਜ਼ ਵੀ A1C ਕਿਹਦੀ ਹੋਣੀ ਚਾਹੀਦੀ ਆ, ਕਿਹਦੀ, ਬਿਕਾਜ਼ ਬਲੱਡ ਸ਼ੂਗਰ ਜਿਹੜੀ ਹੈਗੀ ਹੈ ਨਾ, ਮੇਨ ਟੈਸਟ ਉਹ ਤੇ ਤੁਹਾਡੇ ਸਕਰੀਨਿੰਗ 'ਚ ਹੁੰਦਾ ਹੈ ਐਜ਼ ਅ ਹੈਲਥ ਚੈੱਕਅਪ ਵਨਸ ਅ ਈਅਰ, ਪਰ A1C ਸਭ ਦਾ ਨਹੀਂ ਹੁੰਦਾ। A1C ਹੋਣਾ ਚਾਹੀਦਾ ਹੈ ਜੇ ਤੁਹਾਡੀ ਫੈਮਿਲੀ ਹਿਸਟਰੀ ਆਫ ਡਾਇਬੀਟੀਜ਼ ਆ, ਜੇ ਤੁਹਾਨੂੰ ਆਪਦੇ ਨੂੰ ਪ੍ਰੀ ਡਾਇਬੀਟੀਜ਼ ਹੈਗੀ ਆ ਜਾਂ ਡਾਇਬੀਟੀਜ਼ ਹੈਗੀ ਆ, ਐਂਡ ਇਫ ਯੂ ਆਰ ਐਟ ਹਾਈ ਰਿਸਕ ਫॉर ਡਾਇਬੀਟੀਜ਼। ਹਾਂਜੀ, ਤੇ A1C ਚੇਂਜ ਹੁੰਦਾ ਹੈ ਐਵਰੀ 3 months। ਸੋ ਜੇ ਤੁਹਾਨੂੰ ਜੇ ਤਾਂ ਤੁਹਾਨੂੰ ਡਾਇਬੀਟੀਜ਼ ਹੈ, ਤੁਹਾਡਾ A1C ਟੈਸਟ ਐਵਰੀ 3 months ਹੋਣਾ ਹੀ ਚਾਹੀਦਾ, ਬਿਲਕੁਲ। ਫਿਰ ਆਪਾਂ ਗੱਲ ਕਰਾਂਗੇ ਕਿੰਨਾ ਹੋਣਾ ਚਾਹੀਦਾ, ਪਰ ਤੁਹਾਡਾ ਟੈਸਟ ਹੋਣਾ ਚਾਹੀਦਾ। ਓਕੇ, ਇਫ ਜੇ ਤੁਹਾਨੂੰ ਡਾਇਬੀਟੀਜ਼ ਹੈਗੀ ਹੈ, ਜੇ ਤੁਹਾਨੂੰ ਪ੍ਰੀ ਡਾਇਬੀਟੀਜ਼ ਹੈ ਤਾਂ ਵੀ ਤੁਹਾਨੂੰ 3 ਤੋਂ 6 ਮਹੀਨੇ ਤੱਕ ਤੁਹਾਡੇ ਟੈਸਟ ਹੋਣੇ ਚਾਹੀਦੇ ਆ, ਸੋ ਦੈਟ ਯੂ ਕੈਨ ਮੋਨੀਟਰ ਵੀ ਵੱਧ ਤਾਂ ਨਹੀਂ ਰਿਹਾ, ਤੇ ਇਹ ਆਪਾਂ ਡਾਇਬੀਟੀਜ਼ ਤਰਫ ਤਾਂ ਨਹੀਂ ਜਾ ਰਹੇ। ਕਈ ਵਾਰੀ ਸਾਡੇ ਹੈਲਥ ਸਿਸਟਮ, ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਆਪਣੇ ਹੈਲਥ ਸਿਸਟਮ ਸਾਨੂੰ ਸਟਾਪ ਕਰ ਦਿੰਦਾ ਵੀ, ਉਹ ਕਹਿਣਗੇ ਹੋ ਸਕਦਾ ਵੀ ਇਹ ਟੈਸਟ ਤੁਹਾਡਾ ਕਵਰ ਨਹੀਂ ਹੋਏਗਾ, ਜਾਂ ਤੁਹਾਨੂੰ ਪਾਕਟ ਚੋਂ ਪੇ ਕਰਨਾ ਪਏਗਾ ਔਰ ਸਮਥਿੰਗ ਲਾਈਕ ਦੈਟ। ਸੋ ਮੈਂ ਤਾਂ ਕਾਫੀ ਆਪਦੀ ਪ੍ਰੈਕਟਿਸ ਯੂਜ਼ ਕਰਦੀ ਹਾਂ, ਫੈਮਿਲੀ ਹਿਸਟਰੀ ਵੀ ਉਹਨਾਂ ਦੇ ਨਾ ਫੈਮਿਲੀ 'ਚ ਹੈਗੀ ਹੈ ਪ੍ਰੋਬਲਮ, ਤਾਂ ਕਰਕੇ ਅਸੀਂ ਮੋਨੀਟਰ ਕਰਨਾ ਹੈ, ਉਹ ਹੈਲਪ ਕਰਦਾ ਹੈ। ਸੋ ਪੇਸ਼ੈਂਟਸ ਨੂੰ ਆ ਗੱਲਾਂ ਆਪਦੇ ਡਾਕਟਰ ਨੂੰ ਦੱਸਣੀਆਂ ਚਾਹੀਦੀਆਂ ਵੀ ਮੈਂ ਸਪੈਸ਼ਲ ਟੈਸਟ ਇਸ ਲਈ ਕਰਾਉਣਾ ਚਾਹੁੰਦਾ ਬਿਕਾਜ਼ ਮੇਰੇ ਮਮ ਨੂੰ ਸੀ, ਮੇਰੇ ਪੇਰੈਂਟਸ, ਪਿਤਾ ਜੀ ਨੂੰ ਸੀ, ਡੈਡੀ ਨੂੰ, ਫੈਮਿਲੀ 'ਚ, ਹੈ ਨਾ। ਸੋ ਫਿਰ ਤੁਹਾਡੇ ਉਹ ਟੈਸਟ ਕਵਰ ਹੋ ਜਾਂਦੇ ਆ, ਬਿਕਾਜ਼ ਕਈ ਵਾਰੀ ਪੇਸ਼ੈਂਟ ਨਹੀਂ ਕਰਾਉਣਾ ਚਾਹੁੰਦੇ ਜੇ ਉਹਨਾਂ ਨੂੰ ਆਊਟ ਆਫ ਪਾਕਟ ਪੈਸੇ ਦੇਣੇ ਪੈਂਦੇ ਤਾਂ, ਹੈ ਨਾ। ਸੋ ਦੈਟ ਇਜ਼ ਇੰਪੋਰਟੈਂਟ। ਸੋ ਬਾਕੀ A1C ਸਾਨੂੰ 3 ਮਹੀਨਿਆਂ ਦਾ ਐਵਰੇਜ ਬਲੱਡ ਸ਼ੂਗਰ ਦੱਸਦਾ ਹੈ, ਤੇ ਜਿਹੜਾ ਗਲੂਕੋਜ਼ ਹੁੰਦਾ ਦੈਟ ਇਜ਼ ਓਨਲੀ ਫॉर ਜੇ ਤੁਸੀਂ ਰਾਤ ਨੂੰ 10 ਵਜੇ ਤੋਂ ਬਾਅਦ ਰੋਟੀ ਨਹੀਂ ਖਾਧੀ ਤਾਂ ਤੁਹਾਡਾ ਸਵੇਰੇ ਮਾਰਨਿੰਗ ਫਾਸਟਿੰਗ ਗਲੂਕੋਜ਼ ਅਸੀਂ ਚੈੱਕ ਕਰ ਲੈਂਦੇ ਹਾਂ, ਬਟ ਦੈਟਸ ਨਾਟ ਐਜ਼ ਰਿਲਾਇਬਲ ਐਜ਼ ਤੁਹਾਡਾ A1C, ਬਿਕਾਜ਼ A1C ਤੁਹਾਡਾ 3 ਮਹੀਨਿਆਂ ਦਾ ਐਵਰੇਜ ਹੈਗਾ। ਐਂਡ ਇਸ ਕਰਕੇ ਉਹਨੂੰ 3 ਮਹੀਨਿਆਂ ਤੋਂ ਘੱਟ ਕਰਾਉਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਸੋ ਇਹ ਨਹੀਂ ਹੈ ਕਿ ਅਸੀਂ ਹਰ ਮਹੀਨੇ A1C ਕਰਾਈ ਜਾਈਏ, ਉਹਦੇ ਨਾਲ ਸਾਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ। Now 3 ਮਹੀਨਿਆਂ ਚੋਂ ਸਭ ਤੋਂ ਜ਼ਿਆਦਾ ਰਿਲਾਇਬਲ ਹੁੰਦਾ in the last 6 weeks, so out of the 12 weeks 6 weeks is more important, but still ਮੈਂ ਉਹ ਇਸ ਲਈ ਸ਼ੇਅਰ ਕਰ ਰਹੀ ਹਾਂ ਬਿਕਾਜ਼ ਕਈ ਵਾਰੀ ਲੋਕੀ ਨਾ ਬਿਮਾਰ ਹੋ ਜਾਂਦੇ ਨੇ ਪਿਛਲੇ ਲਾਸਟ ਦੇ 2 ਹਫ਼ਤਿਆਂ 'ਚ, ਸੋ ਉਹਨਾਂ ਨੇ ਹੋ ਸਕਦਾ ਵੀ ਉਹਨਾਂ ਡਾਇਬੀਟੀਜ਼ ਬਹੁਤ ਅੱਛਾ ਕੰਟਰੋਲ ਹੋਵੇ ਪਹਿਲਾਂ, ਤੇ ਉਹਨਾਂ ਦਾ A1C ਹਾਈ ਆ ਜਾਏ। ਸੋ ਦੇ ਸ਼ੁਡ ਨਾਟ ਫੀਲ ਡਿਫੀਟਡ, ਦੇ ਸ਼ੁਡ ਨਾਟ ਫੀਲ ਕਿ ਮੇਰਾ ਮੈਂ ਠੀਕ ਨਹੀਂ ਕਰ ਰਿਹਾ ਜਾਂ ਕਰ ਰਹੀ। ਹੋ ਸਕਦਾ ਕਿ ਉਹਨਾਂ ਨੂੰ ਕੋਵਿਡ ਹੋ ਗਿਆ ਹੋਵੇ, ਹੋ ਸਕਦਾ ਕੋਈ ਹੋਰ ਇਨਫੈਕਸ਼ਨ ਹੋ ਗਿਆ ਹੋਵੇ ਫॉर द ਕਪਲ ਵੀਕਸ, ਤੇ ਉਹਦੇ ਨਾਲ ਉਹਨਾਂ ਦਾ A1C ਫਾਲਸਲੀ ਹਾਈ ਆ ਜਾਏ, ਹੈ ਨਾ ਜੀ।
ਸੋ ਇਸ ਲਈ ਲਾਸਟ 6 ਵੀਕਸ ਮੈਟਰ ਮੋਰ ਵਾਈਸ ਵਰਸਾ ਹੋ ਸਕਦਾ ਕਿ ਉਹ ਪਹਿਲਾਂ ਬਹੁਤ ਅੱਛਾ ਸਿੱਖ ਹੋਏ ਹੋਣ ਤੇ ਹੁਣ ਉਹ ਬਹੁਤ ਅੱਛਾ ਕਰ ਰਹੇ ਹੋਣ ਤਾਂ ਹੋ ਸਕਦਾ ਫਿਰ ਵੀ ਸਾਨੂੰ ਠੀਕ ਨੰਬਰ ਨਾ ਮਿਲੇ ਨਾਓ ਕੀ ਨੰਬਰ ਅਸੀਂ ਦੇਖਦੇ ਹਾਂ A1C between 5.7 and 6.5 is considered pre-diabetes ਓਕੇ 6.5 ਤੋਂ ਜ਼ਿਆਦਾ ਇਹਨੂੰ ਅਸੀਂ ਕਹਿੰਦੇ ਹਾਂ ਡਾਇਬੀਟੀਜ਼ ਸੋ ਸਾਡਾ ਗੋਲ ਹੁੰਦਾ ਵੀ 5.7 ਤੋਂ ਘੱਟ ਹੋਵੇ ਰਾਈਟ ਸੋ ਜੇ ਤਾਂ ਤੁਸੀਂ 5.6 5.5 ਕਈ ਵਾਰੀ ਉਹ 5 ਤੋਂ ਲੈ ਕੇ 5.8 ਜਾਂ 5.9 ਦੇ ਵਿੱਚ ਹੀ ਸ਼ਿਫਟ ਕਰਦੇ ਰਹਿੰਦੇ ਆ ਇਟ ਡਸਨਟ ਮੀਨ ਵੀ ਤੁਸੀਂ ਪ੍ਰੀ ਡਾਇਬੀਟੀਜ਼ ਨਹੀਂ ਗਏ ਅੱਜ ਤੁਸੀਂ ਸੀਗੇ ਹੁਣ ਅਸੀਂ ਨਹੀਂ ਗਏ that just tells me that you are at a very high risk for developing diabetes right so ਉਹਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਕਿ ਅੱਛਾ ਜੀ ਹੁਣ ਮੈਨੂੰ ਡਾਇਬੀਟੀਜ਼ ਹੈ ਨਹੀਂ ਗਈ ਹੁਣ ਮੈਨੂੰ ਸੀਗੀ don't feel that it's a big win it's a win if you were 6.5 and now you got it to 5.7 ਪਰ ਜੇ ਤੁਸੀਂ ਉੱਥੇ ਜੇ ਹਵਰ ਕਰਦੇ ਆ ਤਾਂ ਤੁਹਾਨੂੰ you have to constantly be on top of your game to take care of your lifestyle and ਤੁਹਾਡੀ exercise and diet ਤੇ ਧਿਆਨ ਰੱਖਣਾ ਪੈਣਾ ਕਿੰਨਾ ਕੁ ਰਹਿਣਾ ਚਾਹੀਦਾ ਐਵਰੇਜ ਜਿਹੜਾ ਬੰਦਾ ਚਾਹੁੰਦਾ ਵੀ ਮੈਂ ਜਿੱਦਾਂ ਤੁਸੀਂ ਕਿਹਾ ਵੀ ਥਰਾਈਵ ਕਰਨਾ ਹੈ ਲਾਈਫ ਦੇ ਵਿੱਚ ਸੋ ਉਹਦਾ ਕੰਸਿਸਟੈਂਟਲੀ ਲੈਟਸ ਸੇ ਲਾਸਟ 4 A1Cs ਉਹਦੇ ਕਿੱਥੇ ਹਵਰ ਹੋਣੇ ਚਾਹੀਦੇ ਆ like I said so there are two big societies that guide us ਵੀ ਕਿੰਨਾ ਹੋਣਾ ਚਾਹੀਦਾ ਇੱਕ ਤਾਂ ਹੈਗਾ ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ ਤੇ ਇੱਕ ਹੈਗਾ ਅਮਰੀਕਨ ਐਸੋਸੀਏਸ਼ਨ ਆਫ ਕਲੀਨਿਕਲ ਐਂਡੋਕ੍ਰਿਨੋਲੋਜੀ ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ ਕਹਿੰਦਾ ਹੈ ਕਿ ਤੁਸੀਂ 7 ਤੋਂ ਘੱਟ ਰੱਖੋ ਹਰ ਇੱਕ ਦਾ ਤੇ ਅਮਰੀਕਨ ਐਸੋਸੀਏਸ਼ਨ ਆਫ ਕਲੀਨਿਕਲ ਐਂਡੋਕ੍ਰਿਨੋਲੋਜੀ ਸੇਜ਼ ਕੀਪ ਇਟ ਲੈਸ ਦੈਨ 6.5 ਠੀਕ ਹੈ ਐਂਡ ਉਹਨਾਂ ਦੇ ਆਪਸ ਚ ਤਾਲਮੇਲ ਨਹੀਂ ਮਿਲਦਾ ਬਿਕਾਜ਼ ADA ਟੇਕਸ ਕੇਅਰ ਆਫ ਦ ਵਰਲਡ and ACE is mainly for US ਤੇ ਵਰਲਡ ਇਹ ਕਹਿੰਦਾ ਵੀ ਜੇ ਤੁਸੀਂ ਹਰ ਇੱਕ ਦਾ ਹੀ 6.5 ਤੋਂ ਘੱਟ ਰੱਖਣ ਲੱਗੇ ਤਾਂ ਹੋ ਸਕਦਾ ਲੋਕਾਂ ਨੂੰ ਹਾਈਪੋਗਲਾਈਸੀਮੀਆ ਬਹੁਤ ਹੋ ਜਾਏ ਲੋ ਬਲੱਡ ਸ਼ੂਗਰ ਹੋ ਜਾਂਦਾ ਤੇ ਉਹਦੇ ਨਾਲ ਫਿਰ ਜ਼ਿਆਦਾ ਤਕਲੀਫ ਹੁੰਦੀ ਹੈ ਸੋ ਮੇਰੀ ਪ੍ਰੈਕਟਿਸ ਜਿਹੜੇ ਮੈਂ ਹੁਣ ਪੇਸ਼ੈਂਟ ਇੱਥੇ ਦੇਖਦੀ ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਪ੍ਰੀਟੀ ਮੱਚ ਸਾਰਿਆਂ ਦਾ 6.5 ਤੋਂ ਘੱਟ ਹੋਵੇ ਜੇ ਉਹਨਾਂ ਕੋਲ ਡਾਇਬੀਟੀਜ਼ ਹੈ ਤਾਂ right they ho sakda bhi they're doing really well I have a lot of diabetics who've lost 20 30 40 pounds they're doing so good now they're 5.4 5.3 they have ਪਰ ਆਪਣੇ ਨਾ ਸੈਲਸ ਵਿੱਚ ਮੈਮਰੀ ਹੁੰਦੀ ਆ ਸੋ ਜੇ ਤੁਸੀਂ ਹੁਣ 5.4 ਹੈਗੇ ਆ ਤੇ ਫਿਰ ਤੁਸੀਂ ਖੁੱਲਾ ਖਾਣ ਲੱਗ ਜਾਓ ਤੇ ਐਕਸਰਸਾਈਜ਼ ਨਾ ਕਰੋ ਤੇ ਤੁਸੀਂ you'll be back to that because ਤੁਹਾਡੇ ਸੈਲਸ ਨੇ ਕੁਇਕਲੀ ਵਾਪਸ ਚਲ ਜਾਣਾ ਸੋ ਹਾਂਜੀ ਮੇਰੀ ਕੋਸ਼ਿਸ਼ ਫॉर ਸਿੰਪਲ ਆਨਸਰ ਮੇਰੀ ਕੋਸ਼ਿਸ਼ ਹੁੰਦੀ ਹੈ ਡਾਇਬੈਟਿਕਸ ਲਈ less than 6.5 and if they have pre-diabetes I like to revert it completely so that ਉਹਨਾਂ ਨੂੰ 5.7 ਵੀ ਨਾ ਹੋਵੇ and they're in 5 to 5.5 range ਠੀਕ ਹੈ ਡਾਕਟਰ ਖਾਨ you want to add on to ਮੈਂ ਗੱਲ ਐਡ ਕਰਨੀ ਚਾਹੁੰਦਾ ਇਹਨਾਂ ਨੇ ਬੜਾ ਸੋਹਣਾ ਦੱਸਿਆ ਸਿੰਪਲ ਜੀ ਗੱਲ ਆ ਜਿਹੜੀ ਗੱਲ ਮੈਂ ਆਪਣੇ ਮਰੀਜ਼ਾਂ ਨੂੰ ਦੱਸਦਾ ਮੈਂ ਕਹਿੰਦਾ ਵੀ ABC ਜ਼ਿਆਦਾ ਨਹੀਂ ਸਿੱਖਣਾ ABC ਇਹ ਹੈਗੀ ਤੁਹਾਡੀ ਹੀਮੋਗਲੋਬਿਨ A1C ਜੋ ਇਹਨਾਂ ਨੇ ਆਲਰੇਡੀ ਦੱਸੀ ਆ ਵੀ ਕਿੰਨੀ ਹੋਣੀ ਚਾਹੀਦੀ ਆ ਇਹਨਾਂ ਨੇ ਦੱਸਿਆ ਵੀ ਡਾਇਬੈਟਿਕ ਦੀ 6.5 ਚਾਹੀਦੀ ਆ ਜਿਹੜਾ ਡਾਇਬੈਟਿਕ ਨਹੀਂ ਆ ਉਹਦੀ 5.8 ਤੋਂ ਘੱਟ ਚਾਹੀਦੀ ਆ ਇਹ ਗੱਲ ਮੈਂ ਇਹਨਾਂ ਨੇ ਕਹੀ ਆ ਤੇ ਮੈਂ ਉਹਨੂੰ ਰੀਇਨਫੋਰਸ ਕਰ ਰਿਹਾ ਦੂਜਾ ਹੈਗਾ B ਹੈਗਾ ਬਲੱਡ ਪ੍ਰੈਸ਼ਰ ਡਾਇਬੈਟਿਕ ਦਾ ਬਲੱਡ ਪ੍ਰੈਸ਼ਰ 130/80 ਹੋਣਾ ਚਾਹੀਦਾ ਜੋ ਗੋਲ ਆ ਕਈ ਵਾਰੀ ਥੋੜਾ ਬਹੁਤ ਉੱਤੇ ਥੱਲੇ ਹੋਊਗਾ ਏਜ ਦੇ ਹਿਸਾਬ ਨਾਲ ਵੀ ਫਰਕ ਪੈਂਦਾ ਪਰ ਮਤਲਬ ਇਹ ਹੈਗੀ ਰਿਕਮੈਂਡੇਸ਼ਨ C ਹੈਗਾ ਕੋਲੈਸਟਰੋਲ ਜਿਹੜਾ ਬੈਡ ਕੋਲੈਸਟਰੋਲ ਜਿਹਨੂੰ ਆਪਾਂ LDL ਕਹਿੰਦੇ ਆ ਉਹ 70 ਤੋਂ ਥੱਲੇ ਚਾਹੀਦਾ ਖਾਸ ਕਰਕੇ ਪੰਜਾਬੀ ਲੋਕਾਂ ਦਾ ਕਿਉਂਕਿ ਸਾਡੇ ਵਿੱਚ ਜਿਹੜੀ ਹਾਰਟ ਡਿਜ਼ੀਜ਼ ਵੀ ਉਹ 3 ਗੁਣਾ ਜ਼ਿਆਦਾ ਹੁੰਦੀ ਆ ਇੱਥੇ ਦੇ ਲੋਕਾਂ ਨਾਲੋਂ ਜਿਹੜਾ LDL 100 ਸੀਗਾ ਪਹਿਲਾਂ 100 ਰਿਕਮੈਂਡ ਕਰਦੇ ਸੀ ਪਰ ਆਈ ਥਿੰਕ ਵੀ 70 ਤੋਂ ਥੱਲੇ ਚਾਹੀਦਾ ਜੇ ਤੁਹਾਨੂੰ ABC ਹੁਣ ਮਰੀਜ਼ ਹਸਪਤਾਲ ਚ ਆਉਂਦੇ ਆ ਕਈ ਵਾਰੀ ਸਾਡੇ ਕੋਲ ਅਸੀਂ ਪੁੱਛਦੇ ਹਾਂ ਵੀ ਤੇਰੀ ਹੀਮੋਗਲੋਬਿਨ A1C ਕਿੰਨੀ ਸੀ ਉਹ ਕਹਿੰਦੇ ਮੈਨੂੰ ਨਹੀਂ ਪਤਾ ਉਹ ਕੀ ਹੁੰਦਾ ਜੀ ਸੋ ਜਿਹੜੀ ਇਹਨਾਂ ਨੇ ਡਾਕਟਰ ਸਾਹਿਬ ਨੇ ਦੱਸਿਆ ਵੀ ਮੈਂ ਸਿੰਪਲ ਕਰਕੇ ਦੱਸਦਾ ਇੱਕ ਤਾਂ ਸ਼ੂਗਰ ਆ ਉਹ ਤੁਸੀਂ ਚੈੱਕ ਕੀਤੀ ਉਹ ਪਰਟੀਕੂਲਰ ਟਾਈਮ ਤੇ ਸ਼ੂਗਰ ਆ ਤੁਹਾਡੀ ਜਿਹੜੀ ਹੀਮੋਗਲੋਬਿਨ A1C ਆ ਜਿਹੜੇ ਆਪਣੇ ਖੂਨ ਦੇ ਵਿੱਚ ਲਾਲ ਸੈੱਲ ਨੇ ਨਾ ਜਿਹਨਾਂ ਨੂੰ RBC ਕਹਿੰਦੇ ਆ ਰੈੱਡ ਬਲੱਡ ਸੈੱਲ ਜੀ ਸ਼ੂਗਰ ਉਹਦੇ ਨਾਲ ਜਿਹੜੀ ਜੁੜ ਜਾਂਦੀ ਆ ਉਹਨੂੰ ਹੀਮੋਗਲੋਬਿਨ A1C ਕਹਿੰਦੇ ਆ ਜਿਹੜੀ ਰੈੱਡ ਸੈੱਲ ਆ ਜਿਹੜੇ ਲਾਲ ਸੈੱਲ ਆ ਆਪਣੇ ਖੂਨ ਜਿਹਨਾਂ ਕਰਕੇ ਆਪਣਾ ਰੰਗ ਲਾਲ ਜਾਂ ਲਾਲੀ ਹੁੰਦੀ ਆ ਜਿਹੜੇ ਆਕਸੀਜਨ ਕੈਰੀ ਕਰਦੇ ਨੇ ਉਹਨਾਂ ਦੀ ਜਿਹੜੀ ਸੈੱਲ ਦੀ ਲਾਈਫ 90 ਤੋਂ 120 ਦਿਨ ਹੁੰਦੀ ਆ ਠੀਕ ਹੈ ਉਹ ਜਿਹੜੀ ਸ਼ੂਗਰ ਆ ਉਹ ਤੁਸੀਂ ਜਿਹੜੀ ਸੈੱਲ ਦੇ ਨਾਲ ਜੁੜੀ ਉਹ ਚੈੱਕ ਕਰ ਰਹੇ ਹੋ ਹੁਣ ਕਈ ਵਾਰੀ ਮਰੀਜ਼ ਆ ਵੀ ਉਹਨੇ ਅੱਜ ਰੋਟੀ ਨਹੀਂ ਖਾਧੀ ਉਹਦੀ ਅੱਜ ਸ਼ੂਗਰ ਘਟ ਗਈ ਕੱਲ ਉਹਦੀ 300 ਸੀਗੀ ਰਾਈਟ ਸੋ ਤੁਹਾਨੂੰ ਸਹੀ ਇਨਫੋਰਮੇਸ਼ਨ ਸ਼ੂਗਰ ਜਿਹੜੀ ਇੱਕ ਵਾਰੀ ਦੀ ਤੁਸੀਂ ਸ਼ੂਗਰ ਚੈੱਕ ਕੀਤੀ ਆ ਨਾ ਉਹ ਸਹੀ ਨਹੀਂ ਦਿੰਦੀ ਜਿਹੜੀ A1C ਹੈ ਤੁਹਾਨੂੰ ਪਿਛਲੀ ਔਸਤ ਜਾਂ ਜਿਹਨੂੰ ਆਪਾਂ ਐਵਰੇਜ ਕਹਿੰਦੇ ਆ ਪਿਛਲੇ 3 ਮਹੀਨਿਆਂ ਦੀ ਤੁਹਾਡੀ ਐਵਰੇਜ ਆ ਉਹ ਦੱਸਦੀ ਆ ਸੋ ਇਟਸ ਅ ਮੋਰ ਰਿਲਾਇਬਲ ਟੈਸਟ ਦੈਨ ਜਸਟ ਚੈਕਿੰਗ ਇੱਕ ਆਈਸੋਲੇਟਡ ਸ਼ੂਗਰ ਕਈ ਵਾਰੀ ਤੁਸੀਂ 2 ਘੰਟੇ ਬਾਅਦ ਖਾਣੇ ਤੋਂ ਬਾਅਦ ਵੀ ਚੈੱਕ ਕਰਦੇ ਜਿਹਨੂੰ ਪੋਸਟ ਪ੍ਰੈਂਡੀਅਲ ਕਹਿੰਦੇ ਆ ਕਈਆਂ ਦਾ ਫਾਸਟਿੰਗ ਨਾਰਮਲ ਹੁੰਦਾ ਸੋ ਡਿਫਰੈਂਟ ਤਰੀਕੇ ਹੈਗੇ ਨੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਤੁਹਾਨੂੰ A1C ਆਪਣੀ
ਪਤਾ ਹੋਣੀ ਚਾਹੀਦੀ ਆ ਮੇਰੀ ਕਿੰਨੀ ਹੈਗੀ ਆ। ਜੇ ਤੁਹਾਨੂੰ ਆਪਣਾ ਜੇ ਤੁਸੀਂ ਡਾਕਟਰ ਨੂੰ ਪੁੱਛੋਗੇ ਹੀ ਨਹੀਂ ਮੇਰਾ ਨੰਬਰ ਕਿੰਨਾ, ਕਿਉਂਕਿ ਇਹ ਜਿਹੜੀਆਂ A1C ਦੇ ਨੰਬਰ ਹੈ ਨਾ ਸਾਰੇ ਰਿਲੇਟ ਕਰਦੇ ਕੰਪਲੀਕੇਸ਼ਨ, ਤੁਹਾਡੀਆਂ ਅੱਖਾਂ 'ਚ ਬਲਾਈਂਡਨੈਸ, ਪੈਰ ਸੋਣੇ, ਹੋਰ ਇਹ ਬਾਅਦ 'ਚ ਡਾਕਟਰ ਸਾਹਿਬ ਐਕਸਪਲੇਨ ਕਰਨਗੇ। ਸੋ A1C ਦਾ ਪਤਾ ਹੋਣਾ, ਮਰੀਜ਼ ਨੂੰ ਖੁਦ ਪਤਾ ਹੋਣਾ ਚਾਹੀਦਾ ਮੇਰੀ A1C ਹੈ ਕਿੰਨੀ। ਆਪਣੇ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ A1C ਹੈ ਕੀ ਆ। ਤੁਸੀਂ ਡਾਕਟਰ ਸਾਹਿਬ ਜਿੱਦਾਂ ਪਹਿਲਾਂ ਗੱਲ ਕੀਤੀ ਸੀ ਵੀ ਹੁਣ ਇਹ ਜਿਹੜਾ ਪੇਸ਼ਾ ਆ ਵੀ ਡਾਕਟਰ ਹੀਲਰ ਘੱਟ ਅਤੇ ਹੁਣ ਕਾਰਪੋਰੇਟ ਦੇ ਲਈ ਜਿੱਦਾਂ ਕਹਿ ਲਓ ਵੀ ਉਹ ਜ਼ਿਆਦਾ ਜਿੱਦਾਂ ਹੋ ਜਾਂਦਾ। ਮੈਨੂੰ ਲੱਗਦਾ ਡਾਕਟਰ ਰੰਗੀ ਇਸੇ ਚੀਜ਼ ਨੂੰ ਕਰਕੇ ਇਹਨਾਂ ਨੇ ਆਪਣੀ ਪ੍ਰੈਕਟਿਸ ਨੂੰ ਵੀ ਜਿਹੜਾ ਉਹ ਥੋੜ੍ਹਾ ਚੇਂਜ ਕੀਤਾ ਵੀ ਪੇਸ਼ੈਂਟਸ ਦੇ ਨਾਲ ਟਾਈਮ ਥੋੜ੍ਹਾ ਜ਼ਿਆਦਾ ਸਪੈਂਡ ਕੀਤਾ ਜਾ ਸਕੇ, ਉਹਨਾਂ ਦੇ ਲਾਈਫ ਸਟਾਈਲ ਨੂੰ ਜਿਹੜਾ ਉਹ ਚੇਂਜ ਕੀਤਾ ਜਾਵੇ। ਹੁਣ ਜਿੱਦਾਂ ਤੁਸੀਂ ਦੱਸਿਆ ਵੀ LDL ਨੂੰ ਪਹਿਲਾਂ 100 ਸੀ ਨੰਬਰ, ਉਹਨੂੰ 70 ਕਰਤਾ, ਜਿੱਦਾਂ ਸ਼ੂਗਰ ਦਾ ਵੀ ਲੈਵਲ ਆ ਉਹਨੂੰ ਵਧਾ ਕੇ ਘੱਟ ਕਰ ਦਿੱਤਾ। ਇਹ ਆਮ ਧਾਰਨਾ, ਇੱਕ ਆਮ ਥਿਊਰੀ ਆ, ਕੌਨਸਪੀਰੇਸੀ ਥਿਊਰੀ ਕਹਿ ਲਓ ਜਾਂ ਜੋ ਕਹਿ ਲਓ, ਉਹ ਬਣ ਜਾਂਦੀ ਆ ਵੀ ਦਵਾਈਆਂ ਵੇਚਣ ਖਾਤਰ ਇਹ ਸਾਰਾ ਨੰਬਰਸ ਦਾ ਜਿਹੜਾ ਹੇਰ ਫੇਰ ਆ, ਬਦਲ ਆ, ਉਹ ਕੀਤਾ ਜਾਂਦਾ ਆ। ਸੋ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਜਦੋਂ ਇਹ ਗੱਲ ਆ, ਫਿਰ ਉਹ ਡਾਕਟਰ ਤੋਂ ਜਾਣ ਤੋਂ ਡਰਦੇ ਆ, ਦਵਾਈ ਲੈਣ ਤੋਂ ਡਰਦੇ ਆ। ਸੋ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਪੇਸ਼ੈਂਟਸ ਨੂੰ, ਉਹਨਾਂ ਲੋਕਾਂ ਨੂੰ? I think I can answer that. So ਇੱਕ ਤਾਂ ਮੈਂ ਕਹਿਣਾ ਚਾਹਦੀ ਸੀ ਕਿ ਹੁਣ 70 ਤੋਂ ਅਸੀਂ 55 ਤੇ ਵੀ ਆ ਗਏ। Before we go any further, I can say that. ਤੇ ਦੂਸਰੀ ਗੱਲ ਇਹ ਹੈ ਕਿ ਮੇਰੀ ਫਿਲਾਸਫੀ ਹੈ ਕਿ ਲੋਕੀ ਘੱਟ ਤੋਂ ਘੱਟ ਦਵਾਈਆਂ ਤੇ ਹੋਣ, ਰਾਈਟ? ਸੋ ਮੇਰਾ ਨਿਊ ਜਿਹੜਾ ਬਿਜ਼ਨਸ ਹੈ ਉਹਦਾ ਨਾਮ ਹੈਗਾ ਲੋਅਰ the dose of stress, sugar and hormones and raise energy, vitality and longevity. ਠੀਕ ਹੈ ਜੀ? ਸੋ ਉਹਦੇ 'ਚ ਇਹ ਹੈ ਕਿ ਘੱਟ ਤੋਂ ਘੱਟ ਦਵਾਈਆਂ ਲੈਣੀਆਂ ਪੈਣ ਤੇ ਜਿਹੜੀ ਦਵਾਈ ਲੈਣੀ ਵੀ ਹੈ ਉਹਦੀ ਘੱਟ ਤੋਂ ਘੱਟ ਡੋਜ਼ ਲੈਣੀ ਪਵੇ, ਠੀਕ ਹੈ ਜੀ? ਸੋ ਵਿਦ ਦੈਟ ਫਿਲਾਸਫੀ ਆਲ ਟੈਲ ਯੂ, ਈਵਨ ਨਾਓ ਮੇਰੇ ਕੋਲ ਪੇਸ਼ੈਂਟ ਏਦਾਂ ਦੇ ਆਉਂਦੇ ਨੇ ਜਿੱਥੇ ਮੈਂ ਕਹਿੰਦੀ ਵੀ ਤੁਸੀਂ ਦਵਾਈ ਨਹੀਂ ਬੰਦ ਕਰਨੀ, ਤੁਹਾਡੀ ਇਹ ਦਵਾਈ ਦੀ ਆਹ ਡੋਜ਼ ਹੀ ਚੱਲੇਗੀ ਜਾਂ ਫਿਰ ਹਾਇਰ ਕਰਨੀ ਪਏਗੀ। ਵਾਈ ਇਜ਼ ਦੈਟ? That's because studies have shown, because I still want to practice evidence-based medicine, right? ਇੱਥੇ ਅਮਰੀਕਾ 'ਚ ਅਸੀਂ ਬਹੁਤ ਕਹਿੰਦੇ ਆ ਵੀ ਵੱਡੀਆਂ ਸਟੱਡੀਜ਼ ਕੀਤੀਆਂ ਹੋਣ ਜਿਹੜੀਆਂ ਰਿਲਾਇਬਲ ਹੋਣ, ਜਿਹੜੀਆਂ ਦੱਸਣ ਕਿ ਇਸ ਚੀਜ਼ ਦਾ ਵਾਕਈ ਫਾਇਦਾ ਹੈ ਕਿ ਨਹੀਂ ਹੈ, ਜਾਂ ਇਸ ਗੱਲ ਦਾ ਨੁਕਸਾਨ ਹੈ, ਜਾਂ ਫਿਰ ਆ ਦਵਾਈ ਸੇਫ ਹੈ, ਰਾਈਟ? ਸੋ ਆਈ ਗੈਟ ਇਟ। ਤੁਹਾਡੀ ਜਿਹੜੀ ਕੁਐਸਚਨ ਹੈਗੀ ਆ ਵੀ ਦਵਾਈਆਂ ਦੀ ਪਬਲਿਸਿਟੀ ਕਰਕੇ ਔਰ ਵਟਐਵਰ ਮੇਬੀ ਉਹ ਪ੍ਰਮੋਟ ਕਰ ਰਹੀਆਂ ਨੇ ਵੀ ਲੋਕੀ ਦਵਾਈ ਲੈਣ, ਬਟ ਦੇਰ ਫਿਊ ਥਿੰਗਸ ਯੂ ਕੈਨ ਨਾਟ ਆਰਗਿਊ, ਰਾਈਟ? ਉਹ ਗੱਲਾਂ ਇਹ ਨੇ ਕਿ ਜੇ ਤੁਹਾਨੂੰ ਪਤਾ ਹੈ ਵੀ ਜੇ LDL 55 ਨਾਲ ਹਾਰਟ ਅਟੈਕ ਘੱਟ ਹੁੰਦੇ ਆ, ਰਾਈਟ? ਸੋ ਫਿਰ ਮੈਂ ਉਸ ਗੱਲ ਨੂੰ ਹਾਈਡ ਨਹੀਂ ਨਾ ਕਰ ਸਕਦੀ ਕਿ ਤੁਸੀਂ ਦਵਾਈ ਨਾ ਲਓ। ਮੈਂ ਤਾਂ ਉਹਨੂੰ ਇਹ ਕਹਿਣਾ ਕਿ ਮੈਂ ਤਾਂ ਤੁਹਾਨੂੰ whatever needs to be done, I want to get your LDL less than 55 so that you live longer and healthier. ਹਾਂਜੀ? ਸੋ ਜੇ ਤੁਸੀਂ ਕਹਿੰਦੇ ਆ ਵੀ ਮੈਂ ਡਾਕਟਰ ਸਾਹਿਬ ਮੈਂ ਸਭ ਕੁਝ ਕਰੂੰਗਾ, ਮੈਂ ਬਾਈਕ ਰਾਈਡ ਕਰੂੰ 20 ਮੀਲ every day, I'm going to stop eating junk and I'm going to eat healthy, give me chance, I'm ready to work with you, right? Okay. So that's not a problem. I'm not going to put you on a medication. Now, ਕਈ ਦਵਾਈਆਂ ਏਦਾਂ ਦੀਆਂ ਨੇ ਜਿਨ੍ਹਾਂ ਨੇ ਦਿਖਾਇਆ ਕਿ your benefits are above and beyond your levels. ਸੋ ਕਹਿਣ ਦਾ ਮਤਲਬ ਆ ਜਿੱਦਾਂ ਸਟੈਟਿਨਸ ਨੇ ਜਿਹੜੇ ਕੋਲੈਸਟਰੋਲ ਲੋਅਰਿੰਗ ਮੈਡੀਕੇਸ਼ਨਸ ਨੇ, ਉਹਨਾਂ ਨੇ ਦਿਖਾਇਆ ਕਿ the benefit of statin is above and beyond your LDL, ਵੀ ਉਹਦੇ ਨਾਲ ਤੁਹਾਨੂੰ ਫਿਰ ਵੀ ਕਾਰਡੀਅਕ ਬੈਨੀਫਿਟ ਹੁੰਦੇ ਆ, ਤੁਹਾਡੇ ਹਾਰਟ ਲਈ ਬੈਨੀਫਿਟ ਹੈ। ਸੋ ਜਿਹੜੇ ਬਹੁਤ ਹਾਈ ਰਿਸਕ ਹੈ ਨਾ, ਉਹਨਾਂ ਨੂੰ ਇਸ ਗੱਲ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਕਿ ਉਹਨਾਂ ਦਾ ਡਾਕਟਰ ਕਿੱਥੇ ਕਹਿ ਰਿਹਾ ਕਿ ਇਹ ਚੀਜ਼ ਨੂੰ ਤੁਹਾਨੂੰ ਨੈਗੋਸ਼ੀਏਟ ਨਹੀਂ ਕਰਨਾ। there's a long list of people ਜਿਹੜੇ early disease ਹੁੰਦੇ ਜਿੱਥੇ ਕਿ ਮੈਂ ਨੈਗੋਸ਼ੀਏਟ ਕਰ ਸਕਦੀ ਹਾਂ, ਰਾਈਟ? ਸੋ ਉੱਥੇ ਮੈਂ ਉਹਨਾਂ ਨੂੰ ਕਹਿ ਸਕਦੀ ਹਾਂ ਕਿ ਨਹੀਂ ਜੀ ਆਪਾਂ ਖਾਈਏ ਬੈਟਰ, ਆਪਾਂ ਲਾਈਫ ਸਟਾਈਲ ਚੇਂਜ ਕਰੀਏ, ਲੈਟਸ ਸਲੀਪ ਬੈਟਰ, ਲੈਟਸ ਕੰਟਰੋਲ ਯੋਰ ਹਾਰਮੋਨਸ, ਤੇ ਉਹਨਾਂ ਸਭ ਗੱਲਾਂ ਨਾਲ ਮੈਂ ਤੁਹਾਨੂੰ I'll take you off of cholesterol medication. But there are other set of patients ਜਿਨ੍ਹਾਂ ਨੂੰ ਪਹਿਲਾਂ ਹਾਰਟ ਅਟੈਕ ਹੋ ਚੁੱਕਿਆ ਜਾਂ ਜਿਨ੍ਹਾਂ ਦਾ ਬਾਈਪਾਸ ਹੋ ਚੁੱਕਿਆ, ਜਿਨ੍ਹਾਂ ਨੂੰ people who are at a very high risk, they should not try to negotiate, but they should try to work as a team with their doctor. ਹਾਂਜੀ? ਤੇ while we are on this topic, I'll tell you there's couple other medications ਜਿਹੜੀਆਂ ਡਾਇਬੀਟੀਜ਼ ਅਸੀਂ ਯੂਜ਼ ਕਰਦੇ ਆ। ਇੱਕ ਉਹਨਾਂ ਦੇ ਗਰੁੱਪ ਦਾ ਨਾਮ ਹੈਗਾ SGLT2 inhibitors, ਉਹਨਾਂ ਦੇ ਨਾਮ ਆਉਂਦੇ ਨੇ Jardiance, Invokana, Farxiga, ਤੇ ਆਹ ਜਿਹੜੀਆਂ ਦਵਾਈਆਂ ਨੇ ਨਾ ਇਹ ਤੁਹਾਡੇ ਕਿਡਨੀ ਦੇ ਥਰੂ ਕੰਮ ਕਰਦੀਆਂ। ਦੇ ਮੇਕ ਯੂ ਪੀ ਸ਼ੂਗਰ, ਸੋ ਤੁਹਾਡਾ ਸ਼ੂਗਰ ਹੈ ਜਿਹੜਾ ਉਹ ਯੂਰਿਨ ਦੇ ਰਾਹੀਂ ਤੁਸੀਂ ਉਹਨੂੰ ਬੋਡੀ ਚੋਂ ਨਿਕਲ ਜਾਂਦਾ ਹੈ। ਸੋ ਇਹਨਾਂ ਦਵਾਈਆਂ ਦੇ ਗਰੁੱਪ ਨੇ ਸਾਨੂੰ ਦੱਸਿਆ ਵੀ ਇਹ not only do they lower your blood sugar, but they also protect your heart. So ਇਹਨਾਂ ਨੂੰ cardioprotective ਵੀ ਕਹਿੰਦੇ ਆ ਅਸੀਂ, and they also protect your kidneys, so we call them nephroprotective too. So ਜੇ ਉਹਨਾਂ ਦਵਾਈਆਂ ਦਾ ਸਾਨੂੰ ਫਾਇਦਾ ਹੋ ਰਿਹਾ ਕਿਡਨੀਜ਼ ਤੇ ਵੀ ਤੇ ਹਾਰਟ ਤੇ ਵੀ, ਤੇ
ਆਹ ਦਵਾਈਆਂ ਨੂੰ ਨਾਲੇ ਤਾਂ ਪੇਸ਼ੈਂਟਸ ਨੂੰ ਆਪਦੇ ਡਾਕਟਰਸ ਨਾਲ ਗੱਲ ਕਰਨੀ ਚਾਹੀਦੀ ਹੈ, ਇਫ ਦਿਸ ਇਜ਼ ਮੈਨੂੰ ਇਸ ਦਵਾਈ ਦਾ ਫਾਇਦਾ ਹੈਗਾ, ਮੈਂ ਲੈ ਸਕਦਾ ਹੈ ਕਿ ਨਹੀਂ, ਜਾਂ ਮੈਂ ਨਹੀਂ ਲੈਣਾ ਚਾਹੀਦਾ, ਵੀ ਕਿਹਨੂੰ ਨਹੀਂ ਲੈਣੀ ਚਾਹੀਦੀ। ਤੇ ਤੀਸਰੀ ਗੱਲ ਹੈ ਵੀ ਮੇਬੀ ਦੇ ਹੈਵ ਸਾਈਡ ਇਫੈਕਟਸ, ਉਹ ਨਹੀਂ ਲੈ ਸਕਦੇ ਹੁਣ। ਪਰ ਜਿਹੜੀਆਂ ਕਾਰਡੀਓ ਪ੍ਰੋਟੈਕਟਿਵ ਡਰੱਗਸ ਨੇ ਨਾ, ਅਸੀਂ ਉਹ ਜ਼ਿਆਦਾ ਪ੍ਰਮੋਟ ਕਰਦੇ ਹਾਂ। ਵੀ ਟਰਾਈ ਟੂ ਪੁੱਟ ਪੇਸ਼ੈਂਟਸ ਔਨ ਥਿੰਗਸ ਦੈਟ ਵਿਲ ਹੈਲਪ ਨਾਟ ਓਨਲੀ ਦੇਅਰ ਬਲੱਡ ਸ਼ੂਗਰ ਬਟ ਆਲਸੋ ਹੈਲਪ ਦੇਅਰ ਹਾਰਟ। ਜੀ ਡਾਕਟਰ ਕਾਂਗ। ਹਾਂਜੀ, ਦੋ ਗੱਲਾਂ ਮੈਂ ਐਡ ਕਰਨੀਆਂ ਚਾਹੁੰਦਾ। ਇੱਕ ਤਾਂ ਆਪਣੇ ਡਾਕਟਰਾਂ ਦੇ ਡਿਫੈਂਸ ਦੇ ਵਿੱਚ, ਜੇ ਤੁਸੀਂ ਜਿਹੜੀ ਆਪਣੀ ਲਾਈਫ ਲੌਂਜੀਟਿਵਿਟੀ ਆ ਵੀ ਕਿੰਨੇ ਸਾਲ ਬੰਦਾ ਜੀਂਦਾ ਹੈ ਔਸਤ ਦੇ ਤੌਰ ਤੇ, ਜੇ ਤੁਸੀਂ ਅੱਜ ਤੋਂ 120 ਸਾਲ ਪਹਿਲਾਂ ਪਿੱਛੇ ਚਲੇ ਜਾਓ, ਉਦੋਂ ਬੰਦੇ ਦੀ ਆਮ ਉਮਰ 40-41 ਸਾਲ ਤੇ ਐਵਰੇਜ ਹੁੰਦੀ ਸੀ, ਤੇ ਬਿਮਾਰੀਆਂ ਕਈ ਤਾਂ ਲੱਗਣ ਤੋਂ ਪਹਿਲਾਂ ਹੀ ਬੰਦਾ ਚਲਾ ਜਾਂਦਾ ਸੀ ਇਸ ਦੁਨੀਆ ਤੋਂ, ਇਨਫੈਕਸ਼ਨ ਨਾਲ ਜਾਂ ਹੋਰ ਕਿਸੇ ਤਰ੍ਹਾਂ, ਫੂਡ ਦੀ ਵੀ ਘਾਟ ਸੀ। ਸੋ ਹੁਣ ਬੰਦਾ ਜਿਹੜਾ ਜੀ ਰਿਹਾ ਉਹ 80 ਸਾਲ ਦੇ ਤਕਰੀਬਨ ਏਜ ਲਾਈਫ ਸਪੈਨ ਹੋ ਗਿਆ। ਤਾਂ ਮਤਲਬ ਓਬਵੀਅਸਲੀ ਕੁਛ ਤਾਂ ਚੰਗਾ ਕੀਤਾ ਡਾਕਟਰਾਂ ਨੇ, ਜਿਹਦੇ ਨਾਲ ਲੋਕਾਂ ਦੀ ਲਾਈਫ ਦੁੱਗਣੀ ਹੋ ਗਈ ਹੈ, ਰਾਈਟ। ਉਮਰ ਲੰਬੀ ਹੋ ਜਾਂ ਗਈ। ਜਦੋਂ ਬਿਜ਼ਨਸ ਹੁੰਦਾ ਫਿਰ ਉਹਦੇ ਵਿੱਚ ਕੁਝ ਗਲਤ ਕੰਮ ਵੀ ਹੁੰਦੇ ਨੇ। ਸੋ ਆਪ ਵੀ ਪੜ੍ਹਨਾ ਚਾਹੀਦਾ ਮਰੀਜ਼ਾਂ ਨੂੰ। ਜਿਵੇਂ ਇਹਨਾਂ ਨੇ ਦਵਾਈਆਂ ਬਾਰੇ ਦੱਸਿਆ ਹੈਗਾ, ਦੇਖੋ ਕਈ ਡਾਕਟਰ ਵੀ ਆਪਣੇ ਆਪ ਨੂੰ ਅਪਡੇਟ ਨਹੀਂ ਕਰਦੇ, ਪਰ ਸਾਨੂੰ ਜਿਹੜਾ ਜਿਵੇਂ ਕੈਲੀਫੋਰਨੀਆ ਦਾ ਮੈਡੀਕਲ ਬੋਰਡ ਆ, ਰਿਕੁਆਇਰਡ ਆ ਵੀ 25 ਘੰਟੇ ਦੀ ਪੜ੍ਹਾਈ ਆਏ ਸਾਲ, ਮਤਲਬ 50 ਘੰਟੇ ਸਾਨੂੰ ਐਵਰੀ 2 ਸਾਲ ਸਾਡਾ ਲਾਇਸੈਂਸ ਰੀਨਿਊ ਹੁੰਦਾ। ਆਏ 10 ਸਾਲਾਂ ਬਾਅਦ ਸਾਨੂੰ ਬੋਰਡ ਰੀਸਰਟੀਫਿਕੇਸ਼ਨ ਕਰਾਉਣੀ ਪੈਂਦੀ ਆ। ਸੋ ਮੇਕ ਸ਼ੋਰ ਵੀ ਤੁਸੀਂ ਉਸ ਡਾਕਟਰ ਕੋਲੇ ਜਾਓ ਜਿਹੜਾ ਕੁਆਲੀਫਾਈਡ ਆ ਤੇ ਬੋਰਡ ਸਰਟੀਫਾਈਡ ਵੀ ਆ, ਜਿਹੜਾ ਕਿ ਅਪਡੇਟ ਕਰਕੇ ਰੱਖਦਾ ਆਪਣੇ ਆਪ ਨੂੰ। ਸੋ ਜੇ ਤੁਹਾਨੂੰ ਕਿਸੇ ਦਵਾਈ ਬਾਰੇ ਕੋਈ ਖਾਦਸਾ ਜਾਂ ਕੰਸਰਨ ਹੈ, ਅੱਜ ਕੱਲ੍ਹ ਤਾਂ ਤੁਸੀਂ AI ਦੇ ਵਿੱਚ ਜਿੰਨਾ ਮਰਜ਼ੀ ਤੁਸੀਂ ਪੜ੍ਹ ਸਕਦੇ ਹੋ, ਡੇਟਾ ਅਵੇਲੇਬਲ ਹੈਗਾ। ਸੋ ਇਹ ਨਹੀਂ ਵੀ ਇਹ ਤੁਹਾਨੂੰ ਕੋਈ ਡਾਕਟਰ ਕੁਛ ਪਰਸਨਲੀ ਵੇਚਣ ਦੀ ਕੋਸ਼ਿਸ਼ ਕਰ ਰਿਹਾ, ਉਹ ਤੁਸੀਂ ਸੈਕੰਡ ਓਪੀਨੀਅਨ ਵੀ ਲੈ ਸਕਦੇ ਹੋ। ਜੇ ਤੁਹਾਨੂੰ ਇੱਕ ਡਾਕਟਰ ਤੇ ਲੱਗਦਾ ਵੀ ਉਹਦੇ ਓਪੀਨੀਅਨ 'ਚ ਕੋਈ ਕਮਰਸ਼ੀਅਲ ਇੰਟਰਸਟ ਹੈ, ਤੁਸੀਂ ਦੂਜੇ ਡਾਕਟਰ ਤੋਂ ਸਲਾਹ ਲੈ ਸਕਦੇ ਹੋ, ਫਿਰ ਖੁਦ ਆਪਣੀ ਪੜ੍ਹਾਈ ਕਰਕੇ ਰਿਸਰਚ ਕਰ ਸਕਦੇ ਹੋ। ਸੋ ਦੇਖੋ, ਜਦੋਂ ਕੋਈ ਵੀ ਚੀਜ਼ ਦੀ ਐਡਵਾਂਸਮੈਂਟ ਹੁੰਦੀ ਆ, ਉਹਦੇ ਵਿੱਚ ਕੁਝ ਖਿਲਾਫ ਵੀ ਹੋਣਗੇ, ਵੀਕਨੈਸਿਸ ਵੀ ਹੋਣਗੀਆਂ, ਪਰ ਓਵਰਆਲ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕੀਤੀ ਆ। ਤੇ ਉਹਦਾ ਸਬੂਤ ਇਹ ਹੈ ਕਿ ਹੁਣ ਇਨਸਾਨ ਅੱਗੇ ਨਾਲੋਂ ਦੁੱਗਣੀ ਜ਼ਿੰਦਗੀ ਪਾ ਰਹੇ ਨੇ, ਇਨ ਦ ਬੈਨੀਫਿਟ ਆਫ ਮਾਈ ਪ੍ਰੋਫੈਸ਼ਨ। ਬਿਲਕੁਲ। ਮੇਰਾ ਨੈਕਸਟ ਕੁਐਸਚਨ ਜਿੱਦਾਂ ਹੁਣ ਆਪਾਂ ਦਵਾਈਆਂ ਦੀ ਗੱਲ ਕਰਦੇ ਹਾਂ, ਡਾਕਟਰ ਰੰਗੀ ਨੇ ਹਾਰਮੋਨਸ ਦੀ ਵਿੱਚ ਗੱਲ ਕੀਤੀ। ਵਾਟਸ ਦ ਰੀਜ਼ਨ ਹਾਰਮੋਨਸ ਆਰ ਆਲ ਓਵਰ ਦ ਪਲੇਸ? ਕਿਉਂ ਆਪਣਾ ਇਹ ਇਸ ਟਾਈਮ ਇੱਦਾਂ ਦੀ ਆਪਾਂ ਸਥਿਤੀ ਦੇ ਵਿੱਚ ਪਹੁੰਚੇ ਹਾਂ ਵੀ ਚਾਹੇ ਉਹ ਬੰਦਾ ਆ, ਚਾਹੇ ਉਹ ਬੁੜੀ ਆ, ਨਿਆਣੇ ਆ, ਸਿਆਣੇ ਆ, ਸਾਰਿਆਂ ਦੇ ਹਾਰਮੋਨ ਦੇ ਆਰ ਨਾਟ ਬੈਲੈਂਸਡ ਐਨੀਮੋਰ? I think that's a great question. Thank you for asking. ਪਹਿਲੀ ਗੱਲ ਤੇ ਮੈਂ ਦੱਸੂੰਗੀ ਕਿ ਹਾਰਮੋਨਸ ਨਾ ਬੜੀ ਤਰ੍ਹਾਂ ਦੇ ਹੁੰਦੇ ਨੇ, ਬਹੁਤ ਡਿਫਰੈਂਟ ਟਾਈਪਸ ਆਫ ਹਾਰਮੋਨਸ, ਰਾਈਟ। ਪਿਚੂਟਰੀ ਗਲੈਂਡ ਹੁੰਦੀ ਹੈ ਇੱਥੇ ਆਪਣੇ ਅੱਖਾਂ ਦੇ ਪਿੱਛੇ, ਇਹਨੂੰ ਕਹਿੰਦੇ ਮਦਰ ਆਫ ਆਲ ਦ ਗਲੈਂਡਸ। ਇਹ ਸਭ ਤੋਂ ਇੰਪੋਰਟੈਂਟ ਹਾਰਮੋਨ ਬਣਾਉਂਦੀ ਹੈ, ਤੇ ਇਹਦੇ ਤੋਂ ਕੰਟਰੋਲ ਹੁੰਦਾ ਹੈ ਥਾਇਰੋਇਡ, ਇਹਦੇ ਤੋਂ ਕੰਟਰੋਲ ਹੁੰਦੇ ਐਡਰੀਨਲ ਗਲੈਂਡਸ, ਇਹਦੇ ਤੋਂ ਕੰਟਰੋਲ ਹੁੰਦੇ ਹੈ ਓਵਰੀਜ਼ ਐਂਡ ਟੈਸਟੀਕਲਸ ਐਂਡ ਅਦਰ ਰਿਪਰੋਡਕਟਿਵ ਹਾਰਮੋਨਸ। ਹਾਂਜੀ। Then there are other places in the body as well that make hormones. Now, the hormones that directly influence your sugar or glucose are cortisol, thoda insulin, ਇਹ ਵੀ ਤੁਹਾਡੇ ਹਾਰਮੋਨ ਨੇ। ਸੋ ਆਪਾਂ ਆਮ ਤੌਰ ਤੇ ਲੋਕੀ ਜਦੋਂ ਹਾਰਮੋਨ ਦਾ ਨਾਮ ਸੁਣਦੇ ਨੇ ਨਾ, ਦੇ ਥਿੰਕ ਵੀ ਰਿਪਰੋਡਕਟਿਵ ਹਾਰਮੋਨ ਨੇ, ਥੀਸ ਆਰ ਆਲ ਸੈਕਸ਼ੂਅਲ ਹਾਰਮੋਨਸ ਵੀ, ਜਾਂ ਫਿਰ ਤੁਹਾਡਾ ਯੂਥ ਦਾ ਚੇਂਜ ਆ ਰਿਹਾ, ਜਾਂ ਫਿਰ ਤੁਹਾਡਾ ਵਿਦ ਏਜ ਥੋੜੇ ਚੇਂਜਸ ਆ ਰਹੇ ਨੇ। ਉਹ ਦੇ ਆਰ ਜਸਟ ਵਨ ਆਫ them. There are a lot of other hormones. ਹਾਂਜੀ। ਜੇ ਤੁਹਾਡਾ ਥਾਇਰੋਇਡ ਠੀਕ ਨਹੀਂ ਕੰਮ ਕਰ ਰਿਹਾ ਤਾਂ ਤੁਹਾਡਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ। ਜੇ ਤੁਹਾਡਾ ਥਾਇਰੋਇਡ ਜ਼ਿਆਦਾ ਕੰਮ ਕਰ ਰਿਹਾ, ਤੁਹਾਡਾ ਮੈਟਾਬੋਲਿਜ਼ਮ ਜ਼ਿਆਦਾ ਹੋ ਜਾਂਦਾ ਹੈ। ਸੋ ਕਈ ਲੋਕੀ ਮੈਂ ਦੇਖਦੀ ਹਾਂ ਹਾਈਪਰ ਥਾਇਰੋਇਡ ਹੁੰਦੇ ਆ ਮੇਰੇ, ਜਿਹੜੇ ਥਾਇਰੋਇਡ ਓਵਰ ਐਕਟਿਵ ਕਰ ਰਿਹਾ, ਉਹਨਾਂ ਦੀਆਂ ਦਵਾਈਆਂ ਵੀ ਫਾਸਟ ਮੈਟਾਬੋਲਾਈਜ਼ ਹੋ ਜਾਂਦੀਆਂ, ਸੋ ਉਹਨਾਂ ਦੀਆਂ ਦਵਾਈਆਂ ਅਸਰ ਵੀ ਨਹੀਂ ਕਰਦੀਆਂ। ਸੋ ਉਹਨਾਂ ਨੂੰ ਸਭ ਚੀਜ਼ਾਂ ਨੂੰ ਸਾਨੂੰ ਐਜ਼ ਅ ਹਾਰਮੋਨ ਸਪੈਸ਼ਲਿਸਟ ਵੀ ਹੈਵ ਟੂ ਕੀਪ ਯੋਰ ਹਾਰਮੋਨਸ ਇਨ ਚੈੱਕ ਐਂਡ ਵੀ ਹੈਵ ਟੂ ਕੀਪ them in balance. Now, ਤੁਹਾਡਾ ਕੁਐਸਚਨ ਸੀਗਾ ਕਿ ਅੱਜ ਕੱਲ੍ਹ ਹਾਰਮੋਨ ਦੀਆਂ ਪ੍ਰੋਬਲਮ ਜ਼ਿਆਦਾ ਕਿਉਂ ਨੇ? ਖਾਣਾ ਪੀਣਾ, there's a lot of environmental factors that are influence our, ਜਿਵੇਂ ਡਾਕਟਰ ਸਾਹਿਬ ਨੇ ਸਿੰਪਲੀਫਾਈ ਕੀਤਾ ਸੀ, I think he can do it for me again, but ਤੁਹਾਡੇ ਜਿਹੜੇ ਹਾਰਮੋਨਸ ਨੇ ਨਾ, ਉਹਨਾਂ ਨੂੰ ਰਿਸੈਪਟਰ ਤੇ ਕੰਮ ਕਰਨਾ ਹੁੰਦਾ ਹੈ, and those receptors have to open the door to get the hormones inside the cell, and then the cell works. ਸੋ ਉਹ ਚੀਜ਼ਾਂ ਸਾਰੀਆਂ ਨਾ ਪਲਾਸਟਿਕਸ ਨਾਲ, ਤੁਹਾਡੇ এনवायरमेंट ਨਾਲ, ਤੁਹਾਡੇ ਖਾਣ ਪੀਣ ਨਾਲ, ਤੁਹਾਡੀ ਹਰ ਇੱਕ ਚੀਜ਼ ਨਾਲ ਤੁਹਾਡੀਆਂ ਉਹ ਚੀਜ਼ਾਂ ਨੂੰ ਉਹ ਮੋਡੀਫਾਈ ਕਰ ਦਿੰਦਾ ਹੈ, ਤੇ ਉਹ ਤੁਹਾਡੇ ਹਾਰਮੋਨ ਆਮ ਤਰ੍ਹਾਂ ਨਹੀਂ ਕੰਮ ਕਰਦੇ। ਸੋ ਦਿਸ ਇਜ਼ ਅ ਬਿਗ ਡਿਫਰੈਂਸ ਬਿਟਵੀਨ ਪਹਿਲਾਂ ਤੇ ਹੁਣ।
because purity ਘਟ ਗਈ ਹੈ, you know, there's so much in the environment that gets in there that affects how your hormones work. ਤੇ ਬਾਕੀ ਮੋਟਾਪਾ ਅਫੈਕਟ ਕਰਦਾ ਹੈ, you know, ਬੜੀ ਸਿੰਪਲ ਜੀ ਗੱਲ ਹੈ। ਅਸੀਂ ਗੱਲ ਕਰਦੇ ਹਾਂ ਯੰਗ ਗਰਲਸ, ਅਸੀਂ ਪਹਿਲਾਂ ਦੇਖਦੇ ਹੁੰਦੇ ਸੀ ਕਿ ਉਹਨਾਂ ਦੇ ਜਿਹੜੇ ਮੈਂਸਟਰਲ ਪੀਰੀਅਡਸ ਹੈ, ਦੇ ਯੂਜ਼ਡ ਟੂ ਸਟਾਰਟ ਐਟ ਅਰਾਊਂਡ 12 or 13, ਤੇ ਹੁਣ ਅਸੀਂ ਉਹ ਦੇਖਦੇ ਹਾਂ ਵੀ ਉਹ 9, 10, 11 ਤੇ ਸ਼ੁਰੂ ਹੋਣ ਲੱਗ ਗਏ ਨੇ। that's all because of what we eat, how our lifestyle has changed. So ਬਹੁਤ ਜ਼ਰੂਰੀ ਹੈ, ਜੇ ਮੈਂ ਕੁਝ ਵੀ ਕਹਿਣਾ ਚਾਹੂੰਗੀ ਕਿ ਜੇ ਬੇਸਿਕ ਸਿੰਪਲ ਟੇਕ ਹੋਮ ਮੈਸੇਜ ਹੈ ਕਿ eat pure, eat clean. ਜਿਹੜੇ ਤੁਹਾਡੇ ਦਾਦਾ ਦਾਦੀ ਖਾਂਦੇ ਸੀ ਨਾ, ਉਹ ਚੀਜ਼ਾਂ ਖਾਓ। ਜਿਹੜੀਆਂ ਪਿੰਡਾਂ ਤੋਂ ਆਪਾਂ ਸਿੱਖ ਕੇ ਆਏ ਆ ਨਾ, ਉਹ ਚੀਜ਼ਾਂ ਖਾਓ। ਘਰੇ ਸਬਜ਼ੀਆਂ ਲਾਓ, ਤੁਸੀਂ ਆਰਗੈਨਿਕ ਖਾਓ, ਤੁਸੀਂ ਪਿਓਰ ਖਾਓ, ਪਲਾਸਟਿਕਸ ਚੋਂ ਨਾ ਖਾਓ। all those things are messing up our hormones. And of course exercise ਕਰੋ and sleep well and manage your stress, you know. ਡਾਕਟਰ ਸਾਹਿਬ ਨੇ ਪਹਿਲਾਂ ਗੱਲ ਕੀਤੀ ਸੀ, ਆਪਾਂ ਇਸ ਮੁਲਕਾਂ 'ਚ ਆਏ ਹਾਂ ਤੇ ਸਟ੍ਰੈਸ ਵੀ ਬਹੁਤ ਹੈ, ਤੇ ਡਾਕਟਰ ਸਾਹਿਬ ਅੱਜ ਕੱਲ੍ਹ ਸਟ੍ਰੈਸ ਤੇ ਇੰਡੀਆ ਵੀ ਬਹੁਤ ਹੈ, you know, ਸਟ੍ਰੈਸ ਤਾਂ ਕਿਤੇ ਵੀ ਨਹੀਂ ਰੁਕਿਆ, but we need to learn how to manage that stress. ਹਾਂਜੀ। So one of the things that I'm offering in my new practice is a healing hour. So ਹਫਤੇ 'ਚ ਇੱਕ ਵਾਰੀ ਅਸੀਂ ਪੇਸ਼ੈਂਟਸ ਨੂੰ ਜ਼ੂਮ ਤੇ ਮਿਲਾਂਗੇ। ਉਹਦੇ 'ਚ ਕੀ ਉਹਨਾਂ ਨੂੰ ਅਸੀਂ ਮੈਡੀਟੇਸ਼ਨ ਕਰਾਵਾਂਗੇ, ਉਹਨਾਂ ਨੂੰ ਅਸੀਂ ਮੂਵਮੈਂਟ ਐਕਸਰਸਾਈਜ਼ ਕਰਾਵਾਂਗੇ ਵਿਦ ਅ ਵੈਲਨੈਸ ਕੋਚ। So I think that gives people a sense of community. You know, ਬਹੁਤ ਲੋਕੀ ਬਹੁਤ ਆਈਸੋਲੇਸ਼ਨ 'ਚ ਰਹਿ ਰਹੇ ਨੇ, you know, ਇਕੱਲੇ। ਤੁਸੀਂ ਜਿੰਨਾ ਮਰਜ਼ੀ ਫੇਸਬੁੱਕ ਫਰੈਂਡਸ ਹੋਣ, ਜਿੰਨਾ ਮਰਜ਼ੀ ਹੋਵੇ, ਜੇ ਤੁਹਾਡੀ ਕੋਈ ਬਹੁਤ ਕਲੋਜ਼ਨੈਸ ਕਿਸੇ ਨਾਲ ਨਹੀਂ ਨਾ ਹੈਗੀ, ਜਿਹਨਾਂ ਤੁਸੀਂ ਦਿਲ ਦੀਆਂ ਗੱਲਾਂ ਕਰ ਸਕਦੇ ਆ, ਫਿਰ ਤੁਹਾਡੀ ਉਹ ਆਈਸੋਲੇਸ਼ਨ ਰਹੇਗੀ, right? So we are trying to create these healing zones where people can connect and let go and learn how to heal from within. You know, ਨਹੀਂ ਤਾਂ ਤੁਸੀਂ ਬਾਹਰ ਦੀਆਂ ਬੈਂਡੇਡ ਲਾਈ ਜਾਓਗੇ, ਦਵਾਈਆਂ ਤੇ ਦਵਾਈਆਂ ਲਈ ਜਾਓਗੇ। ਡਾਕਟਰ ਖਾਨ? ਹਾਂਜੀ, ਇਹ ਵਰਚੁਅਲ ਸੰਗਤ ਦੀ ਗੱਲ ਕਰ ਰਹੇ। ਸੋ ਮੈਂ ਜਿਹੜੀ ਇਹ ਫੂਡ ਦੀ ਗੱਲ ਕਰ ਰਹੇ ਹਾਂ ਨਾ, ਉਹਦੇ 'ਚ ਇੱਕ ਚੀਜ਼ ਬੜੀ ਜ਼ਰੂਰੀ ਅੱਜ ਕੱਲ੍ਹ, ਖਾਸ ਕਰਕੇ ਜਿਹੜਾ ਆਪਾਂ ਦੁੱਧ ਪੀਂਦੇ ਹਾਂ, ਜਿਹੜੀਆਂ ਗਾਵਾਂ ਦਾ ਦੁੱਧ ਆ, ਉਹਨਾਂ ਨੂੰ ਟੀਕੇ ਲੱਗਦੇ ਨੇ ਵੀ ਉਹਨਾਂ ਦਾ ਦੁੱਧ ਵੱਧ ਜੇ, ਇਨਸੂਲਿਨ ਦੇ ਟੀਕੇ ਜਾਂ ਹਾਰਮੋਨ ਦੇ ਟੀਕੇ, ਉਹ ਫਿਰ ਦੁੱਧ ਵਿੱਚ ਵੀ ਆ ਜਾਂਦੇ ਨੇ। ਪਰ ਜਦੋਂ ਸਾਡੀ ਬਾਡੀ 'ਚ ਜਾਂਦੇ ਨੇ, ਉਹਦਾ ਤਾਂ ਨੈਚੁਰਲੀ ਅਸਰ ਮਾੜਾ ਹੋਣਾ। ਸੋ ਕੋਸ਼ਿਸ਼ ਤਾਂ ਜਿੰਨਾ ਅਸੀਂ ਆਰਗੈਨਿਕ ਹੋ ਸਕਦੇ ਹਾਂ ਹੋਣਾ ਚਾਹੀਦਾ। ਦੂਜਾ ਜਿਹੜਾ ਗੱਲ ਆਪਣੀ ਬਾਡੀ ਦੀ ਫਿਜ਼ੀਓਲੋਜੀ ਆ, ਦੇਖੋ ਜਿਹੜਾ ਮੇਲ ਹਾਰਮੋਨ ਆ ਉਹ ਟੈਸਟੋਸਟੇਰੋਨ ਆ, ਜਿਹੜਾ ਸਾਡਾ ਮੈਨਹੁੱਡ ਆ ਜਾਂ ਸਾਡੇ ਫੇਸ਼ੀਅਲ ਹੇਅਰ ਨੇ, ਜਾਂ ਮਤਲਬ ਮਰਦ ਤੇ ਔਰਤ ਦੇ ਵਿੱਚ ਮੇਜਰ ਡਿਫਰੈਂਸ ਕਰਦਾ ਉਹ ਟੈਸਟੋਸਟੇਰੋਨ ਦੇ ਲੈਵਲਸ ਨੇ। ਬੰਦੇ ਦਾ ਜਿਹੜਾ ਹਾਰਮੋਨ ਲੈਵਲ ਹੈ ਨਾ, ਉਹ ਹੌਲੀ ਹੌਲੀ ਗ੍ਰੈਜੂਅਲੀ ਘਟਦਾ ਹੈਗਾ। ਮਤਲਬ ਮੈਨੋਪੌਜ਼ ਵੀ ਆਉਂਦਾ, ਪਰ ਜਿਹੜਾ ਲੇਡੀਜ਼ ਦਾ ਮੀਨੋਪੌਜ਼ ਆ, ਉਹਨਾਂ ਦੇ ਇੱਕਦਮ ਜਦੋਂ ਮਿਡਲ ਏਜ 'ਚ ਜਾਂਦੇ ਆ, ਹਾਰਮੋਨ ਜਿਹੜੇ ਇੱਕਦਮ ਬੰਦ ਹੋ ਜਾਂਦੇ ਨੇ ਵਿਦਿਨ ਪੀਰੀਅਡ ਆਫ 2 or 3 years। ਸੋ ਉਹ ਜਿਹੜੀ ਹਾਰਮੋਨ ਰਿਪਲੇਸਮੈਂਟ ਆ, ਉਹਦੇ ਨਾਲ ਤੁਸੀਂ ਜਿਹੜੀ ਆਪਣੀ ਲਾਈਫ ਦੀ ਜਿਹੜੀ ਬਹੁਤ ਚੀਜ਼ਾਂ ਦਾ ਅਸਰ ਹੁੰਦਾ ਹੈ। ਮੇਰੇ ਖਿਆਲ ਡਾਕਟਰ ਰੰਗੀ ਕੈਨ ਐਕਸਪਲੇਨ ਇਟ ਬੈਟਰ ਲੇਟਰ ਔਨ, ਵੀ ਉਹ ਰਿਪਲੇਸਮੈਂਟ ਵੀ ਕਈ ਵਾਰੀ ਲੋੜ ਪੈਂਦੀ ਆ। ਨਹੀਂ, ਜਦੋਂ ਮੀਨੋਪਾਜ਼ ਹੁੰਦਾ, ਲੇਡੀਜ਼ ਡਿਪਰੈਸ਼ਨ ਚਲੀਆਂ ਜਾਂਦੀਆਂ, ਉਹਨਾਂ ਦੇ ਘਰਾਂ ਦੇ ਵਿੱਚ ਮੈਰਿਜ ਰਿਲੇਸ਼ਨ ਵੀ ਕਈ ਵਾਰੀ ਇਫੈਕਟ ਹੁੰਦੇ ਇਹ ਚੀਜ਼ਾਂ ਨਾਲ। ਉਹ ਤਾਂ ਹੈਗਾ ਬਾਇਓਲੋਜੀਕਲ। ਪਹਿਲਾਂ ਇਹ ਹੁੰਦਾ ਸੀਗਾ ਵੀ ਲੋਕ ਇੰਨਾ ਜੀਂਦੇ ਹੀ ਨਹੀਂ ਸੀਗੇ, ਮੀਨੋਪਾਜ਼ ਦੇ ਨੇੜੇ ਜਾ ਕੇ ਤੁਹਾਡੀ ਬੰਦਾ ਵੈਸੇ ਹੀ ਦੁਨੀਆ ਤੋਂ ਚਲਿਆ ਜਾਂਦਾ ਸੀ। ਹੁਣ ਤੁਸੀਂ ਮੀਨੋਪਾਜ਼ ਤੋਂ ਬਾਅਦ ਵੀ 30 ਸਾਲ 35 ਸਾਲ ਜੀ ਰਹੇ ਹੋ। ਸੋ ਲੋਟ ਆਫ ਥਿੰਗਸ ਹੈਵ ਚੇਂਜ ਫॉर ਗੁੱਡ ਐਂਡ ਬੈਡ। ਸੋ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਨਾ ਵੀ ਸਟ੍ਰੈਸ ਤੇ ਲੋਨਲੀਨੈਸ, ਸਟੈਨਫੋਰਡ ਨੇ ਇੱਕ ਸਟੱਡੀ ਕੀਤੀ ਸੀਗੀ ਵੀ ਜਿਹੜਾ ਸਟ੍ਰੈਸ ਹੈਗਾ ਸਪੈਸ਼ਲੀ ਇਮੀਗ੍ਰੈਂਟਸ ਦੇ ਵਿੱਚ, ਉਹ ਉਨਾ ਹੀ ਰਿਸਕ ਫੈਕਟਰ ਹੈਗਾ ਜਿੰਨਾ ਕਿ ਸਮੋਕਿੰਗ ਤੇ ਡਾਇਬੀਟੀਜ਼ ਆ ਹਾਰਟ ਅਟੈਕ ਦੇ ਲਈ। ਸੋ ਚੰਗੇ ਮਿੱਤਰ ਹੋਣਾ, ਚੰਗੀ ਸੰਗਤ ਹੋਣਾ ਬੜੀ ਜ਼ਰੂਰੀ ਆ। ਜਦ ਤੁਸੀਂ ਹਾਰਟ ਟੂ ਆਪਣੇ ਨੇ, ਪੰਜਾਬੀ 'ਚ ਇੱਕ ਵਰਡ ਆ ਮਹਿਰਮ, ਦਿਲਾਂ ਦੇ ਆ ਮਹਿਰਮ, ਆਪਾਂ ਗਾਣਾ ਵੀ ਸੁਣਿਆ ਹੋਣਾ। ਯੂ ਨੀਡ ਪੀਪਲ ਇਨ ਲਾਈਫ ਜਿੱਥੇ ਤੁਸੀਂ ਆਪਣੇ ਆਪ ਨੂੰ ਕਨਫਾਈਡ ਕਰ ਸਕਦੇ ਹੋ, ਜਿੱਥੇ ਤੁਸੀਂ ਹਾਰਟ ਟੂ ਹਾਰਟ ਕਰ ਸਕਦੇ ਆ। ਬੈਸਟ ਤਾਂ ਹੈਗਾ ਆਪਣੇ ਘਰ 'ਚ ਕਰੋ, ਪਰ ਕਈ ਵਾਰੀ ਤੁਹਾਡੇ ਫਰੈਂਡਸ ਹੁੰਦੇ ਨੇ, ਕਈ ਵਾਰੀ ਤੁਸੀਂ ਘਰ ਦੇ ਵਿੱਚ ਨਹੀਂ, ਬੱਚਿਆਂ ਨਾਲ ਜਾਂ ਭੈਣ ਭਰਾਵਾਂ ਨਾਲ ਨਹੀਂ ਖੁੱਲ੍ਹਦੇ ਕਈ ਗੱਲਾਂ 'ਤੇ। ਸੋ ਇਹ ਲਾਈਫ ਦੇ ਵਿੱਚ ਜੋਏ ਹੋਣਾ ਬਹੁਤ ਜ਼ਰੂਰੀ ਆ। ਤੁਸੀਂ ਆਪਣੇ ਫਰੈਂਡਸ ਨਾਲ ਕੋਈ ਇਕੱਠੀਆਂ ਐਕਟੀਵਿਟੀਜ਼ ਕਰਦੇ ਹੋ, ਤੁਸੀਂ ਟ੍ਰਿਪ ਕਰਦੇ ਹੋ, ਤੁਸੀਂ ਇਕੱਠੇ ਹੋ ਕੇ ਸੇਵਾ ਕਰਦੇ ਹੋ, ਕੁਛ ਵੀ ਕਰਦੇ ਹੋ, ਪਾਠ ਕਰਦੇ ਹੋ, all those things help you being a happy and healthier person. ਜੀ, ਮੈਂ ਇਸ ਮੌਕੇ ਇੱਕ ਵਾਰੀ ਫੇਰ ਆਪਣੇ ਦਰਸ਼ਕਾਂ ਸਰੋਤਿਆਂ ਦੇ ਲਈ ਦੱਸਦੇ ਜਾਈਏ ਵੀ ਜਿਹੜਾ ਡਾਇਬਟੀਜ਼ ਦੇ ਉੱਤੇ ਫਿਊਚਰ ਔਰ ਡਾਇਬਟੀਜ਼ ਕੇਅਰ, ਇਸ ਦੇ ਉੱਤੇ ਸਪੈਸ਼ਲ ਜਿਹੜਾ ਆ ਉਹ ਸਿੰਪੋਜ਼ੀਅਮ ਹੋ ਰਿਹਾ ਹੈ। ਸੋ ਆਪ ਸਭ ਨੂੰ ਬੇਨਤੀ ਹੈ, ਜੇ ਤੁਸੀਂ ਰੌਕਲੈਂਡ ਜਾਂ ਉਸ ਦੇ ਇਰਦ ਗਿਰਦ ਇਲਾਕੇ 'ਚ ਰਹਿੰਦੇ ਆ, 14 ਨਵੰਬਰ ਨੂੰ 9 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਹੋਣਾ ਆ।
ਤੇ ਡਾਕਟਰ ਰੰਗੀ ਉੱਥੇ ਮੌਜੂਦ ਹੋਣਗੇ। ਸੋ ਡੈਫੀਨੇਟਲੀ ਇਸ ਮੌਕੇ ਦਾ ਜਿਹੜਾ ਉਹ ਤੁਸੀਂ ਫਾਇਦਾ ਜਿਹੜਾ ਉਹ ਚੱਕੋ, ਤਾਂ ਜੋ ਤੁਸੀਂ ਡਾਇਬਟੀਜ਼, ਜੇ ਤੁਸੀਂ ਖਾਸ ਕਰਕੇ ਡਾਇਬਟਿਕ ਆ ਤਾਂ ਤੁਹਾਨੂੰ ਤਾਂ ਬਿਲਕੁਲ ਹੀ ਜਾਣਾ ਚਾਹੀਦਾ। ਤੁਸੀਂ ਉਹਨੂੰ ਕਿੱਦਾਂ ਕੰਟਰੋਲ ਕਰ ਸਕਦੇ ਆ, ਕੀ ਤੁਹਾਡੀਆਂ ਅੱਗੇ ਫਿਊਚਰ ਦੀਆਂ ਆਪਸ਼ਨਸ ਨੇ, ਤੁਸੀਂ ਆਪੋ ਆਪਣੇ ਜਿਹੜੇ ਡਾਕਟਰ ਦੇ ਨਾਲ ਕਿਹੜੀਆਂ ਗੱਲਾਂ ਕਰੋ ਤਾਂ ਜੋ ਤੁਹਾਨੂੰ ਬੈਟਰ ਕੇਅਰ ਹੋਵੇ ਅਤੇ ਤੁਹਾਡੀ ਜਿਹੜਾ ਜੀਵਨ ਆ ਅੱਗੇ ਬੈਟਰ ਹੋਵੇ। ਉਹ ਉਸ ਜਿਹੜੀ ਆ ਸਿੰਪੋਜ਼ੀਅਮ ਦੇ ਵਿੱਚ ਉਸ ਗੱਲਬਾਤ 'ਚ ਜਾਣਾ ਨਾ ਭੁੱਲਿਓ। 14 ਨਵੰਬਰ ਸ਼ੁੱਕਰਵਾਰ ਨੂੰ 9 ਤੋਂ 2 ਵਜੇ ਤੱਕ। ਲੋਕੇਸ਼ਨ ਇੱਕ ਵਾਰੀ ਫਿਰ ਡਾਕਟਰ ਦੱਸ ਦਿਓ ਅਤੇ ਮੈਂ ਫਿਰ ਆਪਾਂ ਅਗਲੀ ਗੱਲ ਵੱਲ ਵਧਦੇ ਹਾਂ। ਹਾਂਜੀ, ਇਹ ਹੈਗਾ ਦ ਸ਼ੈਲੇ ਇਵੈਂਟ ਸੈਂਟਰ, ਰੌਕਲੈਂਡ 'ਚ ਹੈਗਾ। ਸ਼ੈਲੇ ਇਵੈਂਟ ਸੈਂਟਰ ਹਾਈਵੇ 80 ਦੇ ਨਜ਼ਦੀਕ ਹੈ। ਤੇ ਬਾਕੀ ਆਪਾਂ ਲਿੰਕ ਇੱਥੇ ਪਾ ਦਾਂਗੇ ਨੀਚੇ, ਬਾਅਦ ਵਿੱਚ ਉੱਥੇ ਲੋਕੀ ਜਾ ਕੇ ਸਾਈਨ ਅਪ ਕਰ ਸਕਦੇ ਆ। ਇਟਸ ਫॉर ਫ੍ਰੀ, ਪਰ ਸਾਈਨ ਅਪ ਕਰਨਾ ਜ਼ਰੂਰੀ ਹੈ। ਠੀਕ ਹੈ ਜੀ। ਸੋ ਕੁਝ ਕੁ ਦਿਨ ਤੁਹਾਡੇ ਕੋਲ ਬਚੇ ਆ, ਸੋ ਡੈਫੀਨੇਟਲੀ ਮੇਕ ਸ਼ੋਰ ਕਰੋ ਯੂ ਸਾਈਨ ਅਪ, ਯੂ ਰਜਿਸਟਰ ਐਂਡ ਇਹ ਫਾਇਦਾ ਜਿਹੜਾ ਹੋ ਲਓ। ਨਹੀਂ ਤਾਂ ਜਿੱਦਾਂ ਦੱਸ ਹੀ ਰਹੇ ਆ ਵੀ ਡਾਕਟਰਾਂ ਦੇ ਕੋਲ ਤਾਂ 5 ਮਿੰਟ ਵੀ ਹੈ, ਜਦੋਂ ਤੁਸੀਂ ਜਾਂਦੇ ਆ 5-10 ਮਿੰਟ ਹੀ ਬੜੇ ਔਖੇ ਆ। ਸੋ ਇਹਨਾਂ ਨੇ 9 ਤੋਂ 2 ਵਜੇ ਤੱਕ ਤੁਹਾਨੂੰ ਸਪੈਸੀਫਿਕਲੀ ਇੱਕ ਬਿਮਾਰੀ ਦੇ ਬਾਰੇ ਤੁਹਾਨੂੰ ਸਾਰਾ ਕੁਝ ਜਿਹੜਾ ਉਹ ਇਹ 'ਚ ਦੱਸਣਾ ਹੈ। ਸੋ ਹੁਣ ਜਦੋਂ ਆਪਾਂ ਸਟ੍ਰੈਸ ਦੀ ਗੱਲ ਕਰਦੇ ਹਾਂ, ਤੁਸੀਂ ਕੋਰਟੀਜ਼ੋਲ ਦੀ ਜਿਹੜੀ ਉਹ ਗੱਲ ਕੀਤੀ ਸੀ, ਸੋ ਉਸੇ ਨੂੰ ਹੀ ਆਪਾਂ ਮੈਨੇਜ ਜਿਹੜਾ ਉਹ ਜ਼ਿਆਦਾ ਕਰਨਾ ਆ। ਕੀ ਆਪਣੀ ਕਮਿਊਨਿਟੀ ਦੇ ਵਿੱਚ ਕੋਰਟੀਜ਼ੋਲ ਇਜ਼ ਦਾ ਮੇਨ ਰੀਜ਼ਨ ਡਾਇਬਟੀਜ਼ ਦੇ ਲਈ, ਜਾਂ ਕੋਈ ਹੋਰ ਵੀ ਨਾਲ ਆ? ਮੈਂ ਪਹਿਲਾਂ ਤਾਂ ਕੰਟੀਨਿਊ ਕਰੂੰਗੀ ਜਿਹੜਾ ਡਾਕਟਰ ਕੰਗ ਨੇ ਬੋਲਿਆ ਸੀ ਅਬਾਊਟ ਮੈਨੋਪੌਜ਼, ਬਿਕਾਜ਼ ਉਹਦੀ ਮੈਂ ਕੁਝ ਫਿਨਿਸ਼ ਕਰਨਾ ਚਾਹੁੰਦੀ ਸੀ। ਐਂਡ ਆਈ ਐਮ ਗਲੈਡ ਹੀ ਪੁੱਟ ਅ ਵੈਰੀ ਕਲੀਅਰ ਪਿਕਚਰ ਵੀ ਇੱਕ ਤਾਂ ਨੈਚੁਰਲ ਕਾਜ਼ਸ ਨੇ ਹਾਰਮੋਨ ਚੇਂਜਸ ਦੇ, ਵਿਚ ਇਜ਼ ਮੈਨੋਪੌਜ਼, ਐਂਡ ਬੰਦਿਆਂ ਜਿਹੜਾ ਹੁੰਦਾ ਉਹਨੂੰ ਕਹਿੰਦੇ ਐਂਡਰੋਪੌਜ਼। ਤੇ ਲਾਈਕ ਹੀ ਸੈਡ ਕਿ women get their menopause around age 50, ਬੰਦਿਆਂ ਦਾ ਟੈਸਟੋਸਟੇਰੋਨ ਹੌਲੀ ਹੌਲੀ ਲੋ ਹੁੰਦਾ, ਤੇ very different in drastic stop and progressive. ਤੇ ਦੂਸਰੀ ਗੱਲ, the reason I'm mentioning that is ਕਿ ਜਦੋਂ ਤੁਹਾਡਾ menopause ਹੁੰਦਾ ਹੈ, ਉਹਦਾ ਮਤਲਬ ਹੈ ਕਿ ਤੁਹਾਡੀ ਜਿਹੜੀ monthly periods ਨੇ, ਮਹਾਵਾਰੀ ਹੈ, ਉਹ ਬੰਦ ਹੋ ਜਾਂਦੀ ਹੈ for 1 year when you don't get periods. That's called menopause. ਉਹਦੇ around ਜਿਹੜਾ time ਹੁੰਦਾ ਉਹਨੂੰ ਅਸੀਂ ਕਹਿੰਦੇ perimenopause. Now when you start perimenopause, or maybe we can say mid 40s ਤੋਂ ਲੈ ਕੇ average age ਜਿਹੜੀ menopause ਦੀ ਹੈ ਨਾ in US, it's 51. And if you say average is 51, that means few women will get it before, few will get after, right? So ਜੇ ਤੁਹਾਡੇ mid 40s ਤੋਂ ਲੈ ਕੇ mid 50s ਤੱਕ ਜਿਹੜਾ ਟਾਈਮ ਹੈ ਉਹਨੂੰ ਅਸੀਂ ਕਹਾਂਗੇ perimenopause। ਤੇ ਉਸ ਟਾਈਮ ਤੇ ਤੁਹਾਡਾ ਐਸਟ੍ਰੋਜਨ ਬਹੁਤ ਡ੍ਰੌਪ ਹੋਣ ਲੱਗ ਜਾਂਦਾ ਹੈ, ਤੇ ਜਦੋਂ ਤੁਹਾਡਾ ਐਸਟ੍ਰੋਜਨ ਡ੍ਰੌਪ ਹੁੰਦਾ ਹੈ ਨਾ, ਉਹਦੇ ਨਾਲ ਤੁਹਾਡਾ ਵਜ਼ਨ ਵੱਧਦਾ ਹੈ, ਤੇ ਐਸਟ੍ਰੋਜਨ ਹੈਲਪਸ ਯੂ ਵਿਦ ਮੈਟਾਬੋਲਿਜ਼ਮ ਐਜ਼ ਵੈਲ, ਤੇ ਉਸ ਵਜ਼ਨ ਵਧਣ ਨਾਲ ਤੁਹਾਨੂੰ ਇਨਸੂਲਿਨ ਰੈਜ਼ਿਸਟੈਂਸ ਵੀ ਵੱਧਦਾ ਹੈ। ਸੋ ਮੈਨੂੰ ਬਹੁਤ ਮਿਡਲ ਏਜ ਵੂਮਨ ਆਉਂਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਡਾਕਟਰ ਸਾਹਿਬ ਵੀ ਅਸੀਂ ਚੇਂਜ ਨਹੀਂ ਕੀਤਾ ਕੁਝ ਵੀ ਲਾਈਫਸਟਾਈਲ, ਆਮ ਸਟਿਲ ਐਕਸਰਸਾਈਜ਼ਿੰਗ, ਆਮ ਸਟਿਲ ਈਟਿੰਗ, ਐਂਡ ਆਮ ਗੈਟਿੰਗ ਦਿਸ weight in the middle, you know, ਕਿ help me with that, and that's got a lot to do with menopause. Okay, so ਇੱਕ ਤੇ ਇਹ ਗੱਲ ਹੈ। ਦੂਜੀ ਗੱਲ ਇਹ ਹੈ ਕਿ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਐਸਟ੍ਰੋਜਨ ਰਿਪਲੇਸਮੈਂਟ ਦੇ ਫਾਇਦੇ ਬਹੁਤ ਨੇ, ਜਾਂ ਫਿਰ ਹਾਰਮੋਨ ਰਿਪਲੇਸਮੈਂਟ ਦੇ। ਕਈ ਵਾਰ ਅਸੀਂ ਪ੍ਰੋਜੈਸਟਰੋਨ ਵੀ ਰਿਪਲੇਸਮੈਂਟ ਕਰਦੇ ਹਾਂ, ਕਈਆਂ ਨੂੰ ਦੋਨਾਂ ਦੀ ਜ਼ਰੂਰਤ ਹੁੰਦੀ ਹੈ, ਕਈਆਂ ਨੂੰ ਅਸੀਂ ਟੈਸਟੋਸਟੇਰੋਨ ਵੀ ਦਿੰਦੇ ਹਾਂ ਫॉर ਅਦਰ ਰੀਜ਼ਨਸ। ਸੋ ਡਿਪੈਂਡਿੰਗ ਔਨ ਵੇਅਰ ਯੂ ਆਰ, ਵਾਟ ਯੂਰ ਨੀਡਸ ਆਰ, ਤੁਹਾਡਾ ਸਰੀਰ ਦੀ ਕੀ ਲੋੜਾਂ ਨੇ, ਵੀ ਟਾਕ ਐਂਡ ਵੀ ਲੁੱਕ ਐਟ ਯੂਰ ਗੋਲਸ, ਤੇ ਉਸ ਦੇ ਬੇਸਿਸ ਤੇ ਅਸੀਂ ਹਾਰਮੋਨ ਰਿਪਲੇਸਮੈਂਟ ਟ੍ਰੀਟਮੈਂਟ ਦਿੰਦੇ ਹਾਂ। ਨਾਟ ਜਸਟ ਗੋਲਸ, ਆਲਸੋ ਯੂਰ ਰਿਸਕ ਫੈਕਟਰਸ, ਵੀ ਤੁਹਾਨੂੰ ਕਿਹੜਾ ਨਹੀਂ ਦੇਣਾ ਚਾਹੀਦਾ, you know, we assess that and we give you hormone replacement therapy. And I specifically want to talk about that because I am going through that, and I went through that in the last few years, and that really made a big difference in my life because I lost desire, I didn't want to do anything, meri energy cut lagi, main thakawat zyada hone lagi, wazan gain ho gaya, and you know, I felt like it was, I can call it depression. I was going through a phase where I just did not feel myself, and that's when it was eye-opening to understand when women come and tell me what they mean, because hale tak te main sirf dekhya hi siga, te hun main experience bhi kar liya, and now I've started my hormone replacement therapy and I feel so much better. So I want to tell ਆਪਣੀਆਂ ਭੈਣਾਂ ਨੂੰ ਕਿ ਤੁਸੀਂ ਸਹੀ ਡਾਕਟਰ ਨਾਲ ਗੱਲ ਕਰੋ ਜੇ ਤੁਹਾਨੂੰ ਨਹੀਂ ਠੀਕ ਹੋ ਰਿਹਾ ਫੀਲ, ਤੇ ਕਿਉਂਕਿ ਹਰ ਇੱਕ ਡਾਕਟਰ ਹਾਰਮੋਨ ਰਿਪਲੇਸਮੈਂਟ ਥੈਰੇਪੀ ਦੇਣ ਲਈ ਕੰਫਰਟੇਬਲ ਨਹੀਂ ਹੈ, because there was a time, there was a lot of publicity that came out negative about hormone replacement therapy, and that did so much damage. You know, koi study ai sigi Women's Health Initiative, te ode naal ਉਹਨਾਂ ਨੇ ਦਿਖਾਇਆ ਕਿ ਤੁਹਾਡੇ ਬਲੱਡ ਕਲੌਟ ਜ਼ਿਆਦਾ ਬਣਦੇ ਨੇ, ਹਾਰਟ ਅਟੈਕ ਜ਼ਿਆਦਾ ਹੁੰਦੇ ਨੇ, ਬ੍ਰੈਸਟ ਕੈਂਸਰ ਹੁੰਦਾ ਹੈ। ਸੋ ਰਾਤੋਂ ਰਾਤ ਉਹਦੀ ਚਰਚਾ ਇੰਨੀ ਜ਼ਿਆਦਾ ਵੱਧ ਗਈ, ਖਬਰਾਂ 'ਚ ਨਾ ਆ ਗਿਆ, ਨਿਊਜ਼ਪੇਪਰ 'ਚ ਨਾ ਆ ਗਿਆ, women stopped taking their hormones, and that stayed for 20 years or so. ਹੁਣ finally ਅਸੀਂ learn ਕਰ ਰਹੇ ਹਾਂ ਕਿ that was not interpreted right. ਉਹ ਸਟੱਡੀ ਠੀਕ ਤਰ੍ਹਾਂ ਨਾਲ ਨਹੀਂ ਕੀਤੀ ਗਈ ਸੀ, ਜਿਹੜੇ ਲੋਕਾਂ ਨਾਲ ਕੀਤੀ ਸੀ that was not the right population we deal with every day,
and the third thing is the interpretation was not right. So ਹੁਣ suddenly ਨਾ ਪਰਦਾ ਚੱਕਿਆ ਜਾ ਰਿਹਾ ਕਿ ਹਾਰਮੋਨ ਰਿਪਲੇਸਮੈਂਟ ਥੈਰੇਪੀ ਬੈਡ ਨਹੀਂ ਹੈ, ਇਹਦੇ ਬਹੁਤ ਜ਼ਿਆਦਾ ਫਾਇਦੇ ਨੇ। ਤੇ ਉਹ still you have to understand who's the right doctor who can assess you and tell you and give you the prescription, right? So ਉਹਦੇ ਲਈ ਤੁਹਾਨੂੰ ਸਹੀ ਡਾਕਟਰ ਨਾਲ ਗੱਲ ਕਰਨੀ ਜ਼ਰੂਰੀ ਹੈ, ਬਿਕੋਜ਼ ਜੇ ਤੁਸੀਂ ਨਹੀਂ ਕਰੋਗੇ ਤਾਂ ਹੋ ਸਕਦਾ ਹੈ ਤੁਹਾਡਾ ਮੂਡ ਵੀ ਖਰਾਬ ਰਵੇ forever, for long time, right? If you can take care of it with hormones, why not? ਦੂਜਾ ਤੁਹਾਨੂੰ ਹੋ ਸਕਦਾ ਇਨਸੂਲਿਨ ਰੈਜ਼ਿਸਟੈਂਸ ਸੀਗੀ ਤੇ ਹੁਣ ਉਹ ਵੱਧ ਕੇ ਪ੍ਰੀ ਡਾਇਬੀਟੀਜ਼ ਹੋ ਜੇ। ਹੋ ਸਕਦਾ ਤੁਹਾਡਾ eventually estrogen also has receptors in the brain, and more women tend to get Alzheimer's and memory problems than men. And there's a clear theory here and evidence कि जे तुसी estrogen दिने हैं तो ਉਹਦੇ ਨਾਲ it can help your mind later years. So like Dr. Saab said earlier, you want to be independent, you want to be thriving, you want to be as healthy as possible in your later years. ਉਹਦੇ ਲਈ ਸਾਨੂੰ ਸਭ ਕੁਝ ਹੁਣ ਕਰਨਾ ਪਏਗਾ 20 30 40 ਸਾਲ ਪਹਿਲਾਂ to prepare ourselves for the last decade of our life. ਮੈਂ ਇਹ ਐਡ ਕਰਨਾ ਚਾਹੁੰਦਾ ਵੀ ਆਲਦੋ ਇਹ ਲੇਡੀਜ਼ ਦੀ ਫਿਜ਼ੀਕਲ ਪ੍ਰੋਬਲਮ ਹੈ, ਪਰ ਇਸ ਚੀਜ਼ ਦਾ ਇੰਪੈਕਟ ਉਹਨਾਂ ਦੇ ਸਪਾਊਸ ਤੇ ਵੀ ਹੁੰਦਾ, ਹਸਬੈਂਡ ਤੇ ਵੀ। ਜੇ ਹਸਬੈਂਡ ਆਪਣੀ ਵਾਈਫ ਦੀਆਂ ਪ੍ਰੋਬਲਮਸ ਨੂੰ ਅੰਡਰਸਟੈਂਡ ਨਹੀਂ ਕਰੇਗਾ ਤਾਂ ਨੈਚੁਰਲੀ ਘਰ 'ਚ ਕਨਫਲਿਕਟ ਹੋਏਗਾ। ਉਹਨਾਂ ਦਾ ਲਾਈਫ ਸਟਾਈਲ ਡਿਫਰੈਂਟ ਸੀਗਾ ਵੈਨ ਦੇ ਵਰ ਬੋਥ ਹੈਵਿੰਗ ਇਕੁਅਲ ਹਾਰਮੋਨਸ। ਹੁਣ ਇੱਕਦਮ ਲੇਡੀ ਦੇ ਹਾਰਮੋਨ ਚੇਂਜ ਹੋ ਗਏ ਤੇ ਬੰਦੇ ਨੂੰ ਸਮਝ ਨਹੀਂ ਆ ਰਿਹਾ ਵੀ ਮੇਰੀ ਵਾਈਫ ਇੱਦਾਂ ਕਿਉਂ ਕਰ ਰਹੀ ਹੈਗੀ ਆ। ਸੋ ਇਟ ਅਫੈਕਟਸ ਫੈਮਿਲੀ ਲਾਈਫ, ਪਰਸਨਲ ਰਿਲੇਸ਼ਨਸ਼ਿਪਸ। ਸੋ ਇਸ ਚੀਜ਼ ਨੂੰ ਸਮਝਣਾ, ਨੈਚੁਰਲੀ ਲੇਡੀਜ਼ ਆਪਣੇ ਸਰੀਰ ਤੇ ਹੰਡਾਉਂਦੀਆਂ, ਪਰ ਉਹਨਾਂ ਦੇ ਜਿਹੜਾ ਸਿਗਨੀਫਿਕੈਂਟ ਅਦਰ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਸਮਝ ਹੋਣੀ ਬਹੁਤ ਜ਼ਰੂਰੀ ਆ। ਕਿਉਂਕਿ ਅੱਜ ਕੱਲ੍ਹ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਵੀ ਪੀਪਲ ਆਰ ਲਿਵਿੰਗ ਮਚ ਲੋਂਗਰ, ਸੋ ਯੂ ਮੋਰ ਲਾਈਕਲੀ ਟੂ ਐਕਸਪੀਰੀਅੰਸ ਚੇਂਜਸ ਇਨ ਯੋਰ ਬਾਡੀ। ਸੋ ਜਿਹੜਾ ਡਾਕਟਰ ਸਾਹਿਬ ਪ੍ਰੋਗਰਾਮ ਕਰ ਰਹੇ ਆ ਨਾ, ਮੈਂ ਇਹਦੇ ਬਾਰੇ ਫਿਰ ਇੱਕ ਵਾਰੀ ਦੁਬਾਰਾ ਕਹਾਂਗਾ ਵੀ ਇਹ ਪ੍ਰੋਗਰਾਮ ਇੱਕ ਬਹੁਤ ਅੱਛਾ ਮੌਕਾ ਹੈਗਾ। ਜੇ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਡਾਇਬਟੀਜ਼ ਆ, ਭਾਵੇਂ ਤੁਹਾਨੂੰ ਖੁਦ ਨੂੰ ਨਹੀਂ ਵੀ ਆ, ਇਟਸ ਅ ਗ੍ਰੇਟ ਲਰਨਿੰਗ ਐਜੂਕੇਸ਼ਨਲ ਓਪਰਚੁਨਿਟੀ। ਇਹ ਪ੍ਰੋਗਰਾਮ ਇੰਗਲਿਸ਼ ਦੇ ਵਿੱਚ ਹੈਗਾ 9 ਤੋਂ ਲੈ ਕੇ 2 ਵਜੇ ਤਾਈਂ। ਤੇ ਜੇ ਕਮਿਊਨਿਟੀ ਨੇ ਅੱਛਾ ਰਿਸਪੌਂਸ ਦਿੱਤਾ ਤਾਂ ਕੋਸ਼ਿਸ਼ ਕਰਾਂਗੇ ਵੀ ਅੱਗੇ ਨੂੰ ਇੱਕ ਪੰਜਾਬੀ 'ਚ ਵੀ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਜੇ ਕਮਿਊਨਿਟੀ ਦਾ ਸਹਿਯੋਗ ਮਿਲੇਗਾ ਤਾਂ ਫਿਰ ਡਾਕਟਰ ਰੰਗੀ ਦਾ ਵੀ ਹੌਸਲਾ ਵਧੇਗਾ, ਇਹ ਹੋਰ ਵੱਧ ਚੜ੍ਹ ਕੇ ਹੌਸਲੇ ਨਾਲ ਕੰਮ ਕਰਨਗੇ। ਸੋ ਮੇਰੀ ਤਾਂ ਇਹੀ ਰਿਕੁਐਸਟ ਹੈ ਕਿ ਇਹਨਾਂ ਦੀ ਸਪੋਰਟ ਕਰੋ, ਉੱਥੇ ਜਾਓ, ਫ੍ਰੀ ਹੈਗਾ, ਤੁਹਾਨੂੰ ਕੋਈ ਕਾਸਟ ਨਹੀਂ ਹੈਗੀ। ਬ੍ਰੇਕਫਾਸਟ ਵੀ ਖਵਾ ਰਹੇ ਨੇ ਤੇ ਲੰਚ ਵੀ ਖਵਾ ਰਹੇ ਨੇ। ਸੋ ਹੋਰ ਸ਼ੀ ਇਜ਼ ਡੂਇੰਗ ਐਵਰੀਥਿੰਗ ਟੂ ਮੇਕ ਸ਼ੋਰ ਵੀ ਲੋਕ ਆਉਣ ਅਤੇ ਕੁਛ ਸਿੱਖ ਕੇ ਜਾਣ। ਅਤੇ ਸ਼ਾਮ ਨੂੰ ਇਹ ਪ੍ਰੋਗਰਾਮ ਉਸੇ ਦਿਨ ਕਰ ਰਹੇ ਨੇ ਜਿਹੜਾ ਕਿ ਡਾਕਟਰਾਂ ਦੇ ਲਈ ਆ, ਉਹਦੇ ਵਿੱਚ ਮੈਂ ਵੀ ਖੁਦ ਵੀ ਜਾ ਰਿਹਾ। ਅਤੇ ਇਹ ਸਵੇਰੇ ਵਾਲਾ ਪ੍ਰੋਗਰਾਮ ਹੈਗਾ ਪੇਸ਼ੈਂਟਸ ਲਈ। ਇਹਦੇ 'ਚ ਵੀ ਡਾਕਟਰ ਜਾ ਸਕਦੇ ਨੇ ਜੇ ਡਾਕਟਰ ਜਾਣਾ ਚਾਹੁੰਦੇ ਨੇ, ਪਰ ਮੇਨਲੀ ਇਹ ਪੇਸ਼ੈਂਟ ਜਿਹੜੇ ਜਾ ਉਹਨਾਂ ਦੇ ਫੈਮਿਲੀ ਵੀ ਉਹ ਸਿੱਖ ਸਕਣ ਵੀ ਅੱਜ ਕੱਲ੍ਹ ਨਵੀਆਂ ਟੈਕਨੋਲੋਜੀਜ਼, ਨਵੀਆਂ ਟਰੀਟਮੈਂਟ ਕੀ ਹੈਗੀਆਂ ਨੇ। Yeah, Dr. Saab, just to carry on that, ਹੁਣ ਜਿੱਦਾਂ ਨਾ ਲੋਕਾਂ ਨੂੰ ਇਹ ਨਹੀਂ ਪਤਾ ਵੀ there is inhaled insulin too, ਵੀ ਸਾਰੇ ਇਨਸੂਲਿਨ ਦੇ ਟੀਕੇ ਨਹੀਂ ਲਾਉਣ ਦੀ ਜ਼ਰੂਰਤ, ਕਿ ਅਸੀਂ ਇਨਹੇਲਡ ਇਨਸੂਲਿਨ ਵੀ ਵਰਤਦੇ ਹਾਂ। ਹੁਣ ਮੈਂ ਤਾਂ ਪਿਛਲੇ 10 ਸਾਲਾਂ ਤੋਂ ਯੂਜ਼ ਕਰ ਰਹੀ ਹਾਂ। ਸੋ ਪੇਸ਼ੈਂਟਸ ਨੂੰ ਜੇ ਜਿੰਨੀ ਨੌਲੇਜ ਹੋਏਗੀ ਉਹ ਆਪਦੇ ਡਾਕਟਰ ਤੋਂ ਪੁੱਛ ਸਕਦੇ ਆ, ਐਂਡ ਦੇ ਕੈਨ ਰਿਕੁਐਸਟ ਫॉर दैट, ਰਾਈਟ। ਹੁਣ ਕਿੰਨੇ ਡਾਕਟਰਸ ਨੂੰ ਨਹੀਂ ਪਤਾ, ਦੇ ਆਰ ਨਾਟ ਵੈਰੀ ਕੰਫਰਟੇਬਲ ਰਾਈਟਿੰਗ ਇਨਹੇਲਡ ਇਨਸੂਲਿਨ। ਸੋ ਉਹਦੇ ਨਾਲ ਕੀ ਹੁੰਦਾ ਵੀ ਪੇਸ਼ੈਂਟਸ ਨੂੰ ਆਪਸ਼ਨ ਹੀ ਨਹੀਂ ਮਿਲਦੀ, ਫਿਰ ਉਹ ਟੀਕੇ ਲਾਉਂਦੇ ਨੇ, ਰਾਈਟ। ਸੋ ਹੋ ਸਕਦਾ ਕਿ ਸਿਰਫ ਇਨਹੇਲਡ ਇਨਸੂਲਿਨ ਤੇ ਨਹੀਂ ਤੁਸੀਂ ਜਾ ਸਕਦੇ, ਤੁਹਾਨੂੰ ਇੱਕ ਟੀਕਾ ਫਿਰ ਵੀ ਲਾਣਾ ਪਏਗਾ। ਬਟ ਕਈ ਲੋਕੀ 4 ਟੀਕੇ ਲਾਉਂਦੇ ਨੇ। ਸੋ 4 ਤੋਂ ਤੁਸੀਂ ਇੱਕ ਟੀਕੇ ਤੇ ਆ ਜਾਓਗੇ ਤੇ 3 ਟਾਈਮਸ ਯੂ ਕੈਨ ਜਸਟ ਇਨਹੇਲ ਤੁਹਾਡਾ ਇਨਸੂਲਿਨ, ਠੀਕ ਹੈ ਜੀ। ਦੂਸਰੀ ਗੱਲ ਇਹ ਹੈ ਕਿ ਨਵੇਂ ਇਨਸੂਲਿਨ ਪੰਪਸ ਆ ਗਏ ਨੇ। there is new technology, continuous glucose monitor, so ਲੋਕਾਂ ਨੂੰ ਹੁਣ ਬਲੱਡ ਨੂੰ ਫਿੰਗਰ ਟੈਸਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ, continuous glucose monitor ਲਾ ਲੈਂਦੇ ਨੇ, and that gives us a lot of value. So I'll be talking about the latest technology that is available. ਫਿਰ ਬੜੇ ਲੋਕਾਂ ਨੂੰ type 1 diabetes ਹੁੰਦੀ ਹੈ ਜਿਨ੍ਹਾਂ ਨੂੰ ਕਿ best care ਨਹੀਂ ਮਿਲਦੀ, so ਉਹਨਾਂ ਨੂੰ they should learn what is the latest insulin pump that is available out there that they can use, ਜਿਹਦੇ ਨਾਲ ਕਿ ਉਹਨਾਂ ਦੀ sickness ਘਟ ਜੇ ਤੇ ਉਹ independent ਜ਼ਿਆਦਾ ਰਹਿ ਸਕਣ। ਸੋ ਏਦਾਂ ਕਰਕੇ ਅਸੀਂ ਕਾਫੀ ਗੱਲਾਂ ਕਰਾਂਗੇ। ਇਹ ਨਾ ਜਿਹੜਾ ਨਵੰਬਰ 14 ਹੈਗੀ ਆ, ਨਵੰਬਰ 14 ਜਿੱਦਣ ਇਹਨਾਂ ਦਾ ਪ੍ਰੋਗਰਾਮ ਹੈ, ਉਹ ਵਰਲਡ ਡਾਇਬਟੀਜ਼ ਦੇ, ਵਿਸ਼ਵ ਦਾ ਸ਼ੂਗਰ ਦੀਆਂ ਬਿਮਾਰੀਆਂ ਦਾ ਦਿਨ ਹੈ। ਉਹਦੀ ਵਜ੍ਹਾ ਇਹ ਆ, ਮੈਂ ਮੈਂਸ਼ਨ ਕਰਨਾ ਚਾਹੁੰਦਾ, ਇਹ ਇੱਕ ਬਹੁਤ ਵੱਡੇ ਸਾਇੰਸਦਾਨ ਹੋਏ ਨੇ, ਮਿਸਟਰ ਬੈਂਟਿਕ, ਡਾਕਟਰ ਬੈਂਟਿਕ, ਜਿਨ੍ਹਾਂ ਨੇ ਕਿ ਇਨਸੂਲਿਨ ਦੀ ਖੋਜ ਕੀਤੀ ਸੀ 1921 ਦੇ ਵਿੱਚ। ਸੋ ਆਪਾਂ ਡਾਕਟਰਾਂ ਦੀ ਗੱਲ ਕਰ ਰਹੇ ਸੀ ਵੀ ਉਹਨਾਂ ਨੇ ਕੀ ਕੰਟਰੀਬਿਊਟ ਕੀਤਾ। ਜੇ ਤੁਸੀਂ ਥੋੜ੍ਹਾ ਜਿਹਾ ਸੋਚੋ ਵੀ ਉਸ ਤੋਂ ਪਹਿਲਾਂ ਜੇ ਕਿਸੇ ਨੂੰ ਸ਼ੂਗਰ ਹੁੰਦੀ ਸੀਗੀ ਟਾਈਪ 1, ਉਹ ਤਕਰੀਬਨ ਉਹਨਾਂ ਦੀ 1-2 ਮਹੀਨੇ 'ਚ ਡੈਥ ਹੋ ਜਾਂਦੀ ਸੀ। ਅੱਛਾ, ਜੇ ਕਿਸੇ ਨੂੰ ਕਿਉਂਕਿ ਉਦੋਂ ਇਨਸੂਲਿਨ ਨਹੀਂ ਸੀ ਹੁੰਦੀ,
ਤੇ ਪੁਰਾਣੇ ਜ਼ਮਾਨੇ ਦੇ ਵਿੱਚ ਡਾਇਬਟੀਜ਼ ਨੂੰ ਪਤਾ ਕਿੱਦਾਂ ਡਾਇਗਨੋਸ ਕਰਦੇ ਸੀ? ਜੇ ਕਿਸੇ ਨੂੰ ਵਾਰ-ਵਾਰ ਪਿਸ਼ਾਬ ਹੁੰਦਾ ਸੀ ਨਾ, ਉੱਥੇ ਕੀੜਿਆਂ ਦਾ ਭੌਣ ਛੱਡ ਦਿੰਦੇ ਸੀ। ਹਾਂ ਕੀੜਿਆਂ ਨੂੰ ਮਿੱਠਾ ਚੰਗਾ ਲੱਗਦਾ ਤੇ ਕੀੜੇ ਚਲੇ ਜਾਂਦੇ ਸੀ। ਸੋ ਅੱਗੇ ਨਾਲੋਂ ਆਪਾਂ ਕਿਤੇ ਕਿੰਨੀ ਤਰੱਕੀ ਹੋਈ ਆ। ਇੱਕ ਕਿੰਨੀ ਜ਼ਮਾਨਾ ਸੀ ਵੀ ਅਸੀਂ ਉਂਗਲੀ ਤੇ ਸੂਈ ਮਾਰ ਕੇ ਇੱਕ ਪਲਾਸਟਿਕ ਦੇ ਬੈਂਡ ਨਾਲ ਸ਼ੂਗਰ ਦਾ ਕਲਰ ਮੈਚ ਕਰਦੇ ਸੀ, ਫਿਰ ਗਲੂਕੋਮੀਟਰ ਆ ਗਏ। ਹੁਣ ਏਦਾਂ ਦੀ ਟੈਕਨੋਲੋਜੀ ਆ ਗਈ ਆ ਵੀ ਤੁਹਾਡੇ ਇੱਥੇ ਇੱਕ ਛੋਟਾ ਜਿਹਾ ਉਹਨਾਂ ਨੇ ਸਟ੍ਰਿਪ ਜੀ ਸੈਂਸਰ ਲਾ ਲਾ ਦੇਣੀ ਆ, ਦੇਣਾ। ਜਿਹਦੇ ਨਾਲ ਤੁਹਾਡੇ ਸੈੱਲ ਫੋਨ ਤੇ ਸ਼ੂਗਰ ਤੁਹਾਡੇ ਰਿਜ਼ਲਟ ਆਈ ਜਾਣੇ ਆ। ਸੋ ਇਹ ਬੜੀ ਐਡਵਾਂਸਮੈਂਟ ਹੈਗੀ ਆ, ਬਹੁਤ ਤਰੱਕੀ ਹੋਈ ਆ ਅੱਗੇ ਨਾਲੋਂ। ਤੇ ਵਰਚੁਅਲੀ ਜਿਹੜੇ ਹੁਣ ਪੇਸ਼ੈਂਟ ਜਿਨ੍ਹਾਂ ਨੂੰ ਡਾਇਬਟੀਜ਼ ਆ, ਦੇ ਕੈਨ ਲਿਵ ਅ ਨਾਰਮਲ ਲਾਈਫ ਜੇ ਉਹ ਪ੍ਰੋਪਰ ਆਪਣਾ ਖਿਆਲ ਰੱਖਣ। ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈਗੀ ਆ ਮੈਨੇਜ ਜਿਹੜੇ ਉਹ ਸਹੀ ਤਰੀਕੇ ਨਾਲ ਜੇ ਉਹ ਕਰੀ ਜਾਂਦੇ ਆ ਤਾਂ ਉਹਦੇ ਨਾਲ। ਡਾਕਟਰ ਰਾਂਗੀ, ਜਿੱਦਾਂ ਮੈਂ ਪੁੱਛਿਆ ਸੀਗਾ ਤੁਹਾਨੂੰ ਵੀ ਆਪਣੀ ਕਮਿਊਨਿਟੀ ਦੇ ਵਿੱਚ ਡਾਇਬਟੀਜ਼ ਦੇ ਮੇਨ ਤੁਹਾਨੂੰ ਕਾਰਨ ਜਿਹੜੇ ਉਹ ਕੀ ਲੱਗਦੇ ਹੈਗੇ ਆ? ਸਟ੍ਰੈਸ ਹਾਰਮੋਨ, ਕੋਰਟੀਜ਼ੋਲ ਦੀ ਤੁਸੀਂ ਜਦੋਂ ਗੱਲ ਕਰ ਰਹੇ ਸੀ, ਇਜ਼ ਦੈਟ ਦਾ ਮੇਨ ਰੀਜ਼ਨ ਜਾਂ ਇਸ ਦੇ ਨਾਲ ਨਾਲ ਹੋਰ ਵੀ ਕਿਹੜੀਆਂ ਚੀਜ਼ਾਂ? ਹਾਂਜੀ, ਬਹੁਤ ਅੱਛਾ ਕੁਐਸਚਨ ਹੈ। ਕੋਰਟੀਜ਼ੋਲ ਨਾ ਡਿਫਰੈਂਟ ਜਗ੍ਹਾ ਤੋਂ ਡਿਫਰੈਂਟ ਰੀਜ਼ਨਸ ਲਈ ਵੱਧਦਾ ਹੈ। ਉਹਨੂੰ ਮੈਂ ਇੱਕ ਮਿੰਟ ਠਹਿਰ ਕੇ ਐਡਰੈਸ ਕਰਾਂਗੀ। ਪਹਿਲਾਂ ਮੈਂ ਗੱਲ ਕਰੂੰਗੀ ਆਪਣੀ ਕਮਿਊਨਿਟੀ 'ਚ ਕਿਉਂ ਹੁੰਦੀ ਹੈ ਡਾਇਬਟੀਜ਼। ਆਪਣੀ ਕਮਿਊਨਿਟੀ 'ਚ ਡਾਇਬਟੀਜ਼ ਮੇਨਲੀ ਹੁੰਦੀ ਹੈ ਲਾਈਫ ਸਟਾਈਲ ਕਰਕੇ। ਓਕੇ, ਬਿਕੋਜ਼ ਸਾਡਾ ਜਿਹੜਾ ਖਾਣਾ ਹੈ, ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਕਿਹਾ ਸੀ ਵੀ ਸਵਾਦ ਖਾਣਾ ਤੇ ਈਜ਼ੀਲੀ ਮਿਲਣਾ, ਰਾਈਟ? ਸੋ ਤੁਸੀਂ ਹੰਟਰ ਗੈਦਰਰਸ ਨਹੀਂ ਗਏ, ਤੁਸੀਂ ਜਾ ਕੇ ਪੱਠੇ ਨਹੀਂ ਲੈ ਕੇ ਆਉਣੇ। ਇਫ ਆਈ ਐਮ ਸੇਇੰਗ ਦ ਰਾਈਟ ਵਰਡਸ, ਤੁਸੀਂ ਸਾਗ ਨਹੀਂ ਬਣਾਉਣਾ, ਤੁਸੀਂ ਬਾਹਰੋਂ ਸਬਜ਼ੀਆਂ ਨਹੀਂ ਲੈ ਕੇ ਆਉਣੀਆਂ, ਤੁਸੀਂ I think I said it wrong, that is but anyways, you're not working in the farm anymore. ਤੁਸੀਂ ਮਤਲਬ ਘਰੇ ਖਾਣਾ ਆਸਾਨੀ ਨਾਲ ਬਣਾ ਲੈਂਦੇ ਆ ਤੇ ਸਵਾਦ ਤੋਂ ਸਵਾਦ ਬਣਾਉਣੇ ਆ, ਰਾਈਟ? ਸੋ ਘੱਟ ਖਾਣਾ ਖਾਣਾ ਤੇ ਬਹੁਤ ਸਿੰਪਲ ਖਾਣਾ ਖਾਣਾ ਸਭ ਤੋਂ ਜ਼ਰੂਰੀ ਹੈ। ਸੋ ਸਭ ਤੋਂ ਜ਼ਿਆਦਾ ਸਾਡਾ ਤਾਂ ਹੋ ਰਿਹਾ ਬਿਕੋਜ਼ ਐਕਸੈਸਿਵ ਫੂਡ, ਐਕਸੈਸਿਬਿਲਿਟੀ ਬਹੁਤ ਵੱਧ ਗਈ ਹੈ, ਗਰੀਸੀ ਫੂਡ ਬਹੁਤ ਵੱਧ ਗਿਆ, ਤਰ੍ਹਾਂ ਤਰ੍ਹਾਂ ਦੇ ਫੂਡ ਬਹੁਤ ਵੱਧ ਗਏ ਹੈ, ਸ਼ੂਗਰ ਬਹੁਤ ਜ਼ਿਆਦਾ ਹੈ, ਹਰ ਇੱਕ ਚੀਜ਼ ਸ਼ੂਗਰ ਹੈ, ਐਵਰੀਥਿੰਗ ਹੈਜ਼ ਐਡੀਟਿਵ। ਈਵਨ ਜਿਹੜਾ ਤੁਸੀਂ ਸੀਰੀਅਲ ਵੀ ਖਾਂਦੇ ਆ ਨਾ, ਸੀਰੀਅਲ ਦੇ ਵਿੱਚ ਸਾਲਟ ਤੇ ਸ਼ੂਗਰ ਬਹੁਤ ਜ਼ਿਆਦਾ ਹੁੰਦੀ ਹੈ। ਸੋ ਜਿਹੜਾ ਲੋਕੀ ਕਹਿੰਦੇ ਨੇ ਨਾ ਕਿ ਮੈਂ ਬ੍ਰੈਕਫਾਸਟ ਲਈ ਰੋਜ਼ ਸੀਰੀਅਲ ਖਾਣਾ ਹੈ, ਡੋਂਟ ਥਿੰਕ ਵੀ ਉਹ ਬਹੁਤ ਹੈਲਥੀ ਆ। ਉਹ ਨਹੀਂ ਹੈਲਥੀ, ਬਿਕਾਜ਼ ਦੈਟ ਹੈਜ਼ ਲੋਟਸ ਆਫ ਐਡਿਟਿਵਸ। ਸੋ ਖਾਣਾ ਪੀਣਾ ਤੇ ਲੈਕ ਆਫ ਐਕਟੀਵਿਟੀ, ਜਿੱਥੇ ਵੀ ਆਪਾਂ ਜਾਂਦੇ ਹਾਂ, ਕਾਰ 'ਚ ਜਾਂਦੇ ਹਾਂ, ਹੁਣ ਕੰਮ ਕਰਦੇ ਹਾਂ ਤਾਂ ਕੰਪਿਊਟਰ ਤੇ ਬੈਠੇ ਹੁੰਦੇ ਆ। ਸੋ ਆਪਣਾ ਤੋਰਾ ਫੇਰਾ ਬਹੁਤ ਘੱਟ ਗਿਆ ਤੇ ਖਾਣਾ ਵੱਧ ਗਿਆ। ਉਹ ਬਹੁਤ ਸਿੰਪਲ ਆਨਸਰ ਹੈਗਾ ਫॉर ਯੂ। ਤੇ ਦੂਜੀ ਗੱਲ ਹੈ ਫਿਰ ਵੀ ਕਿ ਤੁਹਾਡਾ ਕੋਰਟੀਜ਼ੋਲ। ਓਕੇ, ਕੋਰਟੀਜ਼ੋਲ ਦਾ ਮਤਲਬ ਇਹ, ਕੋਰਟੀਜ਼ੋਲ ਇੱਕ ਹਾਰਮੋਨ ਹੈਗਾ ਜਿਹੜਾ ਸਾਡੀ ਐਡਰੀਨਲ ਗਲੈਂਡ ਬਣਾਉਂਦੀ ਹੈ ਤੇ ਉਹ ਸਾਡਾ ਸਟ੍ਰੈਸ ਹਾਰਮੋਨ ਹੈ। ਸੋ ਜੇ ਤੁਹਾਨੂੰ ਜ਼ਿਆਦਾ ਸਟ੍ਰੈਸ ਹੋਏਗੀ ਤਾਂ that affects your pituitary gland, and pituitary gland stress put stress in the adrenal gland, which is like caps on top of your kidneys, ਤੇ ਉਹ adrenal gland ਬਹੁਤ ਜ਼ਿਆਦਾ ਕੋਰਟੀਜ਼ੋਲ ਬਣਾ ਦਿੰਦਾ ਹੈ। ਕੋਰਟੀਜ਼ੋਲ ਨੂੰ ਨੈਚੁਰਲੀ ਘਟਾਉਣ ਦਾ ਤਰੀਕਾ ਹੈਗਾ ਸਟ੍ਰੈਸ ਮੈਨੇਜਮੈਂਟ। ਸੋ ਸਟ੍ਰੈਸ ਮੈਨੇਜਮੈਂਟ ਮਤਲਬ ਤੁਸੀਂ ਪਾਠ ਕਰੋ, ਤੁਸੀਂ ਮੈਡੀਟੇਸ਼ਨ ਕਰੋ, ਤੁਸੀਂ ਸੈਰ ਕਰੋ, ਤੁਸੀਂ ਗੁਰਦੁਆਰੇ ਜਾਓ, ਜਿਹੜੀਆਂ ਬਹੁਤ ਸਿੰਪਲ ਚੀਜ਼ਾਂ ਨੇ, ਉਹ ਸਭ ਕੁਝ ਕਰਕੇ ਤੁਹਾਡਾ ਬੋਡੀ ਦਾ ਕੋਰਟੀਜ਼ੋਲ ਘਟ ਸਕਦਾ ਹੈ। ਐਂਡ ਕੋਰਟੀਜ਼ੋਲ ਹੈ ਜਿਹੜਾ ਉਹ ਤੁਹਾਡਾ ਇਨਸੂਲਿਨ ਰੈਜ਼ਿਸਟੈਂਸ ਨੂੰ ਵੀ ਵਧਾਉਂਦਾ ਹੈ ਤੇ ਤੁਹਾਡੀ ਬਲੱਡ ਸ਼ੂਗਰ ਨੂੰ ਵੀ ਵਧਾਉਂਦਾ ਹੈ। ਸੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਹਾਈ ਕੋਰਟੀਜ਼ੋਲ ਇਜ਼ ਨਾਟ ਗੁੱਡ, ਰਾਈਟ? ਤੇ ਹਾਈ ਕੋਰਟੀਜ਼ੋਲ ਆ ਰਿਹਾ ਸਟ੍ਰੈਸ ਤੋਂ ਤੇ ਸਾਡੇ ਖਾਣੇ ਪੀਣੇ ਤੋਂ ਤੇ ਲੈਕ ਆਫ ਸਲੀਪ। ਸੌਂਦੇ ਨਹੀਂ, ਕੰਮ ਹੀ ਕਰੀ ਅੱਛਾ ਸੌਂ, ਅੱਛਾ ਖਾਓ, ਰੈਸਟ ਕਰੋ ਤੇ ਤੁਹਾਡਾ ਨੈਚੁਰਲੀ ਕੋਰਟੀਜ਼ੋਲ ਨੀਚੇ ਆ ਜਾਏਗਾ। That is very simple. Now, 5% of people can have subclinical hypercortisolism. ਇਹ ਬੜੀ ਫੈਂਸੀ ਵਰਡ ਮੈਂ ਕਹਤਾ ਹੈ। ਕਹਿਣ ਦਾ ਮਤਲਬ ਹੈ ਹੋ ਸਕਦਾ ਤੁਹਾਡਾ ਕੰਟਰੋਲ ਨਾ ਹੋਵੇ ਤੁਹਾਡੇ ਕੋਰਟੀਜ਼ੋਲ ਤੇ ਤੁਹਾਡੀ ਬਾਡੀ ਐਕਸੈਸਿਵ ਕੋਰਟੀਜ਼ੋਲ ਬਣਾ ਰਹੀ ਹੋਵੇ। ਓਕੇ, ਤੇ ਉਹ ਬਹੁਤ ਥੋੜੇ ਲੋਕੀ ਨੇ। ਉਹ ਫਿਰ ਉਹੋ ਜਿਹੇ ਲੋਕਾਂ ਨੂੰ ਫਿਰ ਮੈਂ ਦੇਖਦੀ ਹਾਂ, they are my patients, because ਉਹਨਾਂ ਨੂੰ no matter how good they eat, no matter how much lifestyle they have changed, ਉਹਨਾਂ ਦਾ ਵਜਨ ਫਿਰ ਵੀ ਵਧੀ ਜਾਂਦਾ, ਫਿਰ ਉਹਨਾਂ ਦਾ ਬਲੱਡ ਸ਼ੂਗਰ ਫਿਰ ਵੀ ਵਧੇ ਜਾਂਦਾ, ਬਲੱਡ ਪ੍ਰੈਸ਼ਰ ਵੀ ਵਧਦਾ। ਸੋ ਇਨ ਅਦਰ ਵਰਡਸ ਤੁਹਾਡਾ ਸੈਲਫ ਕੰਟਰੋਲ ਔਨ ਕੋਰਟੀਜ਼ੋਲ ਤੁਹਾਡਾ ਨਹੀਂ ਰਹਿੰਦਾ ਤੇ ਤੁਹਾਡੀ ਬਾਡੀ ਆਟੋਮੈਟਿਕਲੀ ਜ਼ਿਆਦਾ ਬਣਾ ਰਹੀ ਹੁੰਦੀ ਹੈ। ਸੋ ਉਹ ਚੀਜ਼ਾਂ ਬਹੁਤ ਹੈਂਡਫੁਲ ਲੋਕਾਂ ਨੂੰ ਹੁੰਦੀਆਂ, ਆਮ ਲੋਕਾਂ ਨੂੰ ਨਹੀਂ ਹੁੰਦੀਆਂ। ਸੋ ਮੈਂ ਆਈ ਡੋਂਟ ਵਾਂਟ ਵੀ ਲੋਕੀ ਡਰਨ ਇਸ ਗੱਲ ਤੋਂ। ਪਰ ਜੇ ਤੁਸੀਂ ਸਭ ਕੁਝ ਕਰ ਰਹੇ ਹੈ, ਖਾ ਵੀ ਸਹੀ ਰਹੇ ਹੈ, ਤੁਸੀਂ ਸਭ ਕੁਝ ਕਰ ਰਹੇ ਹੋ, ਤੁਹਾਡਾ ਵਜਨ ਫਿਰ ਵੀ ਨਹੀਂ ਘਟ ਰਿਹਾ, then request for the expert to see you to understand ਤੁਹਾਡੇ ਹਾਰਮੋਨਸ ਕਿਵੇਂ ਮੇਬੀ ਉਹ ਕੰਟਰੀਬਿਊਟ ਕਰ ਰਹੇ ਹੋਣ ਵੀ ਤੁਹਾਡਾ ਬੈਨੀਫਿਟ ਨਹੀਂ ਹੋ ਰਿਹਾ, ਤੁਹਾਨੂੰ ਫਾਇਦਾ ਨਹੀਂ ਹੋ ਰਿਹਾ। ਠੀਕ ਹੈ ਜੀ। ਸੋ ਤੁਸੀਂ ਨਾ ਐਡਵਾਂਸਡ ਟੈਕਨੋਲੋਜੀਜ਼ ਜਾਂ ਨਵੀਆਂ ਟੈਕਨੋਲੋਜੀਜ਼ ਟਰੀਟਮੈਂਟਸ ਦੀ ਗੱਲ ਕੀਤੀ ਸੀ। ਸੋ ਜਿਹੜੇ ਸਿੰਪੋਜ਼ੀਅਮ 'ਤੇ ਨਹੀਂ ਪਹੁੰਚ ਸਕਦੇ, ਜਿਹੜੇ ਇਸ ਟਾਈਮ ਆਪਾਂ ਨੂੰ ਦੇਖ ਰਹੇ ਆ, ਸੁਣ ਰਹੇ ਆ, ਉਹਨਾਂ ਦੇ ਲਈ ਕੀ ਤੁਸੀਂ ਦੱਸਣਾ ਚਾਹੁੰਦੇ ਹੋ ਉਹਨਾਂ ਨੂੰ? ਆਈ ਨੋ ਵੀ ਸਾਰਿਆਂ ਨੂੰ ਪਹੁੰਚਣਾ ਚਾਹੀਦਾ, ਪਰ ਇਟਸ ਆਲਸੋ ਐਟ ਦ ਸੇਮ ਟਾਈਮ ਇੰਪੋਸੀਬਲ ਵੀ ਆ। ਅਤੇ ਕਿਹੜੀਆਂ ਨਵੀਆਂ ਟਰੀਟਮੈਂਟਸ, ਕਿਹੜੀ ਨਵੀਂ ਟੈਕਨੋਲੋਜੀਜ਼ ਆ ਰਹੀ ਹੈ ਡਾਇਬਟੀਜ਼ ਮੈਨੇਜਮੈਂਟ ਦੇ ਲਈ?
ਬਹੁਤ ਅੱਛਾ ਕੁਐਸਚਨ ਹੈ ਤੁਹਾਡਾ। ਸੋ ਲੈਟ ਮੀ ਸਟਾਰਟ ਵਿਦ ਦਵਾਈਆਂ ਤੋਂ। ਇੱਕ ਗਰੁੱਪ ਦੀ ਦਵਾਈ ਦਾ ਮੈਂ ਨਾਮ ਨਹੀਂ ਲਿਆ, ਉਹਨੂੰ ਕਹਿੰਦੇ GLP-1 ਏਗਨਿਸਟ, ਤੇ ਉਹਨਾਂ ਦਵਾਈਆਂ ਚੱਲਦੇ ਨੇ ਓਜ਼ੈਂਪਿਕ, ਜਿਹੜਾ ਕਿ ਹੁਣ ਅੱਜਕੱਲ ਬਹੁਤ ਪਪੂਲਰ ਹੋਇਆ ਹੋਇਆ। ਸੋ ਉਹ ਦਵਾਈਆਂ ਤੁਹਾਨੂੰ ਵਜਨ ਵੀ ਘੱਟ ਕਰਾਉਂਦੀਆਂ ਨੇ, ਰਾਈਟ? ਸੋ ਉਹ ਦਵਾਈਆਂ ਨੂੰ ਬਹੁਤ ਨੈਗੇਟਿਵ ਪਬਲਿਸਿਟੀ ਵੀ ਮਿਲ ਰਹੀ ਹੈ ਤੇ ਪੋਜ਼ਿਟਿਵ ਵੀ ਮਿਲ ਰਹੀ ਹੈ। ਸੋ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਪਦੇ ਡਾਕਟਰ ਨਾਲ ਗੱਲ ਕਰੋ। ਇਫ ਯੂ ਆਰ ਰੀਅਲੀ ਗੁੱਡ ਕੈਂਡੀਡੇਟ ਤਾਂ ਉਸ ਦਵਾਈ ਦਾ ਤੁਹਾਨੂੰ ਫਾਇਦਾ ਵੀ ਬਹੁਤ ਹੈ, ਪਰ ਕਈ ਲੋਕਾਂ ਨੂੰ ਤੁਹਾਡੀ ਬਾਡੀ ਹੈਂਡਲ ਨਹੀਂ ਕਰ ਸਕਦੀ, ਫਿਰ ਸਾਨੂੰ ਪੁਸ਼ ਨਹੀਂ ਕਰਨਾ ਚਾਹੀਦਾ, ਫਿਰ ਮੇਬੀ ਯੂ ਆਰ ਨਾਟ ਅ ਗੁੱਡ ਕੈਂਡੀਡੇਟ। ਸੋ ਤੁਸੀਂ ਸਹੀ ਡਾਕਟਰ ਨਾਲ ਕੰਮ ਕਰੋ। ਜੇ ਤੁਹਾਡੇ ਲਈ ਓਜ਼ੈਂਪਿਕ ਜਾਂ ਉਸ ਟਾਈਪ ਦੀਆਂ ਦਵਾਈਆਂ ਤੁਹਾਡੇ ਲਈ ਠੀਕ ਹੈ ਤਾਂ ਉਹ ਬਹੁਤ ਅੱਛੀ ਐਡਵਾਂਸਮੈਂਟ ਆਈ ਹੈ। ਆਈ ਵੁੱਡ ਸੇ ਦੈਟ ਇਜ਼ ਦ ਬੈਸਟ ਥਿੰਗ ਹੈਪਨਡ ਇਨ ਦ ਲਾਸਟ ਮੈਨੀ ਈਅਰਸ। ਅੱਜ ਤੱਕ ਸਾਡੇ ਕੋਲ ਕੋਈ ਦਵਾਈ ਨਹੀਂ ਸੀ ਜਿਹੜੀ ਕਿ ਸੇਫਲੀ ਲੋਕਾਂ ਦੀ ਹੰਗਰ ਨੂੰ ਕੰਟਰੋਲ ਕਰ ਸਕੇ। ਇਹ ਦਵਾਈ 5 ਤਰੀਕੇ ਨਾਲ ਕੰਮ ਕਰਦੀ ਹੈ। ਇਹ ਤੁਹਾਡੀ ਐਪੇਟਾਈਟ ਨੂੰ ਕੰਟਰੋਲ ਕਰਦੀ ਹੈ ਔਨ ਐਪੇਟਾਈਟ ਸੈਂਟਰ। ਇਟ ਸਲੋਜ਼ ਯੋਰ ਗੈਸਟ੍ਰਿਕ ਐਮਪਟਿੰਗ, ਤੁਹਾਡਾ ਫੂਡ ਸਟਮਕ ਜ਼ਿਆਦਾ ਰਹਿੰਦਾ ਹੈ। ਸੋ ਤਾਂ ਹੀ ਕਰਕੇ ਮੈਂ ਪੇਸ਼ੈਂਟਸ ਨੂੰ ਕਹਿੰਦੀ ਹਾਂ, ਜੇ ਤੁਹਾਨੂੰ ਨਾਜ਼ੀਆ ਹੋ ਰਿਹਾ, ਜੇ ਤੁਹਾਨੂੰ ਵੋਮਿਟਿੰਗ ਆ ਰਹੀ, ਜੇ ਤੁਸੀਂ ਤਾਂ ਉਹ ਤੁਹਾਨੂੰ ਕੈਮੀਕਲੀ ਦੱਸ ਰਿਹਾ ਕਿ ਤੁਹਾਡੇ ਨੂੰ ਕੁਝ ਖਾਣ ਦੀ ਜ਼ਰੂਰਤ ਨਹੀਂ ਹੈ, ਤੁਹਾਡਾ ਖਾਣਾ ਹਲੇ ਵੀ ਪੇਟ 'ਚ ਪਿਆ। ਤੇ ਪਲੱਸ ਇਟ ਮੇਕਸ ਯੂਰ ਓਨ ਇਨਸੂਲਿਨ ਵਰਕ ਮਚ ਬੈਟਰ। ਸੋ ਬਹੁਤ ਅੱਛੇ ਤਰੀਕੇ ਨਾਲ ਕੰਮ ਕਰਦੀ ਹੈ। ਮੈਂ ਕਹਿਣ ਦਾ ਮਤਲਬ ਹੈ ਕਿ ਇਹ ਦਵਾਈ ਦਾ ਆਉਣਾ ਬਾਈ ਇਟਸੈਲਫ ਵਾਜ਼ ਅ ਗ੍ਰੇਟ ਐਡਵਾਂਸਮੈਂਟ, and now we are getting drugs that are even better than this. Okay, so ਪਹਿਲਾਂ ਇਹ ਇੱਕ ਰਿਸੈਪਟਰ ਤੇ ਕੰਮ ਕਰਦੀ ਸੀ ਓਜ਼ੈਂਪਿਕ, ਫਿਰ ਇੱਕ ਹੋਰ ਦਵਾਈ ਹੈਗੀ ਹੈ tirzepatide which is called Mounjaro in the market. Mounjaro works on 2 different receptors, GLP and GIP. ਹੁਣ now we are getting triple peptides that are going to work on 3 receptors. So ਬੜੀਆਂ ਅੱਛੀਆਂ ਦਵਾਈਆਂ ਆ ਰਹੀਆਂ ਨੇ ਜਿਹੜੀਆਂ ਕਿ ਬਹੁਤ ਹੈਲਪ ਕਰ ਸਕਦੀਆਂ, but you need to work with the right doctor to understand if it's right fit for you. Second, we have inhaled insulin, I mentioned you. Third, we have insulin that is coming out that is ਤੁਸੀਂ ਹਫਤੇ 'ਚ ਇੱਕ ਵਾਰੀ ਲੈ ਸਕਦੇ ਆ instead of taking every day shot. You can have, you know, so it's already been tested, it's been found to be safe, but we are still waiting for FDA approval and for it to come out in the market. So ਏਦਾਂ ਕਰਕੇ ਹੋਰ ਵੀ ਦਵਾਈਆਂ ਆ ਰਹੀਆਂ ਨੇ। ਟੈਕਨੋਲੋਜੀ ਦੀ ਵੀ ਬਹੁਤ ਐਡਵਾਂਸਮੈਂਟ ਆ ਰਹੀ ਹੈ। ਇਨਸੂਲਿਨ ਪੰਪਸ ਜਿਹੜੇ ਆ ਗਏ ਨੇ ਦੇ AI based, ਸੋ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਨੂੰ ਆਟੋਮੈਟਿਕਲੀ ਟੇਕਸ ਕੇਅਰ ਆਫ ਯੂਰ ਰਿਦਮ। ਸੋ ਇਟਸ ਟਾਕਿੰਗ ਟੂ, ਜਿਹੜਾ ਤੁਸੀਂ ਸੈਂਸਰ ਲਾਉਣੇ ਆ ਉਹ ਤੁਹਾਡੇ ਪੰਪ ਨਾਲ ਗੱਲ ਕਰਕੇ ਤੇ ਤੁਹਾਨੂੰ ਉਨੀ ਇਨਸੂਲਿਨ ਮਾਈਕਰੋ ਡੋਜ਼ਿੰਗ ਦਿੰਦਾ ਹੈ, ਤੇ ਉਹਦੇ ਨਾਲ ਤੁਸੀਂ ਨਾ ਜਾ ਉੱਪਰ ਜਾਂਦੇ ਨਾ ਨੀਚੇ ਜਾਂਦੇ ਆ, you know. So it's fantastic, the kind of AI technology that we have at this time. We call it artificial pancreas. So ਇਹ ਹੈ ਕਿ ਤੁਸੀਂ you know, I see a lot of people ਜਿਹੜੇ ਕਿ stuck ਹੋ ਜਾਂਦੇ ਆ, you know, wherever they're working. I think like Dr. Kang said, everybody means good, but some people are good in some things and some are good in something else. So ਜੇ ਤੁਸੀਂ 4 ਟੀਕੇ ਲਾ ਰਹੇ ਆ ਤਾਂ then maybe try to talk to a expert and say, one, can I get off of injections? You know, ਹੁਣ ਪਿਛਲੇ ਸਾਲਾਂ 'ਚ ਮੈਂ ਇੰਨੇ ਲੋਕਾਂ ਨੂੰ ਟ੍ਰੀਟ ਕੀਤਾ ਹੈ ਜਿਹੜੇ ਕਿ ਨਵੀਆਂ ਦਵਾਈਆਂ ਨਾਲ ਇੰਨਾ ਫਾਇਦਾ ਹੁੰਦਾ ਹੈ ਕਿ ਉਹਨਾਂ ਦੀ ਵਜਨ ਘਟ ਗਿਆ, they are doing so much better, ਮੈਂ ਉਹਨਾਂ ਦੇ ਇਨਸੂਲਿਨ ਬੰਦ ਕਰਤਾ ਹੈ। You know, there was a time we used to say we insulin ਤੁਸੀਂ ਇੱਕ ਵਾਰੀ ਸ਼ੁਰੂ ਕਰਤਾ ਤੁਸੀਂ ਬੰਦ ਨਹੀਂ ਕਰੋਗੇ. That's not true. Yeah, but that is for type 2 diabetes. For type 1 diabetes, they still need to be on insulin, but then you find out what is the best plan for you. ਕਿਹੜੀ ਦਵਾਈ, ਕਿਹੜੀ ਟੈਕਨੋਲੋਜੀ ਤੁਹਾਡੇ ਲਈ best fitting ਹੈਗੀ ਹੈ, ਜਿਹਦੇ ਨਾਲ ਕਿ ਤੁਹਾਨੂੰ you know, ਤੁਹਾਡੇ we call it glycemic variability ਘਟ ਜੇ, ਤਾਂ ਕਿ ਤੁਸੀਂ ਨੀਚੇ ਨਾ ਜਾਓ ਤੇ ਉੱਪਰ ਨਾ ਜਾਓ, ਤੁਹਾਡਾ ਬਹੁਤ ਨੈਰੋ ਕੰਟਰੋਲ ਰਵੇ। ਠੀਕ ਹੈ। ਹਾਊ ਟੂ ਨੋ ਇਫ ਯੂ ਆਰ ਅ ਗੁੱਡ ਕੈਂਡੀਡੇਟ? ਤੁਸੀਂ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਐਗਜ਼ਾਮਪਲ ਦੇ ਰਹੇ ਸੀਗੇ ਵੀ ਰਾਈਟ ਡਾਕਟਰ ਨਾਲ ਗੱਲ ਕਰੋ, ਦੇਖੋ ਵੀ ਤੁਸੀਂ ਇਸ ਚੀਜ਼ ਦੇ ਲਈ ਰਾਈਟ ਕੈਂਡੀਡੇਟ ਆ। ਸੋ ਹਾਊ ਡੂ ਵੀ ਨੋ ਆਈ ਐਮ ਅ ਗੁੱਡ ਕੈਂਡੀਡੇਟ ਫॉर ਦਿਸ? ਇਹ ਡਾਕਟਰ ਨੇ ਹੀ ਇਹ ਕਰਨਾ ਆ, ਇਹ ਡਾਕਟਰ ਨੇ ਅਸੈਸ ਕਰਨਾ ਹੈ, ਡਾਕਟਰ ਦਾ ਹੀ ਇਸ ਦੇ ਮਸ਼ੀਨ ਇਜ਼ ਨਾਟ ਗੋਇੰ ਟੂ ਟੈਲ ਯੂ। ਹਾਂਜੀ, ਬਿਕਾਜ਼ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਕਿ ਕਿੰਨੇ ਲੋਕੀ ਨੇ ਜਿਨ੍ਹਾਂ ਨੂੰ ਮੈਂ ਇਨਸੂਲਿਨ ਬੰਦ ਕਰ ਚੁੱਕੀ ਹਾਂ। ਸੋ ਹੁਣ ਮੈਂ ਇੱਕ ਵਾਰੀ ਆਈ ਵਾਸ ਡੂਇੰਗ ਅ ਪ੍ਰੈਜੈਂਟੇਸ਼ਨ ਇਨ ਚੰਡੀਗੜ੍ਹ, ਅਸੀਂ ਏਦਾਂ ਹੀ ਉਹ ਕਰ ਰਹੇ ਸੀ, ਕੀ ਕਹਿੰਦੇ ਨੇ, ਵੋਲੰਟੀਅਰ ਵਰਕ ਐਂਡ ਟੀਚਿੰਗ ਇਨ ਦ ਗੁਰਦੁਆਰਾ, ਤੇ ਕੋਈ ਮੇਰੇ ਕੋਲ ਆਏ ਐਂਡ ਹੀ ਵਾਸ ਆਸਕਿੰਗ ਮੀ ਕਿ ਮੈਨੂੰ ਨਾ ਪੈਨਕ੍ਰੀਆਟਿਕ ਟ੍ਰਾਂਸਪਲਾਂਟ ਕਰਾਉਣਾ ਹੈ, ਮੈਨੂੰ ਸਭ ਕੁਝ ਦੱਸੋ ਕਿੱਥੇ ਮੈਂ ਬੈਸਟ ਜਗ੍ਹਾ ਤੇ ਜਾ ਸਕਦਾ। ਹੁਣ ਤੁਹਾਡੇ ਕੋਲ ਪੈਸੇ ਹੈਗੇ ਆ, ਤੁਸੀਂ ਪੈਨਕ੍ਰੀਆਸ ਟ੍ਰਾਂਸਪਲਾਂਟ ਵੀ ਕਰਾ ਲਓਗੇ, ਪਰ ਜੇ ਤੁਹਾਡਾ 40 ਵਜਨ ਘਟਾ ਕੇ 40 ਪਾਉਂਡ ਤੇ ਮੈਂ ਤੁਹਾਨੂੰ ਇਨਸੂਲਿਨ ਤੋਂ ਹਟਾਈ ਦੇਵਾਂ ਤੇ ਤੁਸੀਂ ਪੈਨਕ੍ਰੀਆਟਿਕ ਟ੍ਰਾਂਸਪਲਾਂਟ ਕਿਉਂ ਕਰਾਓਗੇ? ਕਾਤੇ ਕਰਾਉਣਾ? ਐਗਜ਼ੈਕਟਲੀ। ਸੋ ਦੈਟਸ ਨਾਟ ਇਵਨ ਐਨ ਆਪਸ਼ਨ ਫॉर ਯੂ। ਸੋ ਲੋਕੀ ਨਾ ਕਈ ਵਾਰੀ ਸਿੱਖ ਲਿਮਿਟਡ ਨੌਲੇਜ ਨਾਲ ਬਹੁਤ ਐਡਵਾਂਸ ਟ੍ਰੀਟਮੈਂਟ ਲੱਭਣਾ ਚਾਹੁੰਦੇ ਨੇ, ਐਂਡ ਮੇਬੀ ਦੇ ਡੋਨਟ ਨੀਡ ਆਲ ਦੈਟ। Maybe ਉਹਨਾਂ ਦੀ ਲਾਈਫ ਬਹੁਤ ਸਿੰਪਲ ਹੋ ਸਕਦੀ ਹੈ। So I personally feel you need to work with the right doctor to understand, number one, maybe you don't even need to be on insulin. Maybe we can take you off of insulin. But if you really need to be on insulin, then let me figure out what is the best treatment for you. So dose ਨੂੰ ਜਿਹੜਾ ਉਹ ਲੋਅਰ ਕਰਨਾ ਉਸ ਦੇ ਉੱਤੇ ਆਈ ਥਿੰਕ ਡਾਕਟਰ ਕੰਗ, ਡਾਕਟਰ ਰੰਗੀ, ਆਪਾਂ ਰੀਲ ਦੀ ਦੁਨੀਆ 'ਚ ਰਹਿ ਕੇ ਸਭ ਕੁਝ ਐਂ ਚਾਹੁੰਦੇ ਵੀ ਰਿਜ਼ਲਟ ਐ ਆਉਣ, ਬਟ ਇਟ ਟੇਕਸ ਟਾਈਮ। ਯੈਸ, ਹਾਂਜੀ, ਬਿਲਕੁਲ।
ਯਾ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਦੇ ਵਿੱਚ ਹੈਗੀਆਂ। ਸੋ ਡੈਫੀਨੇਟਲੀ ਡਾਕਟਰ ਰੰਗੀ ਮੌਜੂਦ ਹੋਣਗੇ ਉੱਥੇ ਜਿਹੜੇ ਡਾਇਬਟੀਜ਼ ਦੇ ਉੱਤੇ ਸਿੰਪੋਜ਼ੀਅਮ ਹੋਣ ਜਾ ਰਿਹਾ ਆ ਇਸ ਟਾਈਮ ਰੌਕਲੈਂਡ ਦੇ ਵਿੱਚ 14 ਤਰੀਕ ਨੂੰ ਨਵੰਬਰ 14 ਨੂੰ 9 ਤੋਂ ਲੈ ਕੇ 2 ਵਜੇ ਤੱਕ ਸ਼ੈਰਲਟ ਈਵੈਂਟ ਸੈਂਟਰ ਜਿਹੜਾ ਪਾਰਕਵੇ ਫੇਅਰਵੇ ਡਰਾਈਵ ਦੇ ਉੱਤੇ ਆ ਰੌਕਲੈਂਡ ਦੇ ਵਿੱਚ। ਸੋ ਉੱਥੇ ਜਿਹੜੇ ਵੀ ਕੋਈ ਡਾਇਬਟੀਜ਼ ਦੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਜੇ ਉਸ ਦੇ ਤੁਸੀਂ ਮਰੀਜ਼ ਆ ਤਾਂ ਇਸ ਫ੍ਰੀ ਸੈਮੀਨਾਰ ਦਾ ਜਿਹੜਾ ਉਹ ਤੁਸੀਂ ਫਾਇਦਾ ਲਓ, ਪਰ ਮੇਕ ਸ਼ੋਰ ਕਰੋ ਯੂ ਹੈਵ ਟੂ ਰਜਿਸਟਰ ਕਰਨਾ ਜਿਹੜਾ ਇਸ ਦੇ ਵਿੱਚ ਜ਼ਰੂਰੀ ਆ। ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਡਾਕਟਰ ਕੰਗ। ਡਾਕਟਰ ਰੰਗੀ ਲਾਸਟ ਦੇ ਵਿੱਚ ਜਾਂਦੇ ਜਾਂਦੇ ਜੇ ਤੁਸੀਂ ਕੁਛ ਦਰਸ਼ਕਾਂ ਸਰੋਤਿਆਂ ਦੇ ਨਾਲ ਜਾਂਦੇ ਕੁਛ ਕਹਿਣਾ ਚਾਹੁੰਦੇ ਆ। ਮੈਂ ਤਾਂ ਇਹੀ ਕਹਾਂਗਾ ਵੀ ਬੜਾ ਅੱਛਾ ਮੌਕਾ, ਫਾਇਦਾ ਉਠਾਓ। ਤੇ ਜਿਹੜਾ ਬਿੱਗਰ ਇਸ਼ੂ ਹੈਗਾ ਨਾ, ਹਾਂਜੀ ਬਿੱਗਰ ਇਸ਼ੂ ਇਹ ਹੈਗਾ ਵੀ ਇਹ ਟੌਪਿਕ ਬਹੁਤ ਵੱਡਾ ਹੈਗਾ, ਇਹਨੂੰ 1 ਘੰਟੇ 'ਚ ਕਵਰ ਕਰਨਾ ਬਹੁਤ ਮੁਸ਼ਕਿਲ ਆ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਾਂ ਜਿਹੜੇ ਕਮਿਊਨਿਟੀ ਦੇ ਲੀਡਰ ਹੈ, ਗੁਰੂ ਘਰਾਂ ਦੇ ਜਿਹੜੇ ਸਾਡੇ ਕੇਟਰਿੰਗ ਹੈਗੀ ਆ, ਸਾਡੇ ਪਾਰਟੀਆਂ ਹੁੰਦੀਆਂ, ਅਤੇ ਸਾਨੂੰ ਜੇ ਅਸੀਂ ਜੇ ਆਪਣੀ ਕਮਿਊਨਿਟੀ ਨੂੰ ਹੈਲਥੀ ਬਣਾਉਣਾ, ਸਾਨੂੰ ਆਪਣੀ ਕੋਈ ਸੋਚ ਬਦਲਣ ਦੀ ਲੋੜ ਆ ਵੀ ਅਸੀਂ ਜਿਹੜੇ ਫੂਡ ਜਿਹੜੀ ਸਾਡੀ ਹੈਗੀ ਆ ਉਹ ਹੈਲਥੀ ਨਹੀਂ ਹੈਗੀ। ਅਸੀਂ ਬਹੁਤ ਮਿਹਨਤ ਕਰਦੇ ਹਾਂ ਮੁਲਕਾਂ 'ਚ ਆ ਕੇ, ਅਤੇ ਕੋਈ ਸ਼ੱਕ ਨਹੀਂ ਵੀ ਪੰਜਾਬੀ ਮਿਹਨਤਕਸ਼ ਲੋਕ ਨੇ। ਮੈਂ ਨਹੀਂ ਕਹਿੰਦਾ ਵੀ ਫਨ ਨਾ ਕਰੋ, ਪਾਰਟੀ ਨਾ ਕਰੋ, ਪਰ ਹਰ ਚੀਜ਼ ਦੀ ਹੱਦ ਹੁੰਦੀ ਆ। ਸਾਡੀ ਜਿਹੜੀ ਅਨਹੈਲਥੀ ਫੂਡ ਅਤੇ ਲਾਊਡ ਮਿਊਜ਼ਿਕ ਸਾਡੀ ਸਿਹਤ ਨੂੰ ਬਹੁਤ ਖਰਾਬ ਕਰ ਰਿਹਾ, ਪਰ ਇਟਸ ਅ ਟੋਪਿਕ ਫॉर ਅਨਦਰ ਡੇ, ਨਾਟ ਫॉर ਟੂਡੇ। ਸੋ ਰਾਈਟ ਨਾਓ ਤਾਂ ਇਹੀ ਹੈਗਾ ਵੀ ਤੁਸੀਂ ਇਸ ਸੈਮੀਨਾਰ ਦੇ ਵਿੱਚ ਜਾ ਕੇ ਆਪਣੀ ਜਿਹੜੀ ਨੌਲੇਜ ਵਿੱਚ ਇਜ਼ਾਫਾ ਕਰੋ। ਸੋ ਥੈਂਕ ਯੂ ਡਾਕਟਰ। ਮੈਂ ਤਾਂ ਡਾਕਟਰ ਰੰਗੀ ਦਾ ਥੈਂਕ ਯੂ ਕਰਦਾ ਵੀ ਉਹ ਇੰਨੇ ਬਿਜ਼ੀ ਹੋਣ ਦੇ ਬਾਵਜੂਦ ਵੀ ਕਮਿਊਨਿਟੀ ਨੂੰ ਐਜੂਕੇਟ ਕਰਨ ਲਈ ਆਪਣਾ ਟਾਈਮ ਕੱਢਦੇ ਨੇ ਜੀ। ਥੈਂਕ ਯੂ I will add one thing to what Dr. Kang said. ਮੈਂ ਬੜੀ ਵਾਰ ਪੇਸ਼ੈਂਟਸ ਨੂੰ ਵੀ ਕਹਿੰਦੀ ਹਾਂ ਤੇ ਆਪਣੇ ਸਪੈਸ਼ਲੀ ਖਾਸ ਕਰਕੇ ਇੰਡੀਅਨ ਪੇਸ਼ੈਂਟਸ ਨੂੰ ਕਿ ਜਦ ਤੁਸੀਂ ਪਾਰਟੀਆਂ ਤੇ ਜਾਂਦੇ ਆ ਜਾਂ ਫਿਰ ਬਾਹਰ ਖਾਣਾ ਖਾਣ ਜਾਂਦੇ ਆ, ਘਰੇ ਖਾ ਕੇ ਜਾਓ। ਇਟਸ ਨਾਟ ਦੈਟ ਹਾਰਡ। ਮੇਕ ਯੋਰ ਫਰੈਸ਼ ਫੂਡ, ਹੈਵ ਐਟ ਹੋਮ। ਤੁਸੀਂ ਜਾ ਕੇ ਸਾਰਿਆਂ ਨੂੰ ਮਿਲੋ, ਤੁਰੋ ਫਿਰੋ, ਸੈਰ ਕਰੋ, ਸਭ ਨੂੰ ਮਿਲੋ, ਨਾ ਖਾਓ ਉੱਥੇ। ਕਹਿਣ ਦਾ ਮਤਲਬ ਹੈ ਕਿ ਜੇ ਥੋੜੀ ਰਿਸਟ੍ਰਿਕਸ਼ਨਸ ਨੇ ਬੋਡੀ ਤੇ ਤਾਂ ਤੁਸੀਂ ਆਪ ਦਾ ਖਿਆਲ ਆਪੇ ਹੀ ਕਰ ਸਕਦੇ ਆ। ਸੋ ਪਲਾਨ ਕਰੋ। ਐਵਰੀਥਿੰਗ ਗੈਟਸ ਬੈਟਰ ਇਫ ਯੂ ਪਲਾਨ ਯੋਰ ਲਾਈਫ ਬੈਟਰ ਐਂਡ ਇਫ ਯੂ ਮੈਪ ਯੋਰ ਲਾਈਫ ਬੈਟਰ। ਜੀ ਜਾਂਦੇ ਮੈਂ ਇੱਕ ਚੀਜ਼ ਦੇ ਵਿੱਚ ਕਹਿੰਦਾ ਵੀ ਜਦੋਂ ਤੁਹਾਡੇ ਘਰੇ ਕੋਈ ਆਉਂਦਾ, ਜੇ ਕੋਈ ਕਹਿ ਦਿੰਦਾ ਨਾ ਵੀ ਮੈਂ ਨਹੀਂ ਖਾਣਾ, ਤਾਂ ਧੱਕਾ ਨਾ ਕਰੋ ਉਹਦੇ ਨਾਲ। ਹਾਂਜੀ, ਉੱਤੇ ਪ੍ਰੈਸ਼ਰ ਨਾ ਪਾਓ। ਜੇ ਉਹ ਨਹੀਂ ਖਾਣਾ ਚਾਹੁੰਦੇ ਦੈਟਸ ਓਕੇ, ਉਹ ਤੁਹਾਨੂੰ ਪਿਆਰ ਕਰਦੇ ਆ। ਸਪੈਸ਼ਲੀ ਐਲਕੋਹਲ, that's another topic for another day। ਪਰ ਆਪਣੇ ਲੋਕਾਂ ਨੇ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਇਸ ਗੱਲ ਤੋਂ। ਪੀਅਰ ਪ੍ਰੈਸ਼ਰ ਦੇ ਨਾਲ ਬੰਦੇ ਬਹੁਤ ਖਰਾਬ ਹੋ ਰਹੇ ਆ ਜੀ। ਥੈਂਕ ਯੂ ਡਾਕਟਰਸ, ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਜੈਵੰਤ ਕੌਰ ਰੰਗੀ ਜੀ, ਡਾਕਟਰ ਜਸਪੀਰ ਸਿੰਘ ਕੰਗ ਜੀ, ਬਹੁਤ ਬਹੁਤ ਸ਼ੁਕਰੀਆ ਇਸ ਅਹਿਮ ਟੌਪਿਕ ਦੇ ਉੱਤੇ ਗੱਲਬਾਤ ਕਰਨ ਦੇ ਲਈ। ਆਉਂਦੇ ਸਮੇਂ 'ਚ ਵੀ ਇੱਦਾਂ ਹੀ ਆਪਾਂ ਰਾਬਤਾ ਕਾਇਮ ਰੱਖਾਂਗੇ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।